ਕੀਤੀ ਸੀ ਮੈਂ ਆਪਣਾ ਉਹਨੂੰ ਅਖਤਰ ਖਾਲਦ ਨੂੰ ਨਾ ਫਰੀਦ ਅਖਤਰ ਖਾਲਦ ਉਹਨੇ ਮੇਕ ਸ਼ੋਰ ਕੀਤਾ ਉਹਨੇ ਕਿ ਲੈਟਰ ਓਰੀਜਨਲ ਹੈ ਜਮਾਤ ਵਾਲੇ ਇੱਕ ਨੂੰ ਨੰਬਰ ਤੇ ਜਰਮਨੀ ਦਾ ਨਹੀਂ ਹੈ ਨੰਬਰ ਤੇ ਕੋਡ ਹੀ ਲਾਣਾ ਉਹਦੇ ਅੱਗੇ ਅੱਛਾ ਰਿਪੋਰਟ ਤੋਂ ਬਗੈਰ ਲਿਖਿਆ ਸੀ ਮੈਂ ਜੀ ਉਹ ਕੋਡ ਤੋਂ ਬਗੈਰ ਸੀ ਜਰਮਨੀ ਦਾ ਉਹਦਾ ਡਾਇਰੈਕਟ ਉਹਦਾ ਪਰਸਨਲ ਨੰਬਰ ਹੈ ਉਹਦਾ WhatsApp ਵੀ ਉਹਦੇ ਤੇ ਆਵੇ ਤੁਸੀਂ ਉਹਨੂੰ ਬੇਸ਼ੱਕ WhatsApp ਤੇ ਕਾਲ ਕਰ ਲਓ ਨਹੀਂ ਫਿਰ ਉਹ ਪਤਾ ਕੀ ਹੈ ਉਹ +1 ਲਿਖਿਆ ਸੀ ਤੇ ਮੈਂ ਉਹਦੇ ਤੋਂ ਧੋਖਾ ਖਾਦਾ ਹਾਂ ਨਹੀਂ ਉਹ ਐਜ਼ ਇਟ ਇਜ਼ ਹੀ ਅਸਲ 'ਚ ਮੈਂ ਉੱਥੋਂ ਕਾਪੀ ਕਰਕੇ ਨਾ ਸੌਰੀ ਐਜ਼ ਇਟ ਇਜ਼ ਹੀ ਮੈਂ ਤੁਹਾਨੂੰ ਸੈਂਡ ਕਰਤਾ ਸੀ ਲੇਕਿਨ ਉਹਨੂੰ ਤੁਸੀਂ ਅਗਰ ਜਰਮਨ ਦਾ ਕੋਡ ਲਾਓਗੇ ਨਾ ਤੇ ਉਹ ਕਾਲ ਜਾਂਦੀ ਉਹਦੇ ਤੇ ਲੁਕਮਾਨ ਸਾਈ ਆਇਆ ਸਾਡੀ ਬਰਾੜ ਤੇ ਉਹ ਗੱਲ ਕਰਨ ਲੱਗਾ ਸੀ ਵਾਲੇਕੁਮ ਕਠਵਾਲ ਬਰਾਂਡ ਆਇਆ ਤੇ ਉਹਨੇ ਆਖਿਆ ਵੀ ਇੱਥੇ ਗੱਲ ਨਹੀਂ ਕਰਨੀ ਨਹੀਂ ਤੇ ਮੈਂ ਤੇਰੀ ਸ਼ਿਕਾਇਤ ਰਜ਼ੀ ਮਰਬੀ ਨੂੰ ਲਾ ਦਿਆਂਗਾ ਲੁਕਮਾਨ ਸਾਈ ਨੂੰ ਪ੍ਰੈਸ਼ਰਾਈਜ਼ ਕਰਕੇ ਥੱਲੇ ਢਾਲਿਆ ਹੁਣ ਮਲਕ ਨੂੰ ਪ੍ਰੈਸ਼ਰਾਈਜ਼ ਕਰਦੇ ਸਨ ਵੀ ਇੱਥੇ ਗੱਲ ਨਾ ਕਰ ਇੱਥੇ ਗੱਲ ਨਾ ਕਰ ਉਹ ਓਪਨ ਆਈ ਕਹਿੰਦਾ ਵੀ ਮੈਂ ਤੇ ਇਸਲਾਮ ਕਬੂਲ ਕਰਨ ਤੋਂ ਬਾਅਦ ਵੀ ਜਮਾਤ ਦੇ ਖਿਲਾਫ ਕੋਈ ਲਫ਼ਜ਼ ਨਹੀਂ ਬੋਲਿਆ ਤੇ ਮਲਕ ਸਾਹਿਬ ਤੇ ਇਹ ਪਿੱਛੇ ਹੀ ਹੋ ਕੇ ਜਮਾਤ ਦੇ ਖਿਲਾਫ ਕਲਮੇ ਬਗਾਵਤ ਬੁਲੰਦ ਕਰ ਦਿੱਤਾ ਹੈ ਮੈਂ ਕਿਹਾ ਫਰਕ ਇੰਨਾ ਹੈ ਕਿ ਜਦੋਂ ਮਲਕ ਸਾਹਿਬ ਦੀ ਵਾਲਦਾ ਨੇ ਪਤਾਸੇ ਵੰਡੇ ਸਨ ਨਾ ਤੇ ਉਹਨਾਂ ਨੇ ਜੈਨੂਨ ਵੰਡੇ ਸਨ ਛੜੇ ਹੱਥ ਲਾ ਕੇ ਨਹੀਂ ਸੀ ਵੰਡੇ ਵੀ ਮੁੰਡਾ ਹੀ ਇਹ ਥੱਲੇ ਹੱਥ ਲਾ ਕੇ ਚੈੱਕ ਕਰਦੇ ਨੇ ਨਾ ਵੀ ਫੀਮੇਲ ਕਿ ਮੇਲ ਮੈਂ ਕਿਹਾ ਉਹਨਾਂ ਨੇ ਥੱਲੇ ਹੱਥ ਲਾ ਕੇ ਪਤਾਸੇ ਨਹੀਂ ਵੰਡੇ ਉਹਨਾਂ ਨੇ ਮੁੰਡੇ ਦੇ ਪਤਾਸੇ ਵੰਡੇ ਸਨ ਉਹ ਮੁੰਡਾ ਸੀ ਉਹਨਾਂ ਦੇ ਘਰ ਪੈਦਾ ਹੋਇਆ ਹਾਂਜੀ ਤੁਸੀਂ ਤੁਹਾਡੇ ਤੇ ਅੱਲਾ ਮਾਫ ਕਰੇ ਐਸੀ ਗਰੂਮਿੰਗ ਹੋਈ ਹੈ ਐਸੀ ਉਹਨਾਂ ਦੀ ਗਰੂਮਿੰਗ ਹੋਈ ਹੈ ਮਿਰਜ਼ਾਈਆਂ ਦੀ ਚੀਕਾਂ ਮਾਰਦੇ ਨੇ ਮਿਰਜ਼ਾਈ ਆਂਦੇ ਨੇ ਤੋਬਾ 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 ਇਹ ਗੱਲ ਸੀ ਤੇ ਨਿਜ਼ਾਮ ਦੇ ਖਿਲਾਫ ਸਾਨੂੰ ਤਾਂ ਕੋਈ ਸ਼ਿਕਾਇਤ ਹੈ ਹੀ ਨਹੀਂ ਮਿਰਜ਼ਾਈਆਂ ਦੀ ਐਸੀ ਗਰੂਮਿੰਗ ਹੋਈ ਹੈ ਕਿ ਜਿਸ ਤਰ੍ਹਾਂ ਉਹ ਕਹਿੰਦੇ ਨੇ ਨਾ ਬਾਦਸ਼ਾਹ ਨੇ ਚਿੱਤਰਾਂ ਦੀ ਡਿਊਟੀ ਲਾਤੀ ਵੀ ਲੈ ਵੀ ਤੂੰ ਇਹਨਾਂ ਨੂੰ ਹਰ ਬੰਦੇ ਨੂੰ ਸਵੇਰੇ ਜਾਣ ਤੋਂ ਪਹਿਲੇ 10 ਲਿੱਤਰ ਮਾਰਦੇ ਨੇ ਤੇ ਕੰਮ ਤੇ ਤਾਂ ਜਾਣਾ ਹੈ ਤੇ ਉਹਨੇ ਆਖਿਆ ਬਈ ਬੰਦੇ ਇਕੱਠੇ ਹੋ ਕੇ ਆ ਗਏ ਤੇ ਬਾਦਸ਼ਾਹ ਪਰੇਸ਼ਾਨ ਹੋ ਗਿਆ ਲੈ ਵੀ ਬੰਦੇ ਤਜਾਜ ਕਰਨ ਲੱਗੇ ਨੇ ਉਹਨੇ ਤਜਾਜ ਨਹੀਂ ਕਰਨਾ ਆਇਆ ਨਾ ਤੇ ਐਸ ਕੰਮ ਆਏ ਨੇ ਕਿ ਸਵੇਰੇ ਕੰਮ ਤੇ ਜਾਂਦੇ ਦੇਰ ਹੋ ਜਾਂਦੀ ਬੰਦੇ ਦੋ ਰੱਖ ਦਿਓ ਛਿੱਤਰ ਮਾਰਨਾ ਅੱਗੇ ਜਲਦੀ ਛਿੱਤਰ ਮਾਰ ਕੇ ਸਭ ਕਰ ਇਹਦਾ ਮਤਲਬ ਹੈ ਉਹ ਜਿਹੜੀ ਗੱਲ ਜੀ ਜਰਮਨੀ ਸਾਡੀ ਆਹੋ ਹਾਂਜੀ ਮੀਰ ਲਤੀਫ ਵਾਲੀ ਜਿਹੜੀ ਉਹ ਮੈਨੂੰ ਮਿਲ ਗਈ ਸੀ ਦੂਜੀ ਵੀਡੀਓ ਦੂਜੇ ਪਾਸੋਂ ਵਾਇਸ ਸਾਹਿਬ ਨੇ ਕਰੀ ਸੀ ਉਹ ਤਸਦੀਕ ਇਹਦੀ ਹੋਈ ਤੇ ਉਹ ਜਿਹੜਾ ਆਮਿਰ ਭਾਈ ਜਿਹੜੀ ਗੱਲ ਸੀ ਕਿ ਮੈਨੂੰ ਸਹੀ ਤਰ੍ਹਾਂ ਜੁਮਲਾ ਯਾਦ ਨਹੀਂ ਕੋਸ਼ਿਸ਼ ਕਰਾਂਗਾ ਉਂਝ ਅਦਾ ਕਰਾਂ ਕਿ ਜਿਸਲੇ ਮੈਂ ਗੱਲ ਕਰਾਂਗਾ ਨਾ ਤੇ ਫਿਰ ਉੱਥੋਂ ਧੂਆਂ ਕਢਾਸਾਂ ਕਿ ਯਾਦ ਕਰੋ ਇਹ ਧੂਆਂ ਤੋਂ ਨੇ ਕਢਾ ਸੜਿਆ ਇਹ ਪੂਰਾ ਨਹੀਂ ਨਿਕਲਿਆ ਤੇ ਇਹ ਹਲਕੀ ਜੀ ਐਵੇਂ ਕਹਿ ਲੋ ਵੀ ਉਹ ਦਿੱਤੀ ਨਹੀਂ ਐ ਟੱਚ ਹੀ ਦਿੱਤਾ ਹਲਕਾ ਜਿਹਾ ਤੇ ਧੂਆਂ ਤੇ ਵਾਵਾ ਹੀ ਨਿਕਲਣਾ ਸ਼ੁਰੂ ਹੋਇਆ ਚੰਗਿਆੜੇ ਤੇ ਨਿਕਲੇ ਨੇ ਜਿਹੜੀ ਫੋਟੋ ਮੈਂ ਲਾਈ ਅਸੀਂ ਸਿਰਫ ਧੂਣੀ ਦਿੱਤੀ ਹੈ हाँ ये तुम्हारी जी धोनी दी है ये तो कोई शक वाली गल नहीं पे चीकां तो निकलदियां ने पियां मिर्जाइयां दी करो गल मैं ਬਹੁਤ ਮਾੜੇ ਹਾਲਾਤ ਨੇ ਇਸ ਵਕਤ ਇਸ ਕਲਟ ਦੇ ਤਰ੍ਹਾਂ ਦੇ ਲੈਟਰ ਵੀ ਜਾਰੀ ਹੋ ਰਹੇ ਨੇ ਕਿ ਬੰਦੇ ਜਿਹੜੇ ਨੇ ਨਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੋਂ ਆਪ ਵੀ ਜਾਨ ਛੁਡਾਉਣਾ ਚਾਹੁੰਦੇ ਇਹ ਜਿੰਨੇ ਵੀ ਗਰੁੱਪ ਹੈ ਨਾ ਸਾਰਾ ਇਹ ਤੇ ਇੱਥੇ ਆ ਕੇ ਸਿਰਫ ਸਾਡੀ ਮੁਖਾਲਫਤ ਵਿੱਚ ਇਸ ਤਰ੍ਹਾਂ ਦੀਆਂ ਗਾਲਾਂ ਗੋਲਾਂ ਕੱਢਦੇ ਨੇ ਜਾਂ ਕੋਈ ਬਾਕੀ ਜ਼ਾਤੀ ਤੌਰ ਤੇ ਜਮਾਤ ਕੋਲੋਂ ਬਹੁਤ ਜ਼ਿਆਦਾ ਤੰਗ ਨੇ ਲੇਕਿਨ ਮਲਕ ਸਾਹਿਬ ਦੀ ਗੱਲ ਇੱਕ ਲਿਹਾਜ਼ ਨਾਲ ਬਿਲਕੁਲ ਠੀਕ ਹੈ ਕਿ ਜਿਹੜੇ ਨਵੇਂ ਲੋਕ ਕਾਦੀਆਨੀ ਹੁੰਦੇ ਨੇ ਉਹਨਾਂ ਦੀ ਔਲਾਦ ਦਾ ਫਿਊਚਰ ਕੀ ਹੈ ਕਿਉਂਕਿ ਉਹ ਬਿਲਕੁਲ ਨਏ ਨੇ ਔਰ ਉਹਨਾਂ ਦੇ ਜਿਸਲੇ ਬੱਚੇ ਜਵਾਨ ਹੁੰਦੇ ਨੇ ਤੇ ਉਹਨਾਂ ਦੀਆਂ ਸ਼ਾਦੀਆਂ ਵਿਆਹਾਂ ਦਾ ਕੀ ਸਿਲਸਿਲਾ ਹੈ ਇਹ ਉਹਨਾਂ ਦਾ ਰੋਣਾ ਬਿਲਕੁਲ ਠੀਕ ਹੈ ਔਰ ਹੱਕ ਬਜਾਨਬ ਨੇ ਇਸ ਮਸਲੇ ਦੇ ਵਿੱਚ ਜ਼ਾਹਿਰ ਜਿਸ ਦੀਆਂ ਬੇਟੀਆਂ ਹੋਣ 2 ਸਾਲ ਤੋਂ ਕੋਸ਼ਿਸ਼ ਕਰ ਰਿਹਾ ਹੋਵੇ ਔਰ ਉਹਨੂੰ ਸਹੀ ਪ੍ਰਾਪਰ ਜਵਾਬ ਵੀ ਨਾ ਦਿੱਤਾ ਜਾ ਰਿਹਾ ਹੋਵੇ ਤੇ ਉਹਨੇ ਤੇ ਗੁੱਸਾ ਕਰਨਾ ਹੈ ਨਾ ਉਹਨੇ ਤੇ ਦੁੱਖ ਕਰਨਾ ਹੈ ਨਾ ਕਿ ਮੈਂ ਸਾਰਾ ਕੁਝ ਛੱਡ ਛਡਾ ਕੇ ਆਇਆ ਮੈਂ ਇਹਨਾਂ ਦੇ ਵਿੱਚ
ਇਹ ਜੀ ਗੱਲ ਜੇ ਡਿਸਕਸ ਕਰਨ ਵਾਲੀ ਇਹ ਹੀ ਸਵੇਰੇ ਮੁਫਤੀ ਸਾਹਿਬ ਵੀ ਡਿਸਕਸ ਕੀਤੀ ਜ਼ਿਆਦਾ ਅਹਿਮ ਪੁਆਇੰਟ ਹੈ ਇਹ ਡਿਸਕਸ ਕਰਨ ਵਾਲਾ ਇਹਨੂੰ ਡਿਸਕਸ ਕਰਨਾ ਚਾਹੀਦਾ ਬਿਲਕੁਲ ਹੂੰ ਅਸਲ ਪੁਆਇੰਟ ਇਹ ਬਾਕੀ ਉਹਨੂੰ ਕੋਈ ਇਖਤਲਾਫ ਨਹੀਂ ਉਹਦੇ ਇਸ਼ਕਾਲਾਤ ਸਿਰਫ ਐਸੇ ਗੱਲ ਤੇ ਨੇ ਜਿਹੜਾ ਤੁਸੀਂ ਡਿਸਕਸ ਕਰੋ क्योंकि वो खुद कह रहे ने कि मैं अपने सारे रिश्तेदार चाचे मामे ताए भैना भरा सब जी, कुछ छड़ छड़िया वे ਉਹ ਤਾਂ ਮੈਨੂੰ ਅਪਣਾ ਨਹੀਂ ਰਿਹਾ ਤੇ ਤੁਸੀਂ ਵੀ ਅਗਰ ਮੈਨੂੰ ਨਹੀਂ ਅਪਣਾਓਗੇ ਤੇ ਦੱਸੋ ਮੈਂ ਇਹਦੇ ਵਿੱਚ ਕਿਸ ਤਰ੍ਹਾਂ ਆਇਆ ਹਾਂ ਔਰ ਕਿਉਂ ਆਇਆ ਔਰ ਮੇਰਾ ਫਿਰ ਫਾਇਦਾ ਕੀ ਹੈ ਕਿ ਮੈਂ ਆਪਣੀ ਔਲਾਦ ਦਾ ਫਿਊਚਰ ਵੀ ਨਹੀਂ ਦੇਖ ਸਕਦਾ ਔਰ ਇਹ ਚੀਜ਼ਾਂ ਮੈਂ ਤੇ ਉਹਨਾਂ ਦੀ ਇਸ ਤੋਂ ਗੱਲ ਤੋਂ ਬੜਾ ਹੀ ਸਹਿਮਤ ਹਾਂ ਕਿ ਹਰ ਇੱਕ ਨੂੰ ਸੋਚਣਾ ਚਾਹੀਦਾ ਜਿਹੜਾ ਵੀ ਕਾਦੀਆਨੀਅਤ ਦੇ ਵਿੱਚ ਜਾਣ ਦੇ ਬਾਰੇ ਚ ਸੋਚਦਾ ਵੇ ਕਿ ਆਪਣੀ ਔਲਾਦ ਦਾ ਉਹਨੇ ਕੀ ਹਾਲ ਕਰਵਾਉਣਾ ਵੇ ਐਸੇ ਵਾਸਤੇ ਬਹੁਤ ਸਾਰੇ ਕਾਦੀਆਨੀ ਜਿਹੜੇ ਨੇ ਜਿਨ੍ਹਾਂ ਦੇ ਬੱਚੇ ਜਵਾਨ ਹੋ ਚੁੱਕੇ ਨੇ ਔਰ ਉਹਨਾਂ ਦੀਆਂ ਖਾਸ ਔਲਾਦਾਂ ਕਰਕੇ ਬੇਟੀਆਂ ਨਹੀਂ ਹੋ ਰਹੀ ਤੇ ਉਹ ਪਰੇਸ਼ਾਨ ਨੇ ਔਰ ਡਿਪਰੈਸ਼ਨ ਦਾ ਸ਼ਿਕਾਰ ਹੋਏ ਹੋਏ ਨੇ ਹਾਂਜੀ ਖਾਸ ਕਰਕੇ ਬੇਟੀਆਂ ਦਾ ਜਿਹੜਾ ਨਾ ਬੇਟੀਆਂ ਦਾ ਬਹੁਤ ਮਸਲਾ ਜੀ ਜੀ ਇਹਦੇ ਤੇ ਜ਼ੋਰ ਦਿਓ ਬੇਟੀਆਂ ਦਾ ਮਸਲਾ ਹੂੰ ਧੀਆਂ ਦਾ ਕੀ ਕਰਨਾ ਬਹੁਤ ਨੁਕਤੇ ਦੀ ਗੱਲ ਬਿਆਨ ਕੀਤੀ ਅਫਜ਼ਲ ਭਾਈ ਨੇ ਇਹੋ ਹੀ ਗੱਲ ਸਵੇਰੇ ਮੁਫਤੀ ਸਾਹਿਬ ਨੇ ਕੀਤੀ ਇਹ ਨਹੀਂ ਮੈਨੂੰ ਯਾਦ ਕਿ ਮੇਰੇ ਕੋ ਮਹਿਫੂਜ਼ ਹੈ ਕਿ ਨਹੀਂ ਲੇਕਿਨ ਵੀਡੀਓ ਬਿਲਕੁਲ ਪਹਿਲੇ ਐਡਰੈਸ 'ਚ ਉਹਨਾਂ ਨੇ ਗੱਲ ਕੀਤੀ ਮੈਨੂੰ ਯਾਦ ਹੈ ਕਰੋ ਗੱਲ ਇਹ ਗੱਲ ਹੈ ਕਿ ਹੁਣ ਜਮਾਤ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮਸ ਹੈ ਨੇ ਬਿਲਕੁਲ ਉਹ ਵਿਚਾਰਾ ਤੇ ਨਵਾਂ ਜਮਾਤ ਦੇ ਵਿੱਚ ਆ ਕੇ ਰਲਿਆ ਹੈ। ਜਿਹੜੇ ਆਲਰੇਡੀ ਜਮਾਤ ਦੇ ਵਿੱਚ ਪੈਦਾ ਹੋਏ ਨੇ ਜਮਾਤ ਦੇ ਵਿੱਚ ਜੰਮੇ ਪਲੇ ਨੇ ਉਹਨਾਂ ਦਾ ਵੀ ਇਹੀ ਹਾਲ ਹੈ ਉਹਨਾਂ ਦੇ ਆਪਣੀ ਬੇਟੀਆਂ ਦੇ ਰਿਸ਼ਤੇ ਦੇ ਤੈਨੂੰ ਪ੍ਰੋਬਲਮ ਉਹਨਾਂ ਨੂੰ ਪਤਾ ਹੈ। ਹੁਣ ਜਿਸ ਬੰਦੇ ਨੂੰ ਇਹ ਪਤਾ ਅਬੂ ਬਕਰ ਭਾਈ ਕਿ ਰਬੂਆ ਦੇ ਵਿੱਚ ਗੇ ਮਹੱਲਾ ਹੈ ਹੁਣ ਉਹ ਗੇ ਮਹੱਲੇ 'ਚ ਕੋਈ ਆਪਣੀ ਧੀ ਭੈਣ ਦਾ ਰਿਸ਼ਤਾ ਕਰੇਗਾ ਜਾਂ ਰਬੂਆ ਦੇ ਵਿੱਚ ਜਿਹੜੇ ਲੋਕ ਨੇ ਉਹ ਕਰਦੇ ਕੀ ਨੇ ਉਹ ਆਪੇ ਜਮਾਤ ਲਈ ਆਪ ਬਿਆਨ ਕਰਦੇ ਨੇ ਕਿ ਉੱਥੇ ਸਾਰੇ ਦੇ ਸਾਰੇ ਲਵਾਤਤ ਕਰਵਾਉਂਦੇ ਨੇ। ਹੁਣ ਉੱਥੇ ਆਪਣੀ ਭੈਣ ਦਾ ਕੋਈ ਉੱਥੇ ਧੀ ਦਾ ਕੋਈ ਬੰਦਾ ਰਿਸ਼ਤਾ ਕਰਨ ਲੱਗ ਗਿਆ ਇਹਨਾਂ ਨੂੰ ਇਹੀ ਤਾਂ ਪ੍ਰੋਬਲਮ ਹੈ ਕਿ ਜਮਾਤ ਦੇ ਵਿੱਚ ਜਿਹੜਾ ਬੰਦਾ ਆਉਂਦਾ ਹੈ ਅੱਗੋਂ ਦੀ ਉਹਦੇ ਪੈਰਾਂ ਦੇ ਵਿੱਚ ਏਡੇ ਏਡੇ ਸੰਗਲ ਜਕੜ ਦਿੰਦੇ ਨੇ ਕਿ ਨਾ ਉਹ ਕਿਤੇ ਜਾਣ ਜੋਗਾ ਨਾ ਕਿਤੇ ਰਹਿਣ ਜੋਗਾ ਨਾ ਕਿਸੇ ਨੂੰ ਕਹਿਣ ਜੋਗਾ ਨਾ ਕਿਸੇ ਨੂੰ ਸੁਣਾਉਣ ਜੋਗਾ। ਧੀਆਂ ਭੈਣਾਂ ਦੇ ਰਿਸ਼ਤੇ ਬਾਹਰ ਕੋਈ ਲੈਂਦਾ ਨਹੀਂ ਅੰਦਰ ਜਿਹੜੇ ਰਿਸ਼ਤੇ ਕਰਨ ਵਾਲੇ ਨੇ ਉਹ ਸਿਰਫ ਟਾਈਮ ਪਾਸ ਵਾਲੇ ਨੇ। ਔਰ ਨਾਲ ਦੂਸਰੀ ਗੱਲ ਹੈ ਵੀ ਕਿ ਜਿਹੜੇ ਕੋਈ ਚੰਗੇ ਰਿਸ਼ਤੇ ਨੇ ਅਸਰੋਰ ਰਸੂਹਾ ਵਾਲੇ ਮਰਬੀ ਜਾਂ ਕਾਦੀਆਨੀ ਜਿਹੜੇ ਨੇ ਉਹ ਆਪਸ ਵਿੱਚ ਕਰ ਲੈਂਦੇ ਨੇ ਕੋਈ ਚੰਗਾ ਰਿਸ਼ਤਾ ਯਾਰ ਹੋਵੇ ਥੱਲੇ ਬਲੌਕ ਕਰ ਇਹਨੂੰ ਥੱਲੇ ਆਈਡੀ ਕਾਇੂ ਦੇਖ ਉਹਨਾਂ ਨੂੰ ਪਤਾ ਵੇ ਕਿ ਭਾਈ ਇਹ ਚੰਗਾ ਕਿਉਂਕਿ ਰਿਸ਼ਤੇ ਤੇ ਪਹਿਲੇ ਸਾਰਾ ਕੁਝ ਡੇਟਾ ਤੇ ਉਹਨਾਂ ਕੋਲ ਆਉਣਾ ਹੁੰਦਾ ਹੈ ਤੇ ਉਹ ਫਿਰ ਦੇਖਦੇ ਨੇ ਜਿਹੜਾ ਚੰਗਾ ਵੇ ਜਿਹੜੀ ਵੈਲ ਸੈਟ ਫੈਮਿਲੀ ਉਹਨਾਂ ਦੇ ਵਿੱਚ ਆਪਣੇ ਬੱਚਿਆਂ ਦਾ ਵਿਆਹ ਸ਼ਿਆ ਕਰ ਲੈਂਦੇ ਨੇ ਤੇ ਦੂਸਰੇ ਜਿਹੜੇ ਹੱਕਦਾਰ ਨੇ ਉਹਨਾਂ ਦਾ ਹੱਕ ਮਾਰ ਲੈਂਦੇ ਨੇ। ਦੇਖੋ ਚੰਗੇ ਚੁੰਗੇ ਦੇ ਕੀ ਹੈ ਚੰਗੇ ਰਿਸ਼ਤੇ ਹੋਣ ਤੇ ਫੇਰ ਹੀ ਹੈ ਨਾ ਚੰਗੇ ਵੀ ਇਹੋ ਜਿਹੇ ਨੇ ਜਿਹੜੇ ਟਾਈਮ ਪਾਸ ਕਰਨ ਵਾਲੇ ਟਾਈਮ ਪਾਸ ਵਾਲੇ ਰਿਸ਼ਤੇ ਨੇ ਸਾਰੇ ਉਹ ਸਾਲ ਚੱਲਦਾ 2 ਸਾਲ ਚੱਲਦਾ 4 ਸਾਲ ਚੱਲਦਾ 5 ਸਾਲ ਬਾਅਦ ਉਸ ਤੋਂ ਬਾਅਦ ਫਿਰ ਨਵਾਂ ਸਮਾਂ। ਔਰ ਜਿਹੜੇ ਨਵੇਂ ਆਉਂਦੇ ਨੇ ਨਾ ਇਹਨਾਂ ਦੇ ਤਾਂ ਇਤਬਾਰ ਕਰਦੇ ਹੀ ਨਹੀਂ ਨਾ ਇਹਨਾਂ ਤੇ ਖੁਦ ਇਤਬਾਰ ਕਰਦੀ ਜਮਾਤ ਉਹ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਪਤਾ ਨਹੀਂ ਕਿਸੇ ਲਾਲਚ ਵਾਸਤੇ ਜਮਾਤ 'ਚ ਆਇਆ ਇਹਨੇ ਚੋਰੀ ਜਾਣਾ ਵਾਪਸ। ਗੱਲ ਪਤਾ ਜੀ ਕੀ ਹੈ ਅੱਛਾ ਗੱਲ ਹੋਰ ਕਿਸੇ ਕਰਨੀ ਹੈ ਕਿ ਮੈਂ ਕਰਾਂ ਗੱਲ? ਜੀ ਕਰੋ ਤੁਸੀਂ ਕਰੋ ਗੱਲ ਇਹ ਹੈ ਕਿ ਧੀਆਂ ਦੀ ਗੱਲ ਉਹ ਆਪਣੀ ਸਾਦਗੀ ਦੀ ਵਜ੍ਹਾ ਤੋਂ ਜਾਂ ਕੰਮ ਅਕਲੀ ਦੀ ਵਜ੍ਹਾ ਤੋਂ ਜਾਂ ਚਲੋ ਬੇਵਕੂਫੀ ਲਫ਼ਜ਼ ਕਹਿ ਲਓ ਜੋ ਵੀ ਕਹਿ ਲਓ ਉਹਨੂੰ ਕਈ ਕਰਨੀ ਨਹੀਂ ਸੀ ਚਾਹੀਦੀ ਮਲਕ ਸਾਹਿਬ ਨੂੰ ਲੇਕਿਨ ਉਹ ਕਰ ਬੈਠਾ ਉਹਨੂੰ ਨਾ ਡਿਸਕਸ ਕਰੋ ਉਹਨੂੰ ਨਾ ਦੁਬਾਰਾ ਜ਼ੁਬਾਨ ਤੇ ਲਿਆਵੋ ਕਿਉਂਕਿ ਇੱਕ ਉਹਦੇ ਕੋਲੋਂ ਗਲਤ ਗੱਲ ਹੋ ਗਈ ਏ ਲੇਕਿਨ ਉਹਨੇ ਤੇ ਕੀਤੀ ਸੀ ਆਪਣੇ ਭਰਾਵਾਂ ਨਾਲ
ਆਪਣੇ ਭਰਾਵਾਂ ਦੇ ਨਾਲ ਉਹਨੇ ਆਪਣਾ ਦੁੱਖ ਰੋਇਆ ਸੀ ਕਿ ਭਈ ਇਹ ਮਸਲੇ ਮਸਾਇਲ ਤੇ ਚੱਲਦੇ। ਮੈਨੂੰ ਵੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਪਿਕਚਰਾਂ ਪਕੜ ਲਓ ਤੇ ਮੈਂ ਕਲੀਆਂ ਤੇ ਅੱਗੋਂ ਕੋਈ ਜਵਾਬ ਨਾ। ਉਹਨੇ ਤੇ ਆਪਣੇ ਭਰਾਵਾਂ ਨੂੰ ਦੁੱਖ ਰੋਇਆ, ਲੇਕਿਨ ਉਹਨੂੰ ਖੈਰ ਨਹੀਂ ਰੋਣਾ ਚਾਹੀਦਾ ਸੀ। ਉਹਨੂੰ ਪਤਾ ਨਹੀਂ, ਸ਼ਾਇਦ ਅੰਦਾਜ਼ਾ ਨਹੀਂ ਹੈ ਕਿ ਸਾਰੇ ਭਗਿਆੜ ਨੇ, ਇਹਨਾਂ 'ਚ ਭਰਾਸ਼ਰਾ ਕਿਹੜਾ ਹੁੰਦਾ। ਸ਼ੌਕੀਨ ਨੇ ਬੈਠੇ ਹੋਏ ਇੱਥੇ, ਬਿਲਕੁਲ ਸਹੀ ਆਖਿਆ। ਸਾਨੂੰ ਉਹਦੀ ਉਸ ਦੁੱਖ ਦੀ ਰਾਗ ਦੇ ਉੱਤੇ ਹੱਥ ਨਹੀਂ ਰੱਖਣਾ ਚਾਹੀਦਾ, ਬਲਕਿ ਉਹਨੂੰ ਇਨਕਰੇਜ ਕਰਨ ਵਾਸਤੇ ਜਿਹੜੀ ਦੂਸਰੀਆਂ ਗੱਲਾਂ ਨੇ ਨਾ ਉਹ ਕਰਨੇ ਵਾਲੀਆਂ ਨੇ ਕਿ ਭਈ ਉਹ ਨਿਜ਼ਾਮ ਦੇ ਅੰਦਰ ਹੋਰ ਬੜੀਆਂ ਬੇਜ਼ਾਬਤਗੀਆਂ ਔਰ ਇਰੈਗੂਲੈਰਿਟੀਜ਼ ਨੇ, ਐਸੀਆਂ ਕਿ ਉਹਦਾ ਤਲਕ ਇੱਕ ਫਰਦ ਨਾਲ ਨਹੀਂ ਹੈ। ਲੋਕ ਆਮ ਤੌਰ ਤੇ ਆਪਣੇ ਫਰਦ ਵਾਹਿਦ ਦੇ ਕਿਸੇ ਕੇਸ ਵਾਸਤੇ, ਮਸਲੇ ਵਾਸਤੇ ਉੱਠ ਕੇ ਜਾ ਕੇ ਗੱਲ ਕਰਦੇ ਨੇ ਕਿ ਭਈ ਮੇਰੀ ਜ਼ਮੀਨ ਖੋ ਕੀਤੀ ਹੈ, ਮੇਰੇ ਨਾਲ ਇਨਸਾਫ ਨਹੀਂ ਹੋਇਆ, ਮੈਨੂੰ ਇਹ ਦੇ ਦਿੱਤਾ ਜਾਏ, ਮੇਰਾ ਉਹ ਮਸਲਾ ਹੱਲ ਕੀਤਾ ਜਾਏ। ਉਹਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਪਰਸਨਲ ਨਹੀਂ ਹਨ, ਉਹਨੇ ਨਿਜ਼ਾਮ ਦੀਆਂ ਖਰਾਬੀਆਂ ਬਿਆਨ ਕੀਤੀਆਂ ਨੇ। ਔਰ ਇਹ ਗੱਲ ਜਿਹੜੀ ਇਹ ਬਹੁਤ ਵੱਡੀ ਗੱਲ ਹੈ, ਇੱਕ ਬਹੁਤ ਵੱਡਾ ਕਦਮ ਹੈ। ਇਹ ਉਹੀ ਬੰਦਾ ਕਰ ਸਕਦਾ ਜਿਹਦੇ ਪਤਾਸੇ ਸਹੀ ਵੰਡਣ ਹੋਏ ਨੇ। ਉਹਨੇ ਉਹ ਗੱਲ ਜਿਹੜੀ ਕੀਤੀ ਹੈ ਨਾ ਕਿ ਵੀ ਮਿਸਾਲ ਦੇ ਤੌਰ ਤੇ ਇਲੈਕਸ਼ਨ ਹੁੰਦਾ ਹੈ, ਤੇ ਇਲੈਕਸ਼ਨ ਤੇ ਜਿਹੜਾ ਬੰਦਾ ਜਿੱਤ ਕੇ ਜਾਂਦਾ ਹੈ ਨਾ, ਕਿ ਪਤਾ ਉਹਦੇ ਬਾਰੇ ਉੱਥੇ ਦਾ ਸਦਰ ਲਿਖ ਕੇ ਘੱਲ ਦੇਵੇ ਕਿ ਇਹ ਨਹੀਂ ਮੈਨੂੰ ਚਾਹੀਦਾ, ਅਮੀਰ ਲਿਖ ਕੇ ਘੱਲ ਦੇਵੇ ਕਿ ਇਹ ਨਹੀਂ ਮੈਨੂੰ ਚਾਹੀਦਾ, ਦੂਜਾ ਚਾਹੀਦਾ ਜਿਹੜਾ ਰਿਹਾ, ਤੇ ਮਰਕਜ਼ 'ਚ ਲੈਟਰ ਆ ਜਾਂਦਾ ਕਿ ਜਿਹੜਾ ਰਿਹਾ ਉਹ ਹੈ ਤੁਹਾਡਾ ਸਰਬਰਾਹ ਹੁਣ ਉੱਥੇ ਦਾ, ਜੋ ਵੀ ਸਦਰ ਅਮੀਰ ਸ਼ੇਰ ਜੋ ਵੀ ਬਣਾਇਆ ਹੁੰਦਾ। ਯਾਨੀ ਇਲੈਕਸ਼ਨ ਦੀ ਇੰਨੀ ਕੁ ਇੱਜ਼ਤ ਹੈ ਕਿ ਇਲੈਕਸ਼ਨ ਕੀਤਾ, ਲੋਕਾਂ ਨੇ ਇੱਕ ਬੰਦੇ ਨੂੰ ਵੋਟ ਦਿੱਤੇ, ਲੇਕਿਨ ਉਹਨੂੰ ਜਿਹਨੂੰ ਲੋਕਾਂ ਨੇ ਮੁੰਤਖਬ ਕੀਤਾ, ਉਹ ਲੋਕਾਂ ਦੀ ਰਾਏ ਨੂੰ ਗਟਰ 'ਚ ਸੁੱਟ ਕੇ ਆਪਣੀ ਜ਼ਾਤੀ ਰਾਏ ਉਹਨਾਂ ਦੇ ਉੱਤੇ ਠੋਸ ਦਿੱਤੀ ਮਰਕਜ਼ ਨੇ। ਇਹਦੇ ਖਿਲਾਫ ਉਹ ਆਂਦਾ ਮੈਂ ਆਵਾਜ਼ ਚੁੱਕੀ ਹੈ। ਇਸੇ ਤਰ੍ਹਾਂ ਜਿਹੜੇ ਪੈਸੇ ਨੇ, ਜਿਹੜਾ ਚੰਦਾ ਇਕੱਠਾ ਹੁੰਦਾ ਹੈ ਹਜ਼ਾਰਾਂ, ਲੱਖਾਂ, ਕਰੋੜਾਂ, ਅਰਬਾਂ, ਖਰਬਾਂ ਦੀ ਮੱਧ ਵਿੱਚ, ਉਹ ਆਂਦਾ ਤਾਂ ਕੋਈ ਆਡਿਟ ਨਹੀਂ, ਕੋਈ ਹਿਸਾਬ ਕਿਤਾਬ ਨਹੀਂ ਦੱਸਿਆ ਜਾਂਦਾ। ਕਿਉਂ ਨਹੀਂ ਲੋਕਾਂ ਨੂੰ ਦੱਸਿਆ ਜਾਂਦਾ ਕਿ ਜਿਹੜੇ ਗਰੀਬ ਲੋਕ ਨੇ ਉਹ ਤੇ ਜਗ੍ਹਾ ਜਗ੍ਹਾ ਤਰਸ ਰਹੇ ਨੇ। ਉੱਥੇ ਆਪਣੀ ਜਮਾਤ ਦੇ ਬੰਦੇ ਨੇ ਜਿਹੜੇ ਸ੍ਰੀਲੰਕਾ ਤੇ ਉਹ ਪਤਾ ਨਹੀਂ ਕਿਹੜੇ ਨੇਪਾਲ 'ਚ ਜਾ ਕੇ ਧੱਕੇ ਪੇ ਖਾਂਦੇ ਨੇ। ਇੱਥੇ ਅਰਬਾਂ ਖਰਬਾਂ ਦਾ ਮਾਲ ਇਕੱਠਾ ਹੋਇਆ ਸੈਂਟਰ ਵਿੱਚ, ਉਹਨਾਂ ਦੀ ਮਦਦ ਕਿਉਂ ਨਹੀਂ ਕੀਤੀ ਜਾਂਦੀ? ਯਾਰ ਹੁਣ ਇਹ ਤਕਾਜ਼ਾ ਕੀਤਾ ਜਾਂਦਾ ਹੈ ਕਿ ਜਮਾਤ ਆਲੀਆ ਅਹਿਮਦੀਆ ਆਪਣੇ ਮਾਲੀ ਨਿਜ਼ਾਮ ਦਾ ਆਡਿਟ ਇੱਕ ਵਹਾਬੀ ਨੂੰ ਪੇਸ਼ ਕਰੇ। ਉਹ ਕੌਣ ਕਿਉਂ ਵਹੀ ਕਰੇ? ਜਿਹੜੇ ਭਾਬੀ ਨੂੰ ਨਹੀਂ, ਮਰਜ਼ਾਈ ਨੂੰ, ਮਰਜ਼ਾਈ ਕਹਿ ਰਿਹਾ ਇਹ ਵਹਾਬੀ ਜਿਹੜੇ ਨੇ ਸਾਰੇ ਆਡਿਟ ਜਿਹੜਾ ਹੈ ਸਾਡੇ ਸਾਹਮਣੇ ਲੱਗਣ ਡਿਆ। ਹੁਣ ਕਿੱਥੇ ਜਾਂਦੇ ਨੇ? ਵਹਾਬੀ ਤਾਂ ਕਹਿ ਹੀ ਨਹੀਂ ਰਿਹਾ, ਮਰਜ਼ਾਈ ਕਹਿ ਰਿਹਾ। ਕਿੱਥੇ ਜਾਂਦੇ? ਓਏ ਟੋਨੀ ਸਾਹਿਬ, ਫਜ਼ੂਲ ਗੱਲਾਂ, ਬਕਵਾਸ, ਬੇਹੂਦਾ ਗੱਲ ਨੂੰ ਲੈ ਕੇ ਉਹਨੂੰ ਪ੍ਰੋਜੈਕਟ ਤੇ ਜਾਣਾ। ਜਮਾਤ ਦੇ ਟੋਨੀ ਸਾਹਿਬ, ਤੁਸੀਂ ਵਾਕਫ ਨਹੀਂ। ਵਹਾਬੀ ਨਹੀਂ ਕਹਿ ਰਿਹਾ, ਮਰਜ਼ਾਈ ਕਹਿ ਰਿਹਾ ਹੈ। ਉਹ ਜੋ ਮਰਜ਼ਾਈ ਕਹਿ ਰਿਹਾ, ਭਾਵੇਂ ਕੋਈ ਮਰਜ਼ਾਈ ਹੋਵੇ, ਵਹਾਬੀ ਹੋਵੇ, ਕੋਈ ਵੀ ਕਹਿ ਰਿਹਾ ਹੈ। ਭਾਵੇਂ ਮਰਜ਼ੋਟਾ ਬੰਦੇ ਮੁਤਲਕਾ ਨੇ ਜਿਹੜੇ ਸਿਸਟਮ ਨੂੰ ਜਾਣਦੇ ਨੇ, ਉਹ ਜਾਣਦੇ ਨੇ ਕਿ ਆਡਿਟ ਹੁੰਦਾ ਹੈ। ਆਡਿਟ ਹਰਗਿਜ਼ ਹੁੰਦਾ ਹੈ, ਹਰ ਵਕਤ ਹੁੰਦਾ ਹੈ, ਹਰ ਸਤਹ ਤੇ ਹੁੰਦਾ ਹੈ। ਲੇਕਿਨ ਜਿਹੜੇ ਜਾਣਦੇ ਨਹੀਂ, ਉਹਨਾਂ ਦੀ ਖਾਹਿਸ਼ ਹੈ ਕਿ ਜਮਾਤ ਅਹਿਮਦੀਆ ਆਪਣਾ ਮਾਲੀ ਨਿਜ਼ਾਮ, ਆਪਣੇ ਆਡਿਟ, ਬੈਲੈਂਸ ਸ਼ੀਟ ਇਹ ਵਹਾਬੀਆਂ ਦੇ ਸਾਹਮਣੇ ਰੱਖੇ। ਕਿਉਂ ਭਾਈ? ਵਹਾਬੀਆਂ ਦੇ ਸਾਹਮਣੇ ਨਾ ਰੱਖੇ, ਮਰਜ਼ਾਈਆਂ ਨੂੰ ਤੇ ਦੱਸ ਦੇਵੇ ਨਾ। ਮਰਜ਼ਾਈਆਂ ਦੇ ਸਾਹਮਣੇ ਰੱਖਿਆ, ਉਹ ਵਾਪੜੇ ਸਾਡੇ ਸਾਹਮਣੇ ਰੱਖਣ। ਕਿੱਥੇ ਜਾਂਦੇ ਵੀ? ਉਹ ਦਾਤਾ ਦਰਬਾਰ ਤੇ ਹੋਇਆ ਸਾਰਾ ਜਿਹੜਾ ਚੰਦਾ, ਕਿੱਥੇ ਜਾਂਦਾ ਹੈ? ਕਿਹੜੇ ਬਾਜ਼ਾਰ ਗਰਮ ਹੁੰਦੇ ਨੇ? ਹਾਂ, ਇਹ ਪੁੱਛਿਆ ਜਾ ਸਕਦਾ ਹੈ। ਦਾਤਾ ਦਰਬਾਰ ਤੇ ਜਿਹੜਾ ਚੰਦਾ ਇਕੱਠਾ ਹੁੰਦਾ ਹੈ, ਜਿਹੜਾ ਦਾਤਾ ਦਰਬਾਰ ਤੇ ਚੰਦਾ ਇਕੱਠਾ ਹੁੰਦਾ, ਬਗੈਰਤ ਰਵਈਏ ਦੀ ਵਜ੍ਹਾ ਤੋਂ ਜਾਲੀ ਹੈ। ਮੈਂ ਕਿਹਾ ਜਿਹੜਾ ਦਾਤਾ ਸਾਹਿਬ ਦਰਬਾਰ ਚੰਦਾ ਇਕੱਠਾ ਹੁੰਦਾ ਹੈ, ਉਹਦਾ ਪੁੱਛਿਆ ਜਾ ਸਕਦਾ ਜਿਹੜਾ ਉੱਥੇ ਇਤਿਹਾਦ ਦੇ ਔਕਾਫ ਕੋਲੇ ਨਾ ਫਾਰਿਸਦਾ ਜਿਹੜੇ ਨੇ ਬਗੈਰਤ ਇਕੱਠੇ ਹੋਏ ਨੇ, ਹੁਸੈਨੀ ਭਾਈ ਦੀ ਬਰਾੜ ਨਹੀਂ ਹੈਗੀ ਹੈ। ਇਹ ਇਹਨਾਂ ਨੂੰ ਇਹ ਸ਼ੁਕਰ ਹੈ ਇਹਨਾਂ ਦੀ।
ਓਏ ਸ਼ੁਕ ਓਏ ਤੁਸੀਂ ਕਾਹਨੂੰ ਬੋਲਦੇ ਹੋ? ਉਹਨਾਂ ਦਾ ਤਾਂ ਤਰਬੀਅਤ ਕਰਨ ਵਾਲਾ, ਤੁਹਾਡਾ ਤੇ ਤਰਬੀਅਤ ਕਰਨ ਵਾਲਾ ਵੀ ਕੋਈ ਨਹੀਂ। ਇਹ ਵੇਖੋ ਉਹਦੀ ਤਰਬੀਅਤ ਦੀ ਵਜ੍ਹਾ ਤੋਂ ਤੁਹਾਨੂੰ ਇਹ ਗੱਲ ਕੀਤੀ ਹੈ। ਕਿੰਨੀ ਸੋਹਣੀ ਗੁਫ਼ਤਗੂ ਕਰਦੇ। ਨਹੀਂ ਫਿਰ ਉਹ ਮਾਫੀ ਉਹਨਾਂ ਮੰਗ ਹੀ ਲਈ ਸੀ, ਭਾਵੇਂ ਉਹ ਕਿਸੇ ਵਜ੍ਹਾ ਤੋਂ ਵੀ ਮੰਗਣੀ ਪਈ ਉਹਨਾਂ ਨੂੰ। ਮਾਫੀ ਮੂਫੀ ਮੇਰੇ ਹਲੇ ਹੋਈ ਹੈ, ਮਲਕ ਕੋਲੋਂ ਉਹਨਾਂ ਆ ਕੇ ਮਾਫੀ ਮੰਗੀ ਹੈ। ਸੈਫੀ ਨੇ ਮਾਫੀ ਮੰਗੀ ਹੈ। ਜਰਮਨੀ ਦਾ ਜਿੰਨਾ ਗਰੁੱਪ ਹੈ ਨਾ, ਜਿੰਨਾ ਵਾ ਤੇ ਕੱਲ ਲੈਟਰ ਜਾਰੀ ਹੋਇਆ ਨਾ, ਸਾਰੇ ਗਰੁੱਪ ਨੇ ਉੱਥੇ ਆ ਕੇ ਮਾਫੀ ਮੰਗੀ ਉਹਦੇ ਕੋਲ। ਜਰਮਨ ਦਾ ਜਿਹੜਾ ਗਰੁੱਪ ਹੈ ਨਾ, ਇਹ ਬਹੁਤ ਦਾਈ ਅੱਲਾਹ ਖਸੂਸੀ ਹੈ, ਬਹੁਤ ਵੱਡਾ ਮੁਬਲਗ ਹੈ। ਜਮਾਤ ਅਹਿਮਦੀਆ ਆਲੀਆ ਜਰਮਨੀ ਗਰੁੱਪ। ਥੋੜਾ ਅੱਲੇ ਦੀ ਤਬਲੀਗ ਕਰਦੇ ਨੇ ਇਸ ਟਾਈਮ। ਅਸਲ ਦੇ ਵਿੱਚ ਉਹਦੇ ਦੇ ਉੱਤੇ ਸਾਰੇ ਹੀ ਐਨ ਨੇ, ਇਹਨਾਂ 'ਚ ਕੋਈ ਵੀ ਐਸਾ ਨਹੀਂ ਜਿਹੜਾ ਬਗੈਰ ਉਹਦੇ ਤੋਂ। ਇੱਕ ਸੈਕਿੰਡ। ਮੈਂ ਕਹਿਣ ਲੱਗਾ ਸੀ ਕਿ ਜਿਹੜੇ ਉਹਨਾਂ ਦੇ ਨੇ ਨਾ ਅਹੁਦੇਦਾਰ, ਉਹ ਸਾਰੇ ਹੀ ਨੇ, ਕਿਉਂਕਿ ਉਹਨਾਂ ਨੇ ਐਸੀ ਬੰਦਰਬਾਂਟ ਕੀਤੀ ਹੈ ਕਿ ਹਰ ਇੱਕ ਨੂੰ ਕੋਈ ਨਾ ਕੋਈ ਉਹਦਾ, ਕਿਸੇ ਨੂੰ ਜਿਹੜਾ ਵੀ ਗੱਲਬਾਤ ਕਰ ਲੈਂਦਾ ਨਾ, ਕੋਈ ਨਾ ਕੋਈ ਮੂੰਹ ਚੋਂ ਲਫ਼ਜ਼ ਕੱਢ ਲੈਂਦਾ, ਉਹਨੂੰ ਨਾ ਕੁਝ ਦਿੱਤੇ ਆ ਉਹਦੇ ਮੂੰਹ ਦੇ ਵਿੱਚ ਕੋਈ ਨਾ ਕੋਈ ਸ਼ੈ। ਵੀ ਲੈ ਐਵੇਂ ਨਾ ਜਾ ਕੇ ਉੱਥੇ ਬਾਂਹ ਪਿਆ ਕਰੀ, ਤੂੰ ਅਹੁਦੇਦਾਰ ਹੈ। ਅਹੁਦੇਦਾਰ ਉਹ ਸਾਰੇ ਹੀ ਨੇ। ਜਿੰਨਾ ਉਹ ਜ਼ਿਆਦਾ ਕੋਈ ਬੋਲ ਚਾਲ ਲੈਂਦਾ, ਉਸ ਹਿਸਾਬ ਨਾਲ ਉਹਨਾਂ ਨੇ ਵੰਡੀਆਂ ਪਾਈਆਂ ਨੇ ਨਾ। ਤੇ ਉਹਦੇ ਕਿਹੜੇ ਥੋੜੇ ਨੇ, ਇੱਕ ਸਦਰ, ਇੱਕ ਸੈਕਟਰੀ, ਇੱਕ ਅਮੂਰੇ ਆਮਾ, ਇੱਕ ਸੈਕਟਰੀ ਮਾਲ, ਇੱਕ ਪਤਾ ਨਹੀਂ ਕੀ ਖਜ਼ਾਨਚੀ, ਇੱਕ ਕੀ ਤੇ ਕੀ ਨਹੀਂ, ਕਿੰਨੇ ਕੁ ਉਹਨਾਂ ਦੇ ਅੰਦਰ ਉਹਦੇ ਨੇ, ਅਹੁਦੇਦਾਰ ਸਾਰੇ ਹੀ ਨੇ। ਉਸ ਹਿਸਾਬ ਨਾਲ ਉਹਦੇ ਕੋਲ ਵੀ ਪਾਉਣਾ ਹੀ ਉਹਦਾ। ਅੱਲਾ ਦਾ ਹੀ ਇੱਥੇ ਫਜ਼ਲ ਹੈ। ਮੈਂ ਤੇ ਉਹਨਾਂ ਦੀ ਮੈਂਟੈਲਿਟੀ ਨੂੰ ਵੇਖ ਕੇ ਹੈਰਾਨ ਤੇ ਪਰੇਸ਼ਾਨ ਹਾਂ ਕਿ ਇਸ ਮੈਂਟੈਲਿਟੀ ਦੀ ਕੌਮ ਅੱਜ ਵੀ ਦੁਨੀਆ ਦੇ ਉੱਤੇ ਵਸਦੀ ਹੈ ਪਈ। ਮੇਰਾ ਖਿਆਲ ਹੈ ਕਿ ਅਫਰੀਕਾ ਦੇ ਜੰਗਲਾਂ 'ਚ ਵੀ ਲੱਗੇ ਜਾਈਏ ਤਾਂ ਨਹੀਂ। ਅਫਰੀਕਾ ਦੇ ਜੰਗਲਾਂ ਵਿੱਚ ਵੀ ਇਹੋ ਜਿਹੀ ਕੌਮ ਆ, ਤੁਹਾਨੂੰ ਨਹੀਂ ਲੱਭਣ ਲੱਗੀ। ਐਸੀ ਗਰੂਮਿੰਗ ਉਹਨਾਂ ਦੀ, ਐਸੀ ਗਰੂਮ। ਅੱਛਾ, ਉਹ ਕਹਿੰਦੇ ਨਸਰੁੱਲਾ ਕਹਿੰਦਾ ਸਾਨੂੰ ਤਾਂ ਕੋਈ ਇਸ਼ਕਾਲਾਤ ਹੈ ਨਹੀਂ, ਤਫਜ਼ਾਤ ਹੈ ਨਹੀਂ ਕੋਈ ਵੀ। ਦੂਜਾ ਵੀ ਕਹਿੰਦਾ ਵੀ ਸਾਨੂੰ ਕੋਈ ਨਹੀਂ, ਹਾਲਾਂਕਿ ਐਨ ਸਭ ਨੂੰ ਨੇ। ਕਹਿਣਾ ਇਹ ਚਾਹੁੰਦੇ ਨੇ ਕਿ ਐਨ ਸਹੀ ਨੇ ਪਰ ਅਸੀਂ ਬੋਲ ਨਹੀਂ ਸਕਦੇ।
ग्रूमिंग ही है ना, और की है। कतील उस शख्स सा मुनाफिक नहीं देखा जो जुल्म तो सहता है बगावत नहीं करता। वही गल है ना, ਜਿਹੜਾ शख्स कंटिन्यूसली जुल्म सहंदा लेकिन बगावत नहीं करता। हाँ जी, हाँ जी। ਜ਼ਿਆਦਾ ਲੋਕਾਂ ਦੇ ਨਿਜ਼ਾਮ ਨਾਲ ਇਖਤਲਾਫਾਤ ਹੋਏ ਨੇ। ਜਦੋਂ ਨਿਜ਼ਾਮ ਨਾਲ ਇਖਤਲਾਫਾਤ ਹੋਏ ਨੇ ਨਾ, ਤੇ ਉਹਨਾਂ ਜਾ ਕੇ ਗੈਰ ਜਾਨਬਦਾਰ ਹੋ ਕੇ ਤਾਂ ਹੀ ਪੜ੍ਹਿਆ ਤੇ ਸੋਚਿਆ। ਜਿਨ੍ਹਾਂ ਨੇ ਬੁਨਿਆਦੀ ਤੌਰ ਤੇ ਅਕੀਦੇ ਨੂੰ ਵੇਖ ਕੇ ਛੱਡਿਆ ਏ ਜਾਂ ਆਪਣੀ ਇੰਡੀਪੈਂਡੈਂਟਲੀ ਤਹਿਕੀਕ ਕਰਕੇ ਗਲਤੀ ਵੇਖ ਕੇ ਛੱਡਿਆ ਏ, ਉਹਨਾਂ ਦੀ ਤਾਦਾਦ ਬਹੁਤ ਘੱਟ ਹੈ। ਗਿਣਤੀ ਦੇ ਲੋਕ ਹੋਣਗੇ। ਅੱਜ ਓਪਨ ਆਈ ਵੀ ਕਹਿ ਰਿਹਾ ਸੀ ਕਿ ਵੀ ਮੇਰਾ ਮਸਲਾ ਜਿਹੜਾ ਮਿਰਜ਼ਾ ਸਾਹਿਬ ਨਾਲ ਹੋਇਆ, ਮੇਰਾ ਮਸਲਾ ਉਹਦੇ ਨਾਲ ਨਹੀਂ ਹੋਇਆ, ਨਿਜ਼ਾਮ ਨਾਲ ਨਹੀਂ ਹੋਇਆ। ਇਹੋ ਜਿਹੇ ਬੰਦੇ ਹਨ, ਲੇਕਿਨ ਕਾਫੀ ਲੋਕ ਨੇ ਜਿਹੜੇ ਨਿਜ਼ਾਮ ਦੀ ਵਜ੍ਹਾ ਤੋਂ ਨਹੀਂ ਕਰਦੇ। ਰਾਜੂ ਰਾਕੜ ਸਾਹਿਬ ਆਏ ਨੇ, ਦੱਸਣਗੇ ਕੋਈ ਸਾਡੇ ਨਾਲ ਚੰਗੀਆਂ ਚੰਗੀਆਂ ਗੱਲਾਂ ਸ਼ੇਅਰ ਕਰਨਗੇ। ਜੀ जी जी जी। ਨਿਜ਼ਾਮ ਜਿਹੜਾ ਉਹ ਇੰਨਾ ਮੈਂ ਦੱਸਿਆ ਕਿ ਜ਼ਾਲਮਾਨਾ ਹੈ। ਅਗਰ ਬੰਦੇ ਦੇ ਜਿਸਮ ਵਿੱਚ ਖੂਨ ਗਰਦਿਸ਼ ਕਰਦਾ ਹੋਵੇ ਨਾ, ਜੰਮਿਆ ਨਾ ਹੋਵੇ, ਤੇ ਬੰਦਾ ਕਿਸੇ ਨਾ ਕਿਸੇ ਸਟੇਜ ਤੇ ਜਾ ਕੇ ਬੋਲ ਹੀ ਪੈਂਦਾ ਹੈ। ਜਵਾਨੀ ਚ, ਬਚਪਨ ਚ, ਅਧੇੜ ਉਮਰ ਚ ਕਿਰੇ ਨਾ ਕਿਰੇ ਟਾਈਮ ਆ ਜਾਂਦਾ ਹੈ ਕਿ ਉਹ ਇਸ ਨਿਜ਼ਾਮ ਨੂੰ ਮਹਿਸੂਸ ਕਰ ਲੈਂਦਾ ਕਿ ਇਹ ਜਾਬਰਾਨਾ ਔਰ ਜ਼ਾਲਮਾਨਾ ਨਿਜ਼ਾਮ ਹੈ। ਇਹਦੇ ਚ ਇੱਕ ਆਮ ਗਰੀਬ ਬੰਦੇ ਵਾਸਤੇ ਫਾਇਦਾ ਕੋਈ ਨਹੀਂ, ਨੁਕਸਾਨ ਹੀ ਨੁਕਸਾਨ, ਬੋਝ ਹੀ ਬੋਝ ਹੈ ਜਿਹੜਾ ਚੁੱਕੇ ਅਸੀਂ ਲਾਸ਼ ਚੁੱਕ ਕੇ ਲਗੇ ਫਿਰਦੇ ਸਾਲਾਂ ਸਾਲ। ਅਮਰ ਭਾਈ, ਡੈਡ ਬੋਡੀਆਂ ਨੇ ਅਸੀਂ ਆਪਣੇ ਕਈ ਦੋਸਤਾਂ ਨੂੰ ਉਠਾਇਆ था ਬੜੇ ਸਾਲਾਂ ਬਾਅਦ, ਬਹੁਤ ਸਾਲਾਂ ਬਾਅਦ ਉਹਨਾਂ ਨੂੰ ਹੋਸ਼ ਆਈ ਹੈ। ਆਪਣਾ ਸਾਰਾ ਕੁਝ ਗਵਾ ਛੱਡਿਆ, ਆਪਣੀ ਜੋ ਜਮਾ ਪੂੰਜੀ ਸਾਰੀ ਦੇ ਛੱਡੀ, ਬੜੇ ਸਾਲਾਂ ਬਾਅਦ ਉੱਠੇ ਨੇ ਵਿਚਾਰੇ। ਉਹਦੀ ਵਜ੍ਹਾ ਇਹ ਹੀ ਹੈ ਨਾ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ, ਇਹਦੀ ਵਜ੍ਹਾ ਸਰ ਇਹ ਹੈ ਕਿ ਉਹਨਾਂ ਦੀ ਗਰੂਮਿੰਗ ਹੋਈ ਹੈ। ਉਹ ਇੱਕ ਚੀਜ਼ ਨੂੰ ਮਹਿਸੂਸ ਨਹੀਂ ਕਰ ਸਕਦੇ। ਜੇ ਕਰ ਸਕਦੇ ਨੇ ਤਾਂ ਤਾਕਤ ਨਹੀਂ ਰੱਖਦੇ ਉਹਦੇ ਖਿਲਾਫ ਬੋਲਣ ਦੀ। ਉਹਨਾਂ 'ਚ ਹਿੰਮਤ ਹੀ ਨਹੀਂ ਹੈ, ਇਖਲਾਕੀ ਜੁਰਤ ਹੀ ਨਹੀਂ ਹੈ। ਉਹਨਾਂ ਨੂੰ ਲਾਸ਼ ਬਣਾ ਕੇ ਰੱਖਿਆ ਗਿਆ, ਜਿਸ ਤਰ੍ਹਾਂ ਖੋਤਾ ਬਣਾ ਕੇ ਵਾਹਿਆ ਜਾਂਦਾ ਨਾ। ਪੁਰਾਣੇ ਜ਼ਮਾਨੇ 'ਚ ਗੁਲਾਮ ਕੀ ਹੁੰਦਾ ਸੀ? ਗੁਲਾਮ ਇਹ ਹੀ ਹੁੰਦਾ ਸੀ ਨਾ ਕਿ ਉਹਦੀ ਸੋਚ ਖਤਮ ਹੋ ਜਾਂਦੀ ਸੀ ਆਜ਼ਾਦੀ ਦੀ। ਉਹਨੂੰ ਇੰਨਾ ਹੀ ਪਤਾ ਹੁੰਦਾ ਸੀ ਕਿ ਇਹ ਜ਼ਿੰਦਗੀ ਇਹਦਾ ਹੀ ਨਾ ਹੈ, ਕਿ ਮੈਂ ਆਕਾ ਦਾ ਹਰ ਹੁਕਮ ਜਿਹੜਾ ਉਹ ਮੰਨਣਾ ਹੈ, ਤੇ ਜੋ ਮੈਨੂੰ ਕਵੇ ਰੇਤ ਆ ਕੇ ਰੇਤ ਢੋਣੀ, ਮਿੱਟੀ ਆ ਕੇ ਮਿੱਟੀ ਢੋਣੀ, ਇੱਟਾਂ ਆ ਕੇ ਇੱਟਾਂ ਢੋਣੀਆਂ ਨੇ, ਮੱਝ ਨੂੰ ਪੱਠੇ ਆ ਕੇ ਮੱਝ ਨੂੰ ਪੱਠੇ ਪਾਣੇ, ਗਾਂ ਨੂੰ ਆ ਕੇ ਗਾਂ ਨੂੰ ਪਾਣੇ। ਲੇਕਿਨ ਮੰਗਣਾ ਕੱਖ ਨਹੀਂ। ਉਹਦੇ ਕੋਲੋਂ ਤਕਾਜ਼ਾ ਕੋਈ ਨਹੀਂ ਕਰਨਾ, ਜੋ ਉਹ ਕਵੇ ਉਹ ਕਰੀ ਜਾਣਾ ਅੱਖਾਂ ਬੰਦ ਕਰਕੇ। ਇਹਦਾ ਨਾ ਗੁਲਾਮੀ। ਪਤਾ ਵੀ ਲੱਗ ਗਿਆ। ਟੋਨੀ ਸਾਹਿਬ ਹੁਣ ਥੱਲੇ ਜਾ ਕੇ ਗੈਸ ਖਾਰਜ ਕਰਨ ਲੱਗ ਪਏ।
ਤੁਸੀਂ ਅੰਦਾਜ਼ਾ ਲਾਓ ਕਿ ਕਿਸ ਤਰ੍ਹਾਂ ਦੇ ਇਹ ਸਾਈਕੋ ਹੋ ਚੁੱਕੇ ਨੇ, ਇਹ ਨਫਸੀਆਤੀ ਮਰੀਜ਼ ਹੋ ਚੁੱਕੇ ਨੇ। ਇਸ ਤਰ੍ਹਾਂ ਦੇ ਸਾਡੇ ਜਮਾਤ ਚ ਅਮਰ ਭਾਈ ਇਸ ਤਰ੍ਹਾਂ ਦਾ ਢੇਰ ਲੱਗਾ ਦਾ, ਮਤਲਬ ਥੋਕ ਦੇ ਹਿਸਾਬ ਰੱਖੇ ਦੇ ਇਹੋ ਜਿਹੇ ਬੰਦੇ ਅਸੀਂ ਉੱਥੇ। ਅੱਛਾ, ਇਹ ਕਿਟਲੀ ਹੁੰਦਾ ਹੈ, ਪਤਾ ਨਹੀਂ ਮੀਆਂ ਜੀ ਦੇ ਨਾਂ ਦੀ ਉਹਦੀ ਆਈਡੀ ਕਿ ਮੀਆਂ ਸਾਹਿਬ ਦੇ ਨਾਂ ਦੀ ਆਈਡੀ, ਉਹ ਇੱਥੇ ਆਵੇਗਾ ਥੱਲੇ, ਉਹਦਾ ਕੰਟੀਨਿਊਸਲੀ ਡੇਲੀ ਕੰਮ ਹੈ, ਆ ਕੇ ਮੈਸੇਜ ਕਰਦਾ है हर बराड़ ਤੇ ਜਾ ਕੇ, और शायद कई बार रिपीट भी करता है ईसा अलैहिस्सलाम नहीं आएंगे, तुम सोचते मर जाओगे, इंतजार करते मर जाओगे। वो कदे किसी बराड़ ਦੇ ਉੱਤੇ ਆ ਕੇ ਉਹਨੂੰ ਡਿਸਕਸ ਕਰਦੇ ਨਹੀਂ ਵੇਖੋਗੇ, ਮਸਲਾ ਪੜ੍ਹਦੇ ਆ, ਸੁਣਦੇ ਆ, ਬਿਆਨ ਕਰਦੇ ਆ, ਕਦੇ ਨਹੀਂ ਉਹਨੂੰ ਦੇਖੋਗੇ ਕਿਸੇ ਨਾਲ ਡਿਬੇਟ ਕਰਦੇ ਆ ਕਦੇ। ਲੇਕਿਨ ਉਹ ਜਿਸ ਤਰ੍ਹਾਂ ਖੋਤੇ ਦੇ ਉੱਤੇ ਨਹੀਂ ਉਹ ਝੁੱਲ ਪਾਈ ਹੁੰਦੀ ਤੇ ਉਹਨੂੰ ਆਦਤ ਹੋ ਜਾਂਦੀ, ਉਹਦੀ ਇੱਕ ਆਦਤ ਹੈ, ਉਹਨੇ ਆਵਣਾ ਆਪਣੀ ਡਿਊਟੀ ਕਰਨੀ, ਮੈਂ ਤਬਲੀਗ ਕਰ ਰਿਹਾ। वो तबलीग है नहीं समझता कि ਉਹਦੀ ਗਰੂਮਿੰਗ ਹੋਈ ਹੈ। अस्सलाम वालेकुम भाईजान। ਵਾਲੇਕੁਮ ਸਲਾਮ। ਉਹੀ ਦੋ ਤਿੰਨ ਗੱਲਾਂ ਤਾਂ ਸਿੱਖੀ ਦੀਆਂ ਨੇ ਤੇ ਉਹੀ ਬਸ ਰਿਪੀਟ ਕਰਦੇ ਰਹਿੰਦੇ ਨੇ। ਫਿਰ ਇਹ ਜਿੰਨੀਆਂ ਗੱਲਾਂ ਇਹ ਮੈਂ ਸਮਝਦਾ ਹੁੰਦਾ ਹਾਂ ਕਿ ਜਿੰਨੀਆਂ ਗੱਲਾਂ ਸਾਨੂੰ ਤਾਂ ਸਿੱਖੀ ਦੀਆਂ ਨੇ ਕਿ ਅਸੀਂ ਆ ਗਏ ਛਾ ਗਏ ਆ, ਤੇ ਸ਼ਾਇਦ ਸਾਡੇ ਇਰਦ ਗਿਰਦ ਸਾਡੇ ਸ਼ਹਿਰ ਦੇ ਲੋਕਾਂ ਨੂੰ ਸਿੱਖੀ ਦੀਆਂ, ਲੇਕਿਨ ਜਦੋਂ ਮੈਂ ਟਿਕਟੌਕ ਤੇ ਵੇਖਦਾ ਨਾ ਸਭ ਨੂੰ ਸੇਮ ਗੱਲਾਂ ਸਿੱਖੀ ਦੀਆਂ, ਹਰ ਇੱਕ ਸੇਮ ਗੱਲ ਕਰਦਾ। ਹਾਂ ਫਿਰ ਇਸ ਤੋਂ ਬਾਅਦ ਨਾ ਜਿਹੜੇ ਵਾਕਿਆਤ ਨੇ ਨਾ ਕਿ ਕਿਸ ਤਰ੍ਹਾਂ ਇਹਨਾਂ ਦੇ ਵੱਡਿਆਂ ਨੇ ਜਿਸ ਤਰ੍ਹਾਂ ਕਿਸੇ ਦੇ ਦਾਦਾ ਨੇ, ਕਿਸੇ ਦੇ ਪੜਦਾਦਾ ਨੇ ਮਸੀਹ ਮੌਦ ਨੂੰ ਮੰਨਿਆ ਦਾ, ਉਹ ਵੀ ਸਿਮਿਲਰ ਨੇ। ਉਹ ਜੀ ਮੇਰੇ ਦਾਦਾ ਅਬੂ ਦੇ ਅੱਬੂ ਨੇ ਕਿਹਾ ਕਿ ਇਹ ਬੰਦਾ ਕੱਲ ਨੂੰ ਕਰੇਗਾ ਨਾ ਕੋਈ ਦਾਵਾ ਤੇ ਮੰਨ ਲਈ, ਸੇਮ ਨੇ। ਮੈਂ ਕਾਫੀ ਸਾਰੇ ਤੁਹਾਡੇ ਰਲਦੀ ਮਿਲਦੀ ਗੱਲਾਂ ਨੇ ਸਾਰਿਆਂ ਦੀਆਂ। ਸਾਡੇ ਵੱਡੇ ਨੇ ਸਾਨੂੰ ਇਹ ਗੱਲ ਸੁਣਾਈ, ਸਾਡੇ ਵੱਡੇ ਨੇ ਇਹ ਸੁਣਾਈ ਦੀ ਹੈ ਕਿ ਜੀ ਸਾਡੇ ਜਗੜਦਾਦਾ ਨੇ ਸਾਡੇ ਪੜਦਾਦਾ ਨੂੰ ਕਿਹਾ ਕਿ ਅਗਰ ਇਹ ਕੱਲ ਨੂੰ ਬੰਦਾ ਕੋਈ ਦਾਵਾ ਕਰੇਗਾ ਨਾ ਤੇ ਜ਼ਰੂਰ ਮੰਨ ਲਈ, ਤੇ ਉਹਨਾਂ ਨੇ ਫਿਰ ਮੰਨ ਲਿਆ ਜਦੋਂ ਉਹਨੇ ਦਾਵਾ ਕੀਤਾ। ओ आमिर भाई सलाम वालेकुम। ओ भाईजान ਉਹ ਤਾਂ ਅਸੀਂ ਰੋਂਦੇ ਹੀ ਰਵਾਂਗੇ ਜਾਂ ਗੱਲ ਕਰਦੇ ਹੀ ਰਵਾਂਗੇ ਬਈ ਜਿਵੇਂ ਲੱਕੜ ਦਾਦਾ ਪਕੜ ਦਾਦਾ ਮੈਨੂੰ ਉਹ ਕਿਹਾ ਉਹ ਘੰਟਾ ਡੇਢ ਦੋ ਪਹਿਲੇ ਤੋਂ ਨੇ ਸੁਨੇਹਾ ਕਿ ਲੈ ਸੀ ਵੀ ਅਸੀਂ ਕਿਹਨੂੰ ਰੋਈਏ। ਮੈਂ ਤੁਸੀਂ ਮੈਸੇਜ ਕੀਤਾ ਤੇ ਮੈਂ ਦੇਖ ਲਿਆ, ਸੁਣਿਓ ਬਗੈਰ ਹੀ ਮੈਨੂੰ ਪਤਾ ਲੱਗ ਗਿਆ ਤੁਸੀਂ ਕੀ ਮੈਸੇਜ ਕੀਤਾ। ਉਸੇ ਟਾਈਮ ਜਿਸਲੇ ਉਹ ਜਨਾਬ ਹੋਰੀ ਬੋਲੇ ਨੇ ਨਾ, ਮੈਂ ਅਕੇਲਾ ਵੀ ਗੱਲ ਜਿਹਦੇ ਹੋ ਰਹੀ ਪਤਾ ਨਹੀਂ ਕੀ ਗੜਾ ਪਿਆ ਨੂੰ ਹੋ ਗਿਆ, ਪਰ ਚਲੋ ਮੈਂ ਪਹਿਲਾਂ ਮੇਰਾ ਤਾਂ ਸਵੇਰ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਇੰਨਾ ਬੀਪੀ ਹਾਈ ਕੀਤਾ ਮੁਸਲਮਾਨਾਂ ਨੇ ਕਿ ਜਿਹੜਾ ਜਾਂਦਾ ਕੋਈ ਚੱਜੀ ਗੱਲ ਕਰਦਾ, ਜਿਹੜਾ ਜਾਂਦਾ ਕੋਈ ਚੱਜੀ ਗੱਲ ਕਰਦਾ। ਜੇ ਉਹ ਬੰਦਾ ਇੱਕ ਫੇਜ਼ ਚ ਗੁਜ਼ਰ ਰਿਹਾ, ਉਹਦੀ ਹੌਸਲਾ ਅਫਜ਼ਾਈ ਕਰਨ ਦੀ ਜ਼ਰੂਰਤ ਹੈ, ਉਹਦੀ ਖੁਸ਼ਾਮਦ ਵੀ ਕਰਨ ਦੀ ਨਹੀਂ ਜ਼ਰੂਰਤ, ਲੇਕਿਨ ਉਹਦੀ ਰਹਿਨੁਮਾਈ ਕਰਨ ਦੀ ਜ਼ਰੂਰਤ। ਉਹਦੇ ਅੱਗੇ ਟਾਰਚ ਮਾਰ ਕੇ, ਰੋਸ਼ਨੀ ਮਾਰ ਕੇ ਤੇ ਮਾਹੌਲ ਨੂੰ ਰੋਸ਼ਨ ਕਰਨ ਦੀ ਜ਼ਰੂਰਤ। ਬਸ ਮੈਂ ਇਹ ਵੀ ਨਹੀਂ ਕਹਿੰਦਾ ਕਿ ਤੁਸੀਂ ਉਹਦੀ ਜਾ ਕੇ ਬੇਜਾਓ ਖੁਸ਼ਾਮਦ ਕਰੋ, ਬੱਲੇ 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 ਮਲਕ ਸਾਹਿਬ ਬੜਾ ਤੁਸੀਂ ਕਮਾਲ ਕਰਤਾ, ਕਮਾਲ ਦੀ ਲੱਤ। ਨਹੀਂ, ਉਹਦੀ ਕੋਈ ਜ਼ਰੂਰਤ ਨਹੀਂ। ਬਲਕਿ ਜਿਹੜੀਆਂ ਚੀਜ਼ਾਂ ਦਾ ਉਹਨੂੰ ਨਹੀਂ ਵੀ ਪਤਾ, ਤੁਸੀਂ ਉਹਦੇ ਅੱਗੇ ਰੱਖੋ ਵੀ ਇਹ ਹੋ ਰਿਹਾ। ਜੇ ਇਹਦਾ ਤੁਹਾਨੂੰ ਨਹੀਂ ਪਤਾ ਤੇ ਇਹ ਵੀ ਤੱਕ ਲੈ, ਤਾਂ ਕਿ ਉਹ ਮਜ਼ਬੂਤ ਹੋ ਜਾਏ ਆਪਣੇ ਮੌਕਫ ਦੇ ਉੱਤੇ ਜਾਂ ਜੋ ਉਹਨੇ ਇੱਕ ਫੈਸਲਾ ਕੀਤਾ ਹੈ। ਲੇਕਿਨ ਇਹ ਜਾਂਦੇ ਨੇ ਉਹਦਾ ਹੀ ਗਿਰੇਬਨ ਫੜ ਲੈਂਦੇ ਨੇ, ਜਾ ਕੇ ਆਂਦੇ ਨੇ ਦਰਾਜ਼ ਸਾਡੇ ਨਾਲ ਮਨਾਜ਼ਰਾ ਕਰ। ਅੱਛਾ, ਜਿਹੜੀ आमिर भाई ਸਾਡੀ ਜੰਗਲੀ ਜ਼ਬਾਨ ਜੋ ਹੈ ਨਹੀਂ, ਇਹ ਮਰਜ਼ਾਈ ਸੀ। ਇਹ ਜਿਹੜਾ ਆਈ ਲਾਈਕ ਯੂ ਦਾ ਮੈਸੇਜ ਹੈ ਨਾ ਥੱਲੇ, ਉਹ ਮਰਜ਼ਾਈ ਹੈ, ਅਹਿਮਦੀ ਉਹ ਮਰਜ਼ਾਈ ਹੈ ਜਿਹੜਾ ਮੈਂ ਬਾਰ-ਬਾਰ ਮੈਸੇਜ ਕਰਦਾ ਸੀ ਕਿ ਤੇਰੀ ਬੀਵੀ ਦੀ ਵਜ੍ਹਾ ਤੋਂ ਤੈਨੂੰ ਇਹ ਖਿਆਲਾਤ ਪੈਦਾ ਹੋਏ। ਉਹ ਮਲਕ ਇਹ ਸਮਝਣ ਲੱਗਿਆ ਮੁਸਲਮਾਨ ਹੈ, ਉਹ ਸਾਨੂੰ ਗਾਲਾਂ ਕੱਢੀ ਜਾਂਦਾ। ਮੈਂ ਉਹਨੂੰ ਰੋਕਿਆ, ਮੈਂ ਕਿਹਾ ਮਲਕ ਐਵੇਂ ਨਾ, ਉਹ ਮਰਜ਼ਾਈ ਹੈ। ਨਹੀਂ ਇਹ ਸੁਣਨੀ। ਮੈਂ ਕਿਹਾ ਨਹੀਂ, ਉਹ ਮਰਜ਼ਾਈ, ਮੈਂ ਤੈਨੂੰ ਕਹਿਣਾ ਵਾ ਉਹਦੀ ਵਜ੍ਹਾ ਨਾਲ ਸਾਨੂੰ ਵੀ ਗਾਲਾਂ ਕੱਢੀ ਜਾਂਦਾ। ਉਹ ਬਾਅਦ ਵਿੱਚ ਕਾਸਮ ਨੇ ਇੱਕ ਮੈਸੇਜ ਥੱਲੇ ਕੀਤਾ ਤੇ ਉਹਨੂੰ ਉਹ ਫੜਿਆ ਗਿਆ। ਫਿਰ ਕਾਸਮ ਨੂੰ ਕਹਿਣ ਲੱਗੇ ਤੂੰ ਝੂਠਾ ਹੈ, ਕੱਢ ਰਿਕਾਰਡਿੰਗ ਪੇਸ਼ ਕਰ ਕਿੱਥੇ ਮਲਕ ਨੂੰ ਗਾਲਾਂ। ਤੋਂ ਪਤਾ ਲੱਗ ਗਿਆ ਕਿ ਮਰਜ਼ਾਈ ਹੈ। ਉਹ ਹੈ ਜਿਹੜਾ ਜਰਮਨੀ ਗਰੁੱਪ ਹੈ ਨਾ, ਇਹਦੇ ਚ ਕੋਈ ਇੱਕ ਬੰਦਾ ਹੈ। ਕਰੋ ਗੱਲ ਸ਼ੇਰ ਭਾਈ। ਭਾਈਜਾਨ ਉਹ ਮੈਂ ਤਾਂ ਜਿਹੜੀ ਆਪਣੀ ਰੋਣਾ ਰੋ ਰਿਹਾ, ਉਹ ਸਾਡੀ ਜ਼ਬਾਨ ਹੈ ਜਿਹਨੂੰ ਆਂਦੇ ਨਾ ਉਹ ਗੜਾ ਪਵੇ ਕੀ ਚੁੱਪ ਕਰ, ਬਸ ਇਤਨੀ ਗੱਲ ਹੈ। बस वो जिस तरह टोनी साहब नहीं थले लिखते अहमदी मुसलमानों से सब्र की दरखास्त, तो भी सब्र की दरखास्त, सब्र करो बस।
ਨਹੀਂ ਉਹ ਐਵੇਂ ਤੁਹਾਡੇ ਨਾਲ ਪ੍ਰਾਈਵੇਟਲੀ ਪਰੇਸ਼ਾਨੀ ਦਾ ਜ਼ਾਹਰ ਕੀਤਾ ਸੀ, ਹੋਰ ਕੀ ਗੱਲ ਕਰਨੀ ਬਸ। ਇਹ ਤੇ ਸੁਬਹ ਦੀ ਇਸ ਪਰੇਸ਼ਾਨੀ ਦਾ ਸਾਹਮਣਾ ਉੱਥੇ ਰਿਹਾ। ਦੂਜੀ ਵਾਰੀ ਵੀ ਗਿਆ ਤੇ ਚਲੋ ਕੋਈ ਥੋੜੀ ਬਹੁਤ ਗੱਲ ਕਰਨ ਨੂੰ ਮਿਲ ਗਈ ਹੈ, ਲੇਕਿਨ ਇਹ ਕਰਨ ਤੇ ਦੂਜੀ ਵਾਰੀ ਵੀ ਇਹਨੇ ਨਿਸਬਤ ਦਿੰਦੇ। ਜਿਹੜਾ ਚੜ੍ਹਦਾ ਸੀ ਉੱਤੇ ਉਹ ਅਲਾ ਕਰ ਦਿੰਦਾ ਸੀ। ਮੈਂ ਦੱਸਾਂ ਮੈਨੂੰ ਕੋਈ ਗੱਲ ਪੁੱਛ ਲੈਣ ਦਿਓ, ਉਹਨੂੰ ਕੋਈ ਗੱਲ ਉਹਨੂੰ ਕੱਢ ਲੈਣ ਦਿਓ, ਬੋਲ ਲੈਣ। ਅਮਰ ਭਾਈ ਜਿਹੜੀ ਲੈਟਰ ਦੀ ਗੱਲ ਕਰਦੇ ਪਏ ਨੇ, ਹੋਮਿਓਪੈਥਿਕ ਲੈਟਰ ਹੈਗਾ ਵੇ, ਹੈ ਲੈਟਰ ਹੈ ਸਹੀ ਹੈ, ਇਹ ਪਤਾ ਚੱਲ ਗਿਆ ਵੇ। ਲੇਕਿਨ ਹੋਮਿਓਪੈਥਿਕ ਲੈਟਰ ਕਦੀ ਖਲੀਫਾ ਸਾਹਿਬ ਦੇ ਮੂੰਹ ਸੁਣੀ ਗੱਲ ਹੈ ਤੁਸੀਂ ਅੱਜ ਤੱਕ? ਕੋਈ ਖੁਤਬਾ ਫੜ ਲਓ ਕੋਈ ਜਲਸੇ ਵਿੱਚ, ਲੇਕਿਨ ਹਰ ਸ਼ਹਿਰ ਵਿੱਚ, ਹਰ ਮੁਲਕ ਦੇ ਵਿੱਚ, ਹਰ ਜਿਹੜੀ ਉਹਦੀ ਜਮਾਤ ਹੈਗੀ ਉਹਦੇ 'ਚ ਕੰਮ ਹੋ ਰਿਹਾ ਨਾ, ਇਹਦਾ ਮਤਲਬ ਓਫੀਸ਼ੀਅਲੀ ਹੈ ਵੇ ਨਾ ਪਿੱਛੇ। ਨਹੀਂ ਲੈਟਰ ਹੈ, ਮੇਰਾ ਕਜ਼ਨ ਹੈ ਸ਼ੂਰਾ ਦਾ ਮੈਂਬਰ, ਉਹਨੇ ਕਿਹਾ ਵਾਕਈ ਲੈਟਰ ਹੈ। ਲੈਟਰ ਹੋਏਗਾ ਜ਼ਰੂਰ, ਮੈਂ ਨਹੀਂ ਕਹਿੰਦਾ ਨਹੀਂ। ਲੇਕਿਨ ਜਿਸ ਤਰ੍ਹਾਂ ਇਹ ਹੁਣ ਇੱਕ ਲੈਟਰ ਆਇਆ ਜਿਹੜਾ ਕੱਲ ਅਮਰ ਭਾਈ ਨੇ ਲਾਇਆ ਸੀ, ਇਹਦੇ ਬਾਰੇ ਚ ਤੁਸੀਂ ਇਹਦੀ ਹਿਸਟਰੀ ਵੇਖੋਗੇ ਨਾ, ਪਹਿਲੇ 2-3 ਦਫਾ ਗੱਲ ਕੀਤੀ ਨਾ ਖਲੀਫਾ ਸਾਹਿਬ ਨੇ, ਇਹਦੇ ਬਾਰੇ ਚ ਕਦੀ ਜ਼ਿਕਰ ਵੀ ਨਹੀਂ ਕੀਤਾ ਅਜੇ ਤੱਕ। अस्सलाम वालेकुम। ਲਿਆਂਦਾ ਜੀ ਪਲਾਨ ਫੜ ਕੇ। नहीं जी, मेरी गिदड़ा की गिनती जी है ना वो 47 ती रुकी है। ਕੋਈ ਲਿਆ ਉਹਨਾਂ ਨੂੰ ਮਨਾ ਕੇ ਦੇਣੇ ਆ। ਉਹ ਇੱਕ ਹੀ ਤੁਸੀਂ ਜਿਹੜਾ ਮਨਾਇਆ ਨਾ, ਉਹ ਜਦੋਂ ਮੈਨੂੰ ਉਹ ਯਾਦ ਆਂਦੀ ਹੈ ਨਾ ਉਹ ਲਮਹੇ, ਤੇ ਮੇਰਾ ਹੱਸ ਬੁਰਾ ਹਾਲ ਹੋ ਜਾਂਦਾ। हाँ तो ऐसी है ना, गिदड़ है ना, गिदड़ है इस तरह गिदड़ है ना, गिदड़ कोई 100 क्या उन्हें कोई 100 बारी किया यार, कसम ये कैसे लोग ने यार, मैं तो हंस के बुरा हाल हो गया। पता नहीं यूसुफ भाई ने सुनी है वो गल कि नहीं। ਕੱਲਾ ਤਲਕ ਮਤਲਬ ਕਿ ਤੇ ਨਹੀਂ ਹੈ ਨਾ ਇਸ ਕਸ਼ਮਕਸ਼ ਦੇ ਵਿੱਚ, ਇਸ ਪ੍ਰੋਬਲਮ ਦੇ ਵਿੱਚ। ਉਹਦੇ ਤੇ ਮਾਂ ਨੇ ਪਤਾਸੇ ਵੰਡੇ ਸੀ ਹੱਥ ਲਾ ਕੇ ਚੈੱਕ ਕਰਕੇ, ਲੇਕਿਨ ਜਿਨ੍ਹਾਂ ਦੀਆਂ ਮਾਵਾਂ ਨੇ ਪਤਾਸੇ ਨਹੀਂ ਵੰਡੇ, ਪ੍ਰੋਬਲਮ ਤੇ ਉਹਨਾਂ ਨਾਲ ਵੀ ਹੈ ਵੇ। ਉਹ ਲੋਕ ਵਿਚਾਰੇ ਕਿੱਥੇ ਜਾਣ, ਉਹਨਾਂ ਦੇ ਤੇ ਕੋਈ ਦੁੱਖ ਐਸਾ ਹੈ। ਉਹ ਤਲਤ ਮਲਕ ਦੇ ਕੋਲ ਤੇ ਅੱਜ ਵੀ ਰਸਤਾ ਮੇਰਾ ਖਿਆਲ ਹੈ ਕਿਤੇ ਨਾ ਕਿਤੇ ਸ਼ਾਇਦ ਇਹ ਹੋਏਗਾ, ਉਹ ਕਿਸੇ ਨੇ ਕਿਹਾ ਨਾ ਕਿ ਸਵੇਰ ਦਾ ਭੁੱਲਿਆ ਸ਼ਾਮੀ ਆ ਜਾਵੇ ਨਾ ਘਰ, ਤੇ ਉਹਨੂੰ ਨਹੀਂ ਭੁੱਲਿਆ ਕਹਿੰਦੇ। ਉਹ ਫਿਰ ਉਸੇ ਤਰ੍ਹਾਂ ਹੁਣ ਉਹ ਤਲਤ ਮਲਕ ਤੇ ਸ਼ਾਇਦ ਉਹਦੇ ਕੋਲ ਕੋਈ ਰਸਤਾ ਹੋਵੇ, ਉਹ ਕਹੇ ਕਿ ਮੈਂ ਗਲਤ ਸਾਂ, ਮੈਂ ਆ ਗਿਆ ਵਾਂ, ਭਰਾਵਾਂ ਨੂੰ ਜੱਫੀ ਪਾ ਲਓ। ਕਿਉਂਕਿ ਫੋਨ ਬੜਾ ਜਿਹੜਾ ਨਾ ਉਹ ਹੁੰਦਾ, ਉਹਦੇ 'ਚ ਬੜੀ ਹਰਾਰਤ ਹੁੰਦੀ। ਉਹ ਉਹਨੂੰ ਜੱਫੀ ਪਾ ਲੈਣ, ਉਹਨੂੰ ਅਪਣਾ ਲੈਣ, ਉਹਨਾਂ ਦੇ ਬੱਚਿਆਂ ਨੂੰ ਵੀ, ਪੂਰੇ ਖਾਨਦਾਨ ਨੂੰ। ਲੇਕਿਨ ਜਿਨ੍ਹਾਂ ਦਾ ਪੂਰਾ ਕਲਟ ਹੀ ਐਸਾ ਹੈ, ਜਿਹੜੇ ਪੂਰੇ ਨਿਜ਼ਾਮ ਦੇ ਵਿੱਚ ਮਾਂ ਬਾਪ ਭੈਣ ਭਰਾ ਸਾਰੇ ਹੀ ਇਸ ਨਿਜ਼ਾਮ ਦੇ ਵਿੱਚ ਨੇ, ਜਾਂ ਇਸ ਚੱਕੀ ਦੇ ਵਿੱਚ ਫਿਸਦੇ ਪਏ ਨੇ। ਅਗਰ ਉਹਨਾਂ ਵਿੱਚੋਂ ਕਿਸੇ ਬੰਦੇ ਨੇ ਨਿਕਲਣਾ, ਉਹਦੇ ਵਾਸਤੇ ਤਾਂ ਜ਼ਿਆਦਾ ਮੁਸੀਬਤ ਦਾ ਸਮਾਂ ਬਣਦਾ। ਪਹਿਲਾਂ ਤਾਂ ਮਤਲਬ ਕਿ ਵਿਚਾਰਾ ਕੁਰਲਾਉਂਦਾ ਪਿਆ, ਰੋਂਦਾ ਪਿਆ। ਮੈਂ ਤਾਂ ਉਹਦੀ ਗੱਲ ਨਹੀਂ ਸੁਣੀ, ਲੇਕਿਨ ਜਿੰਨੀ ਕਿ ਇੱਥੇ ਤੁਹਾਡੇ ਕੋਲ ਸੁਣਨਾ ਪਿਆ ਵਾ, ਉਹਦੇ ਪਹਿਲੇ ਵੀ ਜਿਸ ਤਰ੍ਹਾਂ ਉਹ ਬਿਆਨ ਕਰਦਾ ਰਹਿੰਦਾ ਸੀ ਗੱਲ ਬਗੈਰ, ਉਹਦੇ ਖਾਸ ਤੌਰ 'ਤੇ ਜੋ ਬੱਚੀਆਂ ਦੇ ਮਾਮਲਿਆਂ ਦੇ ਵਿੱਚ। ਨਜ਼ੀਰ ਦੀ ਗੱਲ ਸੁਣੀ ਸੀ, ਨਜ਼ੀਰੇ ਦੀ ਗਿੱਦੜਾਂ ਵਾਲੀ? ਹਾਂ ਸੁਣੀ ਸੀ ਮੈਂ ਉਹਦੀ ਗੱਲ। ਤੇ ਤੁਹਾਨੂੰ ਯਾਦ ਕਰਕੇ ਹੱਸੀ ਨਹੀਂ ਆਉਂਦੀ? ਮੈਂ ਉਸ ਦਿਨ ਦਾ ਹੱਸ ਰਿਹਾ ਯਾਰ। ਮੇਰੀ ਗੱਲ ਸੁਣੋ, ਉਹਦਾ ਹਾਸਾ ਕੀ ਹੈ, ਉਹ ਵੀ ਰੋਣ ਦਾ ਸਮਾਂ ਸੀ ਅਸਲ 'ਚ ਉੱਥੇ, ਕਿ ਇਸ ਹੱਦ ਤੱਕ ਉਹ ਵਿਚਾਰੇ ਹਿਪਨੋਟਾਈਜ਼ ਹੋ ਗਏ ਨੇ ਕਿ ਜੇ ਉਹਨਾਂ ਨੂੰ ਕਿਸੇ ਨੇ ਗਿੱਦੜ ਕਿਹਾ, ਹਾਂ ਮੈਂ ਗਿੱਦੜ ਹਾਂ। ਜੇ ਕਿਸੇ ਨੇ ਉਹਨੂੰ ਕਿਹਾ ਕਿਰਮੇ ਖਾਕੀ ਹਾਂ, ਹਾਂ ਮੈਂ ਕਿਰਮੇ ਖਾਕੀ ਹਾਂ। ਮਤਲਬ ਇਸ ਨਿਜ਼ਾਮ ਦੇ ਵਿੱਚ ਇਸ ਤਰ੍ਹਾਂ ਜਕੜੇ ਨੇ, ਡਰ ਖੌਫ ਹੈ, ਇਤਨੀ ਮਤਲਬ ਪਰੇਸ਼ਾਨੀ ਹੈ, ਖੌਫ ਦਾ ਸਮਾਨ ਬਣਿਆ ਕਿ ਕਿਤੇ ਮੈਂ ਕੋਈ ਲਫ਼ਜ਼ ਕਮਰੇ ਦੇ ਵਿੱਚ ਕਿਤੇ ਕਹਿ ਦਿੱਤਾ, ਕਿਸੇ ਨੇ ਸੁਣ ਕੇ ਮਿਰਜ਼ਾ ਸਾਹਿਬ ਮਸਰੂਰ ਸਾਹਿਬ ਪਹੁੰਚਾ ਦਿੱਤਾ, ਪਤਾ ਨਹੀਂ ਮੇਰੇ ਨਾਲ ਕੀ ਬਣ ਜਾਣਾ। ਮੇਰੀ ਜਿਹੜਾ ਬੰਦਾ ਗੈਰਤਮੰਦ ਹੁੰਦਾ ਨਾ, ਮੈਂ ਕਹਿੰਦਾ ਗਰੀਬ ਹੋਵੇ ਜਾਂ ਅਮੀਰ ਹੋਵੇ, ਗੈਰਤ ਇਤਨੀ ਕੀਮਤੀ ਔਰ ਇਤਨਾ ਅਹਿਮ ਚੀਜ਼ ਹੁੰਦੀ ਇਨਸਾਨ ਦੇ ਵਿੱਚ,
ਜੇ ਭਰੇ ਮਜਮੇ 'ਚ ਕੋਈ ਬੰਦਾ ਉਹਨੂੰ ਕੋਈ ਹਲਕੀ ਗੱਲ ਕਹਿ ਦੇਵੇ, ਉਹ ਸਾਰੀ ਜ਼ਿੰਦਗੀ ਇਹੀ ਸੋਚਦਾ ਰਹਿੰਦਾ ਕਿ ਯਾਰ ਮੇਰੀ ਫਲਾਣ ਜਗ੍ਹਾ 'ਤੇ ਬੇਇੱਜ਼ਤੀ ਹੋਈ ਸੀ, ਫਲਾਣ ਜਗ੍ਹਾ ਦੇ ਉੱਤੇ ਮੈਨੂੰ ਕੋਈ ਹਲਕਾ ਜੁਮਲਾ ਕਹਿ ਦਿੱਤਾ ਸੀ। ਅਤੇ ਇੱਥੋਂ ਬੰਦਿਆਂ ਨੂੰ ਕੱਢ ਕੇ ਅਤੇ ਭਰੇ ਮਜਮੇ 'ਚ ਖਲੋ ਕੇ ਕਹਿਣਾ ਇਸ ਬੰਦੇ ਨੂੰ ਅਸੀਂ, ਉਹ ਕਹਿੰਦੇ ਨੇ ਨਾ ਪਿੰਡ ਪਿੰਡ ਨਿਕਾਲਾ ਦੇਸ ਨਿਕਾਲਾ, ਇਹ ਭਰੇ ਮਜਮੇ 'ਚ ਖਲੋ ਕੇ ਇਹਨੂੰ ਕਹਿਣਾ ਉੱਠ ਕੇ ਨਿਕਲ ਜਾ ਤੂੰ ਪਿੰਡੋਂ ਬਾਹਰ, ਤੈਨੂੰ ਕੱਢ ਦਿੱਤਾ, ਹੁੱਕਾ ਪਾਣੀ ਤੇਰਾ ਬੰਦ ਹੈ ਉਸ ਤੋਂ ਬਾਅਦ। ਇਹ ਕੋਈ ਆਮ ਗੱਲ ਨਹੀਂ ਹੈ, ਇਹ ਬੜੀ ਬੇਇੱਜ਼ਤੀ ਦੀ, ਬੜੀ ਇਨਸਲਟ ਦੀ ਗੱਲ ਹੈ। ਔਰ ਬੜੇ ਇਨਸਾਨ ਇਸ ਤਰ੍ਹਾਂ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਦੇ। ਕਈ ਤਾਂ ਲੋਕ ਵੈਸੇ ਜਾਨ ਤੋਂ ਚਲੇ ਜਾਂਦੇ ਨੇ। ਅੱਛਾ ਅਮਰ ਭਾਈ, ਜਿਹੜੀ ਜੋ ਇਹ ਗੱਲ ਕਰਦੇ ਨੇ ਨਾ ਕਿ ਮਸਜਿਦ ਬਣਦੀ ਚੰਦੇ ਤੋਂ, ਇੱਕ ਕੱਲ ਮਲਕ ਸਾਹਿਬ ਨੇ ਵੀ ਕੀਤੀ, ਇਹ ਵੀ ਗਲਤ ਗੱਲ ਜੀ। ਕੋਈ ਸਾਰੀ ਗੱਲਾਂ ਸੱਚ ਨਹੀਂ ਬੋਲਦੇ, ਸਾਰੇ ਝੂਠ ਬੋਲਦੇ ਨੇ। ਲੋਕਲੀ ਲੈਵਲ ਤੇ ਅਸੀਂ ਪੈਸੇ ਇਕੱਠੇ ਕਰਕੇ ਨਾ, ਪਹਿਲੇ ਫਰਜ਼ ਕਰੋ ਲੱਖ ਦਾ ਵੀ, 1 ਲੱਖ ਦੀ ਪ੍ਰਾਪਰਟੀ ਕੋਈ 60-70 ਹਜ਼ਾਰ ਇਕੱਠਾ ਜਦੋਂ ਜਾਂਦਾ ਹੈ ਨਾ, 30 ਹਜ਼ਾਰ ਅਗਰ ਨਹੀਂ ਇਕੱਠਾ ਹੋ ਰਿਹਾ ਲੋਕਲੀ ਸਾਡੇ ਜਮਾਤ ਕੋ, ਫਿਰ ਉਹ 30% ਜਿਹੜਾ ਵੇ ਨਾ ਉਹ ਮਰਕਜ਼ ਦੇ ਛੱਡਦਾ। ਕਦੀ ਵੀ ਨਹੀਂ ਐਸਾ ਹੁੰਦਾ ਕਿ 100% ਉਹਨਾਂ ਦੀ ਇਨਵੈਸਟਮੈਂਟ ਆਉਂਦੀ ਹੈ ਮਰਕਜ਼ ਤੋਂ, ਕਦੀ ਵੀ ਨਹੀਂ ਐਸਾ ਹੋਇਆ ਅੱਜ ਤੱਕ। ਇਹ ਐਂਟਰੀ ਫੀਸ ਨਹੀਂ ਹੁੰਦੀ, ਸਾਲਾਨਾ ਜਲਸਾ ਦਾ ਚੰਦਾ ਹੁੰਦਾ ਵੇ, ਜਲਸਾ ਸਾਲਾਨਾ ਦਾ। ਇਹਦਾ ਨਹੀਂ ਪਤਾ, ਇਹਦਾ ਨਹੀਂ ਆਈਡੀਆ। ਮਤਲਬ ਉਹ ਟਿਕਟ ਲਾ ਦੇता है, टिकट ਲੈ ਕੇ ਅੰਦਰ ਜਾਏਗਾ। ਮਤਲਬ ਇਸ ਕੋਈ ਜਿਸ ਤਰ੍ਹਾਂ ਸਰਕਸ ਚ ਹੁੰਦਾ, ਕੋਈ ਪਰਚੀ ਲੈ ਕੇ ਜਾਓ। ਹਾਂ, ਮਤਲਬ ਸਰਕਸ ਜਾਂਦੇ ਨੇ ਨਾ ਬਾਂਦਰ ਵੇਖਣ, ਸਰਕਸ ਦੇ ਬਾਂਦਰ ਵੇਖਣ ਜਾਂਦੇ ਨੇ ਲੋਕੀ, ਤੇ ਉਹ ਹੁਣ ਉੱਥੋਂ ਸਰਕਸ ਗਿੱਦੜ ਵੇਖਣ ਜਾਣਾ ਹੋਵੇ ਤੇ ਗਿੱਦੜਾਂ ਵਾਸਤੇ ਕੋਈ ਲੈਣੀ ਤੇ ਪੈਣੀ ਹੈ ਹਾਂ, ਪਰਚੀ ਲੈਣ ਗਿੱਦੜ ਸ਼ੋ ਅੰਦਰ ਗਿੱਦੜ ਤੋਂ ਤਮਾਸ਼ਾ। ਅੱਛਾ, ਉਹ ਜਿਹੜਾ ਤੁਸੀਂ ਕੱਲ ਕਹਿ ਰਹੇ ਸੀ ਨਾ ਮੁਹੰਮਦ ਹੁਸੈਨ डिप्टी कमिश्नर बनेगा, थोड़ी बहुत ही मैं उससे रिसर्च पूरी गल करो, जलाल उसको पट्टे पाएगा, उसके घोड़े जलाल उसके घोड़े को पट्टे डालेगा। ਤੇ ਇਹ ਕੋਈ ਡੇਟ ਤੁਹਾਨੂੰ ਯਾਦ ਹੈ? ਕਿਉਂਕਿ ਨੈਰੋਬੀ ਦੀ ਗਜ਼ਟ ਚੋਂ ਨਾ ਲਿਸਟ ਨਿਕਲ ਸਕਦੀ ਹੈ। ਇਹਨਾਂ ਨੇ ਝੂਠ ਫੜੀ, ਮਿਲ ਜਾਏਗੀ, ਉਹਦੀ ਡੇਟ ਮਿਲ ਜਾਏਗੀ। ਵੈਸੇ ਤੇ ਉਹ ਕਹਿ ਰਹੇ ਨੇ ਕਿ ਡਿਪਟੀ ਕਮਿਸ਼ਨਰ ਤੇ ਅੱਜ ਤੱਕ ਨੈਰੋਬੀ 'ਚ ਕੋਈ ਹੋਇਆ ਹੀ ਨਹੀਂ। ਉੱਤੇ ਹੁੰਦਾ ਡਿਸਟ੍ਰਿਕਟ, ਕਿੱਥੇ ਗਿਆ ਯਾਰ, ਮੈਂ ਕੱਢਿਆ ਸੀ ਡਾਟਾ ਉਹਦਾ। ਜਮੀਲ ਵੀ ਕੱਲ ਕਹਿੰਦਾ ਸੀ ਮੈਂ ਪਤਾ ਕਰਾਂਗਾ। ਡਿਪਟੀ ਕਮਿਸ਼ਨਰ ਦਾ ਪਹਿਲੇ ਤਾਂ ਰੈਂਕ ਹੋਣਾ ਚਾਹੀਦਾ। ਦੂਜੀ ਗੱਲ ਹੈ ਕਿ ਇੱਥੇ ਦੇ ਬੰਦੇ ਨੂੰ ਨਾ ਕਿਉਂ ਬਿਠਾਣਾ ਸੀ ਡਿਪਟੀ ਕਮਿਸ਼ਨਰ ਦੇ, ਉਹਦੇ ਚ ਗੱਪ ਛੱਡੀ ਉਹਨੇ ਜਲਾਲੁਦੀਨ ਸ਼ਮਸ। ਉੱਥੇ ਹੁੰਦਾ ਸੀ ਡਿਸਟ੍ਰਿਕਟ ਕਮਿਸ਼ਨਰ, ਠੀਕ ਹੈ। ਔਰ ਇਹ ਬ੍ਰਿਟਿਸ਼ ਰਾਜ ਵਿੱਚ ਰਿਹਾ ਨੈਰੋਬੀ, ਔਰ ਇਹ ਅਪੁਆਇੰਟਡ ਬਾਈ ਗਵਰਨਰ ਅਪੁਆਇੰਟ ਕਰਦਾ ਸੀ। ਤੇ 3 ਅਹੁਦੇ ਹੁੰਦੇ ਸਨ। ਇੱਕ ਹੁੰਦਾ ਸੀ ਪ੍ਰੋਵਿੰਸ਼ਨਲ ਕਮਿਸ਼ਨਰ PC, डिस्ट्रिक्ट कमिश्नर DC और डिप्टी DC समटाइम। ਤੇ ਇਹ ਜੇਕਰ ਡਿਸਟ੍ਰਿਕਟ ਕਮਿਸ਼ਨਰ ਦਾ ਅਗਰ ਅਹੁਦਾ ਹੋਵੇ ਤੇ ਡਿਪਟੀ ਦਾ ਲਾਜ਼ਮੀ ਹੁੰਦਾ ਨਾ। ਹਾਂਜੀ, ਉਹਨੂੰ ਸਬੋਰਡੀਨੇਟ ਕਰਦਾ। ਹਾਂਜੀ, ਸਮ ਟਾਈਮ ਓਕੇ। ਤੇ ਉਹਨਾਂ ਨੇ ਕਿਹਾ ਕਿ ਅਗਰ ਡੇਟਸ ਪਤਾ ਹੋਣ ਤੇ ਅਸੀਂ ਦੇਖ ਸਕਦੇ ਹਾਂ, ਲੇਕਿਨ ਮੁਹੰਮਦ ਹੁਸੈਨ ਨਾਂ ਦਾ ਬੰਦਾ ਜਿਹੜਾ ਨਾ ਇਹ ਕਦੇ ਵੀ ਨਹੀਂ ਰਿਹਾ। ਡੇਟ ਮੈਂ ਤੁਹਾਨੂੰ ਚੈੱਕ ਕਰਕੇ ਦੱਸ ਦਿੰਦਾ, ਮੈਂ ਹੁਣ ਡਰਾਈਵ ਕਰ ਰਿਹਾ ਹਾਂ। ਰੁਕਣਾ ਪਵੇਗਾ। ਜ਼ਰੂਰ ਉਹਨੇ ਝੂਠ ਬੋਲਿਆ ਹੈ। ਝੂਠ ਬੋਲਿਆ, ਅਕਲ ਦੇ ਵੀ ਖਿਲਾਫ ਹੈ ਕਿ ਹਿੰਦੁਸਤਾਨ ਦਾ ਬੰਦਾ ਕੀਨੀਆ ਵਿੱਚ ਗਿਆ ਤੇ ਉਹਨਾਂ ਨੇ ਇਹਨੂੰ ਉਹ ਡਿਪਟੀ ਕਮਿਸ਼ਨਰ ਦੀ ਛੁੱਟੀ ਜਾਣ ਦੇ ਉੱਤੇ ਉਹਦੀ ਕੁਰਸੀ ਤੇ ਬਾਸ ਲਿਆ। ਕਿਉਂ? ਕੀਨੀਆ 'ਚ ਬੰਦਾ ਹੀ ਕੋਈ ਨਹੀਂ ਸੀ ਪੜ੍ਹਿਆ ਲਿਖਿਆ। ਨਹੀਂ, ਡਿਪਟੀ ਕਮਿਸ਼ਨਰ ਲਈ ਜ਼ਰੂਰੀ ਹੈ ਕਿ ਤੁਸੀਂ CSS ਦਾ ਇਮਤਿਹਾਨ ਪਾਸ ਕੀਤਾ ਹੋਵੇ ਫਸਟ, ਤੁਸੀਂ ਐਜ਼ ਏ ਅਸਿਸਟੈਂਟ ਕਮਿਸ਼ਨਰ ਸਰਵ ਕੀਤਾ ਹੋਵੇ ਸੈਕੰਡ। ਇਹ ਸ਼ਰਾਇਤ ਨੇ ਨਾ, ਐ ਤੇ ਨਾ ਮੂੰਹ ਚੁੱਕ ਕੇ ਡਿਪਟੀ ਕਮਿਸ਼ਨਰ ਲਾਤਾ ਹੈ। ਕਿਉਂਕਿ ਇਹ ਇੱਕ ਯਾਰ, ਚਲੋ ਜੀ, ਚਲੋ ਤੁਸੀਂ ਕਰ ਲਓ ਗੱਲ।
ਨਹੀਂ ਮੈਂ ਹੀ ਪਹਿਲੇ ਵੀ ਕਿਹਾ ਵੀ ਐਸਾ ਦੀ ਕੋਈ ਅਫੀਸ਼ੀਅਲ ਨਹੀਂ ਹੈਗਾ, ਇੱਕ ਲੈਟਰ ਹੈਗਾ ਮੌਜੂਦ ਹੈ, ਲੇਕਿਨ ਕੋਈ ਖਲੀਫਾ ਸਾਹਿਬ ਦੇ ਮੂੰਹ ਚੋਂ ਗੱਲ ਨਹੀਂ ਕੋਈ ਕੱਢੀ ਨਿਕਲੀ ਦੀ ਹੈ, ਮੈਂ ਪਹਿਲੇ ਹੀ ਕਹਿਣਾ। ਇਹ ਮੇਰੇ ਤੇ ਮਸਰੂਰ ਦੇ ਮੂੰਹ ਤੇ ਗੱਲ ਨਿਕਲਦੀ ਪਈ। ਇਹ ਮੇਰੇ ਮਸਰੂਰ ਦੀ ਸੀ ਨਾ ਰਿਕਾਰਡਿੰਗ। ਨਹੀਂ ਅਸੀਂ ਉਹਦੀ ਗੱਲ ਉਹਦੀ ਹੁੰਦੀ ਪਈ ਸੀ ਕਿ ਜਿਹੜਾ ਲਿਸਟਾਂ ਜਾਂਦੀਆਂ ਨੇ ਚੰਦੇ ਦੀਆਂ, ਉਹਦੀ ਗੱਲ ਹੁੰਦੀ ਪਈ ਸੀ। ਜਿਹੜਾ ਮੈਂ ਗੱਲ ਕਰਨਾ ਪੈਣਾ ਉਹਦੀ ਗੱਲ ਕਰ ਰਿਹਾ ਕਿ ਜਿਹੜੀ ਚੰਦੇ ਦੀ ਲਿਸਟਾਂ ਜਾਂਦੀਆਂ ਨੇ ਨਾ, ਤੁਸੀਂ ਅਪਫਰੰਟ ਪੇ ਕਰ ਦਿਓ ਰਮਜ਼ਾਨ ਤੋਂ ਪਹਿਲੇ, ਤੇ ਫਿਰ ਨਾ ਚੱਲ ਜਾਏਗਾ ਦਵਾਈਆਂ ਹੱਥ ਦੇ ਵਿੱਚ ਤੁਹਾਡਾ, ਉਹਦੀ ਗੱਲ ਕਰ ਰਿਹਾ ਸਾਂ, ਕਿਉਂਕਿ ਮਨਕ ਸਾਹਿਬ ਦੀ ਲਾਈਵ ਦੇ ਉੱਪਰ ਉਹਦੀ ਗੱਲ ਹੋ ਰਹੀ ਸੀ। ਰਾਕੜ ਸਾਹਿਬ ਡਰ ਗਏ ਹੋ? ਨਹੀਂ ਮੈਂ ਕਦੋਂ ਡਰਨਾ, ਮੈਂ ਤੇ ਉਹਦੀ ਗੱਲ ਕਰ ਰਿਹਾ ਸਾਂ ਨਾ। ਤੇ ਫੇਰ ਖੁੱਲ ਕੇ ਕਰੋ, ਤੇ ਐ ਖੋਲ ਕੇ ਕਹਿਣਾ ਪਿਆ ਵਾ, ਖੁੱਲ ਕੇ ਕਹੋ, ਫਿਰ 90% ਜਮਾਤ ਫਿਰ ਬਾਹਰ ਹੋਏਗੀ। ਇਕੱਲੇ ਬਹਿ ਕੇ ਤਾਲੀਆਂ ਵਜਾਇਓ। ਬਹੁਤ ਤਾਲਾ ਨਹੀਂ ਇਹਦੇ ਉੱਪਰ ਗੱਲ ਜਿਹੜੀ ਦਵਾਈਆਂ ਹਤੂਤ ਤੇ ਗੱਲ ਮਨਕ ਸਾਹਿਬ ਦੀ ਲਾਈਵ ਤੋਂ ਹੋਈ ਸੀ। ਐਕਸ਼ਨ ਚਾਣ ਫਿਰ 90% ਇੱਕ ਪਾਸੇ ਹੋਣਗੇ, 10% ਇੱਕ ਪਾਸੇ ਹੋਣਗੇ, ਫਿਰ ਬਹਿ ਕੇ ਉੱਥੇ ਤਾਲੀਆਂ ਵਜਾਣੀਆਂ ਜੇ। ਮਤਲਬ ਤੁਸੀਂ ਤੁਹਾਡਾ ਕਹਿਣ ਦਾ ਮਕਸਦ ਫਿਰ ਚੰਦਾ ਬੰਦ ਹੋ ਜਾਏਗਾ 90%। ਅੱਜ ਕਿਹੜਾ ਬੰਦਾ ਜਿਹੜਾ ਨਹੀਂ ਕਰਦਾ ਖਿਲਾਫ ਗੱਲ? ਕਿਹਨੂੰ ਇਤਰਾਜ਼ ਨਹੀਂ? ਜਦੋਂ ਨਿਜ਼ਾਮੇ ਜਮਾਤ ਦੀ ਗੱਲ ਹੁੰਦੀ, ਇੱਕ ਮੁਖਾਲਫਤ ਹੁੰਦੀ, ਤੇ ਉਹ ਡਾਇਰੈਕਟ ਬੰਦਾ ਜਿਹੜਾ ਮਸਰੂਰ ਸਾਹਿਬ ਨੂੰ ਹਿੱਟ ਕਰ ਰਿਹਾ ਹੁੰਦਾ, ਕਿਉਂਕਿ ਕਸਟੋਡੀਅਨ ਤੇ ਉਹੀ ਨੇ ਜਮਾਤ ਦੇ। ਬਿਲਕੁਲ, ਜਦੋਂ ਤੁਸੀਂ ਇੱਕ ਚੰਦੇ ਦਾ ਵੀ ਗਲਤ ਇਸਤੇਮਾਲ ਹੋ ਰਿਹਾ ਤੁਸੀਂ ਪੁੱਛਦੇ ਹੋ, ਤੇ ਤੁਸੀਂ ਡਾਇਰੈਕਟ ਉਹਦਾ ਜਿਹੜਾ ਹੈਡ ਉਹ ਨਹੀਂ ਕਰ ਰਹੇ ਹੋ ਨਾ। ਦਾਊਦ ਭਾਈ ਜਿਹੜੀ ਇੱਕ ਗੱਲ ਮੈਨੂੰ ਪਤਾ ਨਹੀਂ, ਜਰਮਨੀ ਦਾ ਮੈਨੂੰ ਪਤਾ ਨਹੀਂ, ਇੱਕ ਗੱਲ ਕੱਲ ਵੀ ਮਲਕ ਸਾਹਿਬ ਲਾਈਵ ਤੋਂ ਹੋਈ ਸੀ ਕਿ ਚੰਦੇ ਦੀ ਜਲਸਾ ਚੰਦੇ ਦੇ ਪੈਸੇ ਦੀ ਮਸਜਿਦਾਂ ਬਣਦੀਆਂ ਨੇ, ਇਹ ਗੱਲ ਸਹੀ ਹੈ ਕਿ ਗਲਤ ਹੈ? ਮਸਜਿਦ ਦਾ ਚੰਦਾ ਲੈਦਾ ਹੈ ਉਹ ਲੋਕਾਂ ਕੋਲ ਲੋਕਲੀ ਰੇਜ਼ ਕਰਦੇ ਤੁਸੀਂ? ਚੰਦਾ ਲੈਦਾ ਨਹੀਂ, ਲੋਕਲੀ ਰੇਜ਼ ਕਰਦੇ ਨੇ ਪੈਸਾ ਪਹਿਲੇ। ਹਾਂਜੀ, ਲੋਕਲੀ ਰੇਜ਼ ਕਰਦੇ ਨੇ ਨਾ, ਫਿਰ ਬਾਅਦ ਚੋਂ ਜਿਹੜੀ ਅਗਰ ਇੱਕ ਸ਼ਹਿਰ 'ਚ 50 ਫੈਮਲੀਆਂ ਰਹਿੰਦੀਆਂ, ਤੁਸੀਂ ਕਹਿੰਦੇ ਇੱਥੇ ਅਸੀਂ ਮਸਜਿਦ ਬਣਾਉਣੀ, ਉਹ ਕਹਿੰਦੇ 50% ਆਪ ਹੀ ਇਕੱਠੇ ਕਰੋ ਨਾ ਪਹਿਲਾਂ। ਬਿਲਕੁਲ ਇਹੀ ਮੈਨੂੰ ਦੱਸਣਾ ਪੈਸਾ, ਬਿਲਕੁਲ ਸਹੀ ਗੱਲ ਹੈ ਜੀ। 70% ਜ਼ਿਆਦਾਤਰ ਯੂਕੇ ਦੇ ਵਿੱਚ ਨਾ 70% ਤੁਸੀਂ ਪਹਿਲੇ ਰੇਜ਼ ਕਰੋਗੇ, ਤੇ ਬਾਕੀ ਡਿਫਰੈਂਸ ਜਿਹੜਾ ਫਿਰ ਮਰਕਜ਼ ਪੇ ਕਰਦਾ। ਇੱਥੇ ਆਏਗਾ ਅੱਜ ਕੱਲ੍ਹ ਨਹੀਂ, ਉਹ ਮਸਲਾ ਆਵੇ ਕਿ ਇਹ ਸਾਰੇ ਸਾਡੇ ਪਾਕਿਸਤਾਨੀ ਜਿਹੜੇ ਨੇ ਨਾ, ਇਹ ਭਾਵੇਂ ਦੁਨੀਆ ਜਿੱਥੇ ਮਰਜ਼ੀ ਟੁਰ ਜਾਣ ਨਾ, ਇਹ ਤਰੱਕੀ ਨਹੀਂ ਕਰ ਸਕਦੇ, ਭਾਵੇਂ ਉਹ ਹੋਣ ਅਹਿਮਦੀ ਤੇ ਭਾਵੇਂ ਹੋਣ ਉਹ ਗੈਰ ਅਹਿਮਦੀ। ਇਹਨਾਂ ਥੁੱਕ ਲਾਉਣ ਵਾਲੇ अहमदी भाइयों को अस्सलाम वालेकुम वरहमतुल्लाहि वबरकातुहू। ਇੱਥੇ ਰੱਖ। ਬਿਲਕੁਲ ਮੈਂ ਇਹੀ ਗੱਲ ਪਹਿਲੇ ਵੀ ਕਰ ਰਿਹਾ ਵਾ, ਕੋਈ ਰੇਸ ਤੁਸੀਂ ਜਦੋਂ ਲੋਕਲੀ ਲੋਕ ਇਕੱਠੇ ਕਰ ਲੈਂਦੇ ਨੇ, ਫਿਰ ਡਿਫਰੈਂਸ ਉਹ ਪੇ ਕਰਦੇ ਨੇ, ਇਹ ਮੈਂ ਪਹਿਲੀ ਗੱਲ ਕਰ। ਨਹੀਂ ਯਾਰ, ਜਿੰਨੀ ਲਿਸਟ ਹੈ ਉਹਦੇ 'ਚ ਕੋਈ ਚੰਦਾ ਨਹੀਂ ਲਿਆ ਜਾਂਦਾ ਜਿੰਨੀ ਦੇਰ ਕੋਈ ਵਾਅਦਾ ਨਹੀਂ ਕਰਦਾ। ਜੋ ਵਾਅਦਾ ਕਰ ਲੈਂਦੇ ਹੋ ਫਿਰ ਤੁਸੀਂ ਉਸ ਵਾਅਦੇ ਦੀ ਪਾਬੰਦੀ ਕਰਨੀ ਹੁੰਦੀ ਹੈ। ਹੁਣ ਤੁਸੀਂ ਉੱਠ ਕੇ ਬੰਦਿਆਂ 'ਚ ਕਹੋ ਜੀ ਮੈਂ ਲੱਖ ਯੂਰੋ ਦੇਣਾ, ਤੇ ਫਿਰ ਲੱਖ ਦੇਣਾ ਜੇ, ਫਿਰ ਹੋਣਾ ਕਾਹਦੇ ਤੋਂ ਜੇ? ਪਹਿਲਾਂ ਵਾਅਦਾ ਹੀ ਨਾ ਕਰੋ, ਪਹਿਲਾਂ ਉਸ ਵੇਲੇ ਵਾਅਦਾ ਹੀ ਕਰੋ, ਹਾਂ ਭਾਈ ਇਹ ਲਓ 5 ਯੂਰੋ ਮੇਰੇ ਕੋਲ ਇੰਨੇ ਹੀ ਨੇ। ਨਹੀਂ, ਤੁਹਾਡੀ ਹੁਣ ਕਮਾਈ $2000 ਹੈ ਮਿਸਾਲ ਦੇ ਤੌਰ ਤੇ ਤੁਸੀਂ ਜਮਾਤ ਨੂੰ ਰਿਪੋਰਟ ਕਰਦੇ ਹੋ ਕਿ ਮੈਂ 2000 ਮਹੀਨੇ ਦਾ ਕਮਾਣਾ, ਮੈਂ ਤੇ ਜਮਾਤ ਉਹਦੇ ਉੱਤੇ ਪਰਸੈਂਟੇਜ ਨਹੀਂ ਲਾਉਂਦੀ ਕਿ 2000 ਦੇ ਵਿੱਚ ਉਹਦੇ ਉੱਤੇ ਸਿਰਫ ਚੰਦਾ ਜਿਹੜਾ ਆਮ ਹੈ ਉਹ ਵਾਜਬ ਹੈ। ਨਹੀਂ, ਜਿਹੜਾ ਮਸਜਿਦ ਦਾ ਹੈਗਾ ਨਾ, 1000 ਦੇ ਉੱਤੇ ਬਣਦਾ 62 ਯੂਰੋ 25 ਪੈਸੇ। ਬਿਲਕੁਲ ਮਸਜਿਦ ਦਾ ਜਿਹੜਾ ਹੈਗਾ ਨਾ, ਤੁਸੀਂ ਅਲੱਗਾ ਰਖਵਾਉਣਾ ਨੇ, ਉਹ ਤੁਹਾਡੇ ਵਾਅਦੇ ਨੇ। ਜਿੰਨੇ ਮਰਜ਼ੀ ਵਾਅਦੇ ਲਿਖਾ ਲਓ, ਪਿਓ ਦੇ ਲਿਖਵਾ ਲਓ, ਦਾਦੇ ਦੇ ਲਿਖਾ ਲਓ, ਪੜਦਾਦੇ ਦੇ ਲਿਖਾ ਲਓ, ਅੱਗੋਂ ਆਉਣ ਵਾਲੇ 4 ਨਸਲਾਂ ਦੇ ਲਿਖਵਾ ਲਓ, ਤੁਹਾਡੀ
ਪ੍ਰੋਬਲਮ ਹੈ ਉਹਨਾਂ ਦੀ ਥੋੜੀ, ਜਦੋਂ ਤੁਸੀਂ ਵਾਅਦਾ ਕੀਤਾ ਵਾਅਦੇ ਦੀ ਪਾਬੰਦੀ ਕਰਨੀ ਜੇ। ਨਹੀਂ ਤੇ ਬਹੁਤ ਸਾਰੇ ਤੁਹਾਨੂੰ ਲੋਕ ਵਾਅਦਾ ਕਹਿ ਕੇ ਬਹੁਤ ਸਾਰੇ ਕਰਵਾਉਂਦੇ ਲੋਕ ਨਹੀਂ, ਆਪਣੀ ਮਰਜ਼ੀ ਨਾਲ ਜਾ ਕੇ ਕਰਕੇ ਆਉਂਦੇ ਨੇ ਵਾਅਦਾ। ਮਰਜ਼ੀ ਨਾਲ ਉਹ ਤਾਂ ਕਰਦੇ ਕਰਾਉਂਦੇ ਨੇ। ਵਾਲੇਕੁਮ ਸਲਾਮ। ਤੁਹਾਨੂੰ ਪੁੱਛਦੇ ਨੇ ਨਾ, ਫਿਰ ਤੁਸੀਂ ਤੁਹਾਨੂੰ ਵਾਅਦਾ ਕਰਾਉਣਾ ਪੈਂਦਾ। ਪੁੱਛਦੇ ਨੇ ਨਾ, ਮੈਂ ਉਹੀ ਕਹਿਣਾ ਕਿ ਤੁਹਾਨੂੰ ਪੁੱਛਦੇ ਨੇ ਕਿ ਜੀ ਤੁਸੀਂ ਇੰਨਾ ਚੰਦਾ ਦੇ ਇਹ ਦਿਓ, ਡੇਵਿਡ ਵਾਅਦਾ ਸਾਹਿਬ ਪੂਰਾ ਜਿਹੜੇ ਕਰ ਦਿਓ। ਨੇ, ਇਹ ਡੇਵਿਡ ਸਾਹਿਬ ਜਿਹੜੇ ਨੇ ਇਹ ਵੀ ਕਿਧਰ ਨੇ? ਗੁਮਨ ਸਾਹਿਬ ਐਸੀ ਨਹੀਂ ਸਮਝ ਆ ਰਹੀ ਮੈਨੂੰ, ਡੇਵਿਡ ਸਾਹਿਬ ਤੁਸੀਂ ਵੀ ਜਿਹੜਾ ਕਿਧਰ ਹੋ? ਮੁਫਤੀ ਹੋਵੇਗਾ ਸਿਰਫ ਉਹ ਹੀ ਸਦਰ ਬਣ ਸਕਦਾ। ਉਹ ਪਹਿਲੇ ਪੁੱਛਣ ਤੇ ਦਿਓ ਯਾਰ। ਡੇਵਿਡ ਸਾਹਿਬ, ਨਹੀਂ प्यारो ਡੇਵਿड ਸਾਹਿਬ जमात के पास बहुत मजबूत ਉਹ निज़ाम ਕੀ है, ਹੋ दुनिया ਗਿਆ में किसी के पास नहीं है। शहनशाह? बहुत प्यारा ਤੁਸੀਂ निज़ाम, ਤੁਸੀਂ ਗਿੱਦੜ बहुत ਹੋ ਜਾਂ कुर्बानी ਨਹੀਂ ਹੋ? वाला निज़ाम, ਨਹੀਂ ਮੈਂ ਤਾਂ बहुत मुनासिब ਸ਼ੇਰਾਂ निज़ाम, ਗਿੱਦੜ ਤੁਸੀਂ ਹੋ ਜੇ नज़्म और ਦੂਰੋਂ ज़ब्त। ਦੂਰੋਂ ਸੋਨੇ ਦੇ ਮਹੱਲ ਵਿੰਦੇ ਹੋ। हाँ, ਤੁਸੀਂ बहुत। ਮਿਰਜ਼ਾ ਸਾਹਿਬ ਦੇ आओ ਮੰਨਣ ਵਾਲੇ अब ਨਹੀਂ ਹੋ? मुसलमान आके जमात अहमदिया का निज़ाम देखो, इस टाइम दुनिया में किसी के पास ऐसा निज़ाम नहीं है जो जमात के पास है, मुनज़्ज़म और फाल और कुर्बानी वाला, तो फिर निदा नसर के साथ ज्यादती क्यों हो गई? और बहुत जो है ना फिर निदा नसर खूबसूरत। के साथ जना कैसे हो गया? चलो तुम लोग बस जना से बाहर ना निकलना। और तो हुआ है जना, जना तो के उसी वजह से। जना के अलावा कोई काम धंधा है आप लोगों का? नहीं, वो फिर इतना मुनज़्ज़म अगर निज़ाम है तो निदा नसर जो खलीफा की नवासी है उसके साथ रेप कैसे हो गया? फजूल बातें और फजूल हरकतें। इधर इधर रेप उम्मत तो को, हो गया सो हो गया, उसका शहनशाह फैसला नहीं कर साहब, सका खलीफा। प्यारे भाई उम्मत को शहनशाह क्या साहब ਜਿਹੜੀ मसाइल, ਗੱਲ उसका ਕਰ ਰਹੇ फैसला हो, फिर किया मैं अंग्रेज दूर अदालत गया ने। तो फिर घबरा जाओगे। दुश्मन तुम्हारे घरों के सामने बैठ गया आके, और तुम कहाँ हो? क्या तुम जो है ना कवा दुश्मन हलाल और घरों के हराम में सामने लगे हो? बैठ गया और खलीफा की नवासी कवा के साथ घर हलाल के और अंदर जना हराम, हो वही रहा है। बगदाद वाला फिर किस्सा, कवा हलाल के तुम नहीं हराम, नहीं, और नजीर दुश्मन साहब, नजीर दुश्मन साहब, तुम्हारे घर के सामने बैठा है। नजीर साहब, अब जना हुआ है निदा तुम्हें नसर की उसने माँ के घेरा साथ। डाल लिया, दुश्मन ने तुम्हें घेरा डाल लिया है, निदा नसर की माँ के साथ हुआ है जना? और तुम अब उसके घेरे में हो, और और बचा लो भाई अपने मैं क्या आप को, पूछ रहा वरना हूँ, तुम्हारी हालत बचने वाली नहीं है। निदा तुम नसर की जिस माँ तरह के जमीन साथ पर हुआ है? मखलूक पैदा हो गए हो, तुम्हारी बचत के इम्कानात बहुत कम है। अल्लाह बचा ले, वरना तुमने अपने आप को नहीं बचाना। जना तो हुआ है, विद खलीफा हुआ है। और खलीफा कह रहा तुमने खुद ही तो पेश और किया था। रसूलुल्लाह सल्लल्लाहु अलैहि वसल्लम की जो है ना खबर पूरी हो रही है कि बदतर गुमराह हसद में और ये जहन्नम की आग में, ऐसी मुनज़्ज़म और जमात है नजीर जिसका साहब का खलीफा खुद मरीज कह है। रहा और तुमने खुद ये पेश जो है किया ना था अपने पकड़े आप को। जाएंगे। इनकी पकड़ की भी है खबर के उलमा जी जी जो है पकड़े गए हैं, उलमा पकड़े गए हैं, सूद सब पकड़ पकड़े गए आए हैं हैं। नजीर साहब, टेंशन ना लो, सब पकड़े गए अब हैं। निदा ने जो फड़ा है ना दिते ने पकड़ सारे, दस करीब लिया है, उन्हें। पकड़ करीब है, बहुत करीब है, बहुत तुम्हारे अच्छा दरवाजे के सामने खड़ी है, पकड़ तुम्हारे दरवाजे के सामने है बस। बिल्कुल जनाब, रात दी पकड़ आई है, कोई बंदा ही नहीं हाँ पिया फड़कदा जी। सवेर दा। और मैंने दुनिया में ऐसी ढीठ कौम, आज जितनी तकजीब वाली कौमें गुजरी हैं, तुम लोग नंबर 1 हो इस टाइम, जब से दुनिया बनी, जब से अंबिया आदम अलैहिस्सलाम खलीफा ये से साहब, नजीर लेकर, अच्छा केड़ी फिर जगह होंदा अगर है? अच्छा अगर शहनशाह साहब बोलने का में मुकाबला जो करना है, जो बोलने का तकजीब अब मुकाबला तुम करना है कर तो फिर रहे बोली हो, जाओ। अच्छा मुकज़्ज़ब हो, निदा नसर के ऐसे साथ जना हो मखलूक गया, पहले मलक कभी साहब उसकी नहीं माँ के हुई साथ है। जना हो गया, और उसकी माँ दिन के साथ रात शेंदी जना शाह ने हो जना गया, कर दिया, फलान हो गया, सारे जना काम खलीफा हो ने छोड़ो। गया, जनाब अली जना कहा हो कि गया। तुमने ये खून खुद में नजीर केड़ी जना जगह की होंदा पेश है? किया है, होगा रगों में आपकी ऑस्ट्रेलिया। रगों में जना खलीफा ने दौड़ कहा रहे कि हो, तुमने शैतान खुद की उसको दौड़ रहे, पेश जना किया भी साथ होगा। दौड़ रहे। वो फजूल खलीफा की बातें, नवासी कोई के साथ खौफ तुम लोग खुदा है जना नहीं, करते हो। कोई शर्म व हया नहीं है, कोई रब्बा का इस्लाम रास्पुटीन का खोल के पास पढ़ो, नहीं है कि इस्लाम पर तुम्हें क्या पता गुजरी है, लगे कि मुसलमानों तुम्हारी पर क्या जमात के गुजर अंदर रही किस है। कदर जना हो रहा है, और ये ऐसी जना पे ढटियाई जना से, हो और रहा ये है। पता नहीं कोई यहूद और निदा नसारा के नसर एजेंट के साथ सारे जना इस्लाम पर कर दिया। हमलावर हो गए। तौबा तौबा, ये खुद को कैसी तुम मखलूक खुद को बैठी तुम है। इस्लाम के सिपाही कहते हो, और इनको इस्लाम को तुम बदनाम कोई करते हो। कोई शर्म तुम्हारा हया खलीफा नहीं है, जो करीब से नेजाबाजी अला गुजरी हो। कुल्ला ते शरवानी पा ऐसी के गंदी कहता कि जुबान मैं है, इस्लाम का ऐसा गंदा सिपाही हूँ। अखलाक है, हर वक्त एक जना जना सामने लिखी जना। हुई उसको अरबी की इबारत और पढ़नी नहीं जिसने आती। जो खाया उससे होता है ना पहले वाला दिमाग पर खलीफा वही चीज कहता था चढ़ी कि होती है। आप लोगों ने 20 जना करोड़ ही बैतें हो आपके गई इर्द हैं। गिर्द पकता उस जैसा झूठा और इंसान मैंने खाते हो, दुनिया में नहीं और आपकी देखा। रगों में जना ही छोटे फिर रहा है। बच्चों के खून सामने आपका जो जना कि वाला है, फरिश्ते होते हैं वो झूठ बोलता था। आपके ऐसा रगों में लानती खून जना झूठा ही था। खून फिरता है, दिन उससे रात बड़ा जना, दिन खलीफा रात उससे जना बड़ा जना कर खलीफा रहे। कहता तौबा था कि अस्तगफुरुल्लाह। कुंवारियां मेरे इंतजार में अल्लाह बैठी तुम लोग हैं। हदायत दे, पर तुम हदायत एक के और काबिल बड़ा नहीं हो। खलीफा चूट चुताली वो मखलूक कहता जो था है कि अल्लाह मैं रहम कर दे तुम वो लोगों पर, अगर अल्लाह तो पेरिस में बेहतर जाके जानता है कि नंगी तुम औरतें रहम के देखता काबिल था, हो तो रहम कर दे, वरना गालियां जमीन रख के से तुम्हें शर्म गंदी नहीं आती मखलूक थी। को ए रब्बे दो जहां मिटा दे, असेंबली के जमीन अंदर से तुम्हारे सफाया खलीफा कर को दे, लितर ताकि प्यो जमीन प्यो के मुसलमानों में फेरे अमन हो उन्होंने जाए।
اور ادھر یہ اس کی گندی زبان نہیں مخلوق کھلتی تھا تھی، کہ زمین پر نہ باہر رہے جا جس کے نے تم گند پھیلایا باہر ہوا ہے جا کے زمین پر. تم توبہ توبہ پاکستان کو بدنام کرتے ہو. ایسے گندے. تمہارے جیسا اور کتا پاکستان حرامی کا کوئی نہیں دنیا میں ہوگا جو نمبر کیا اپنے ہے؟ ملک کو بدنام کرتا ہے. ہاں تمہارے جیسے پاکستان نمک حرام، تمہارے تم اعمال سے کی وجہ زیادہ سے دنیا نمک میں کون حرام سے میں نے نمبر اپنی پر ہے؟ زندگی میں نہیں دیکھا. باہر جا دنیا میں کے کون تم سے نمبر پر پاکستان ہے کے خلاف باتیں تمہارا کرتے ہو. پاکستان؟ تمہارا وہ جس کو شکورہ جا کے جس ٹرمپ کو کو تم نے شکایتیں لگا رہا اونچک تھا. لیا ہے. اس پاکستان جیسا تو قائد نمک اعظم تو حرام میں نے رحمدیوں کا دنیا تھا. میں نہیں دیکھا. باہر تم جا کے جو تم ظلم جو ڈالتے ہو، کانگریسی پاکستان کے گنڈے تھے، خلاف کانگریسی بھونکتے ہو. ملا، کانگریسی اگر گنڈے، انہوں نے تمہیں کسی نے پاکستان پر انگل دی قبضہ ہو تو کیا تم ہوا ہے. چپے کی شکایت لے کر پہنچ وہ جاتے ہو. ملا تمہارے جیسا شکایتی گنڈے جو دنیا میں نہیں بدماش ہوگا. جو کانگریسی تھے، اتنا قائد بڑا اعظم کو غفر اعظم شکایتی کہتے ٹٹو تھے، میں پاکستان کو نے اپنی بلوچستان پوری کہتے دنیا میں تھے. زندگی میں نہیں تم دیکھا. بڑے آگ باہر جا کے پاکستان کے بدبو تم ہمدرد، سے آتی گندی ہے. مخلوق، بہت باہر گندی جا کے مخلوق ہو، یورپوں بہت میں گندی تم نہاتے ہو مخلوق ہو. صاف پانیوں کے ساتھ، ایسی تمہارے اندر سے مخلوق ہم بدبو نے ختم آج نہیں تک ہوتی. نہیں پڑھی ہے، نہ ہم تاریخ میں تمہاری نہ بدبو کہیں سے پہچان کتابوں میں جاتے ہیں لکھی کہ ہوئی یہ ہے مرزوٹا ہے کہ اور جو یہ گدڑ گندی ہے. مخلوق اس وقت پیدا 10 ہو دفعہ گئی اور اپنے آپ کو پاکستان کی گدڑ گلی ماننے کوچوں میں والے یہ بندے، گندی ابھی یہ تیری حرام کی زبان بند پیداوار نہیں جو پھر ہوتی. رہی ہے تو تجھے تو ہم اللہ دوزخ کا ان دمبا کو سمجھتے زمین سے تھے. مٹا دے گی. تو اسلام دوزخ کی کا گدڑ بدنامی کا باعث نکلا بن گئے. ہیں. یہ اسلام پر بولے حملہ نا آور مقابلے ہیں. میں تبلیغ یہ دے شاہ پر رسول سکنے. اللہ صلی اللہ سٹی علیہ جا وسلم پتر، کی عزت پر سٹی حملے جا کر رہے سٹی ہیں. جا. یہ اور محمد تمہارا مصطفیٰ صلی اللہ علیہ وسلم اور کی تمہارا ناموس پر دین حملے کر یہ رہے ہیں. ہے، بہت پٹی گندی پٹی مخلوق، گئی گندی تعلیم، تین بہت گندی اسرے اتر تعلیم ہے. کی شیشی. یہ تمہارا دین بہت ہے. گندی آئی لو تعلیم ہے، یو، آئی بہت شیل گندی کم ود تعلیم یو. ہے، بہت گندی تعلیم ہے. خسم 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 او پچھو کال آگے تھلے لے آ پائی. خسم خسم تمہارا دین ہے. تمہارا دین ہے ڈپٹی کمشنر بنے گا، جلال اس کے پٹھے گھوڑوں کے پٹھے ڈالے گا. یہ تمہارا دین ہے. ملک صاحب بھوت گسم نیرا. گسم ہے، گسم گسم. گسم گسم خسم خسم بہت ایک ہی گندی شے ہے. مخلوق، بہت گندی مخلوق، بہت گندی تمہارے مخلوق، جیسی بہت گندی گندی اور مخلوق، مخلوق ٹونی میں نے نہیں بہت دیکھی. گندی. زمین پر بہت جو گند طوفن تمہارا ٹونی جو نے بھی خلیفہ طوفن ہے پھیلا ٹونی دیا نے وہ تم بھی لوگوں نے. ختم نبوت تمہارا والوں جو نے طوفن خلیفہ ہے پھیلا وہ دیا. توبہ توبہ مائک توبہ. پکڑ کے خطاب کر ایسی رہا دن ہوتا ہے، رات پتہ ہے وہ جناز ٹکے جناز گا نہیں جناز ہے. جناز کے سامنے علاوہ ان لکھی کے بھی پاس کچھ ہے قرآن ہی نہیں. پاک کی دن ایک رات آیت نہیں جناز پڑھ جناز سکتا، جناز. نہ اس کا کوئی حدیث پہ علم ہے. اول ہے چلا ہی گیا یہ آندا ہے اپنی تبلیغ دے شاپر سٹن. اینوں شاپر واپس پڑھ کے دے کے بھیج دے. ملک صاحب ہوں ٹرینڈ ہو گئے نا کہ بڑے حوالے سنا والے نے ملک بس ہوں صاحب ختم کے. ملک صاحب اور ٹونی نو بھی الہام ہویا پچک پچک. دیکھو میں تمہیں ایک گل دساں. دیکھو وہ ٹونی میرا پچک پچک استاد ہو بھی گیا ہے. ہے. ٹونی میرا استاد بھی رہا ہے، پر ہن گل سنن والی ہے تے اس دے تہ تک پہنچنا ہے. ہن ٹونی دی وہ گرپ نہیں رہی، وہ پکڑ نہیں رہی. اچھا ٹلی پی جاندی ہے. ایک گل دی تہ تک پہنچو. پہنچ تے گیا تو دسیا تے ہوں ہن وہ ٹلی پی پکڑ نہیں جاندی ہے. رہی. اس دی بڑا تیز بندہ سی، بڑا اچھا بولدا سی. ہن وہ پکڑ نہیں رہی، ٹھیلی ہو گئی. آج جدوں دی نسوار سامنے آئی ہے نا وہ پکڑ ختم ہو گئی ہے. ہاں کانے کھیرے کرانے سبزی منڈی جنا تے پھر کہنا کہ میں مربی بن گیا. غلط گل ہے. رجولیت کروائی سی انہوں نے. ہن انہاں دی وہ پکڑ نہیں رہی، جو مرضی کر لو. حالانکہ بیرون ملک جڑا ہے نا، میں تو خود مدرسہ بنا کے دیکھ لیتا ہے. یقین کرو بالکل مطلب کوئی اس دے بھی دو رائے نہیں. ایک تو سب تو پہلے تہاڈی گورنمنٹ بڑی ہیلپ کرتی ہے. تسی اگر 10 روپے لانے نا تو 10 ہی گورنمنٹ نال لگائے گی، کیونکہ انہاں دا محکمہ ہے نا. بعض کم از کم امریکہ دے وچ اس طرح ہی ہے. انہاں دا محکمہ ہے جڑا ہے نا اس چیز کو پروموٹ کردا ہے. تواڈے تو سود معاف کر دیں گے، انٹرسٹ فری ہو جائے گا. دوسرا تسی ایک واری اگر کال کرتے ہو نا فنڈ ریزنگ دی،
तो यकीन करो ऐसा ऐसा मुसलमान बैठा है, ऐसा ऐसा पाकिस्तानी बैठा है, ऐसा ऐसा इंडियन बैठा है मुस्लिम, ਤੁਸੀਂ ਸੋਚ ਨਹੀਂ ਸਕਦੇ। ਤੁਹਾਡੀ ਜੇਬਾਂ ਉਹ ਬੰਗਾਲੀ ਜਿਹੜੇ ਕਿਸੇ ਨੂੰ 2 ਰੁਪਏ ਦੇ ਕੇ ਰਾਜ਼ੀ ਨਹੀਂ, ਤੁਹਾਡੀ ਜੇਬਾਂ ਨੋਟਾਂ ਨਾਲ ਭਰ ਦੇਣਗੇ। ਉਹ 2-4 ਫੰਡ ਰੇਜ਼ਿੰਗ ਹੀ ਤੁਸੀਂ ਕਲੀਅਰ ਹੋ ਜਾਂਦੇ ਹੋ। ਉਸ ਤੋਂ ਬਾਅਦ ਬਲਕਿ ਈਵਨ ਤੁਹਾਡਾ ਪ੍ਰੋਫਿਟ ਸ਼ੁਰੂ ਹੋ ਜਾਂਦਾ। ਮੈਨੂੰ ਉਸ ਦਿਨ ਰਾਤ ਨੂੰ ਹੂੰ ਹੂੰ ਹਾਂ ਬਿਲਕੁਲ ਦੇ ਸਕਦੇ। ਸਭ ਤੋਂ ਪਹਿਲੇ ਤੁਸੀਂ ਬਣਾਉਂਦੇ ਹੋ ਇੱਕ ਕਾਰਪੋਰੇਸ਼ਨ। ਤੁਸੀਂ ਕੋਈ ਵੀ ਚੀਜ਼ ਅਗਰ ਆਕਸ਼ਨ ਤੋਂ ਪਰਚੇਸ ਕਰਨੀ ਹੈ ਨਾ, ਉਹ ਤੁਸੀਂ ਆਪਣੇ ਜ਼ਾਤੀ ਨਾਂ ਉੱਤੇ ਨਹੀਂ ਲੈ ਸਕਦੇ। ਤੁਹਾਡੀ ਕਾਰਪੋਰੇਸ਼ਨ ਹੋਏਗੀ, ਜਿਸ ਨੂੰ ਪਤਾ ਨਹੀਂ ਤੁਹਾਡੇ ਹੁਣ ਯੂਰਪਾਂ ਵਿੱਚ ਉਹਨੂੰ ਕੀ ਕਹਿੰਦੇ ਨੇ, ਬਰਲ ਇੱਥੇ ਹੁੰਦੀ ਹੈ ਕਾਰਪੋਰੇਸ਼ਨ LLC। ਠੀਕ ਹੋ ਗਿਆ। ਜਿਸ ਤਰ੍ਹਾਂ ਮੈਂ ਬਣਾਈ ਅਲਖੈਰ LLC, ਅਲਖੈਰੀ LLC, ਠੀਕ ਹੋ ਗਿਆ। ਇੱਕ ਕੰਪਨੀ ਬਣਾ ਦਿੱਤੀ। ਹੁਣ ਉਸਦਾ ਬਾਹਰ ਜਿਹੜਾ ਓਨਰ ਹੈ ਉਹ ਤਾਂ ਮੈਂ ਖੁਦ ਹਾਂ, ਲੇਕਿਨ ਉਹ ਇੱਕ ਕੰਪਨੀ ਹੈ, ਉਹ ਇੱਕ ਫਰਮ ਹੈ, ਠੀਕ ਹੈ। ਉਸਦਾ ਬੈਨੀਫਿਸ਼ਰੀ ਜਿਹੜਾ ਹੈ ਨਾ ਉਹੀ ਹੈ ਜਿਹੜਾ ਫਰਮ ਦਾ ਓਨਰ ਹੈ, ਲੇਕਿਨ ਉਹ ਇੱਕ ਟਰਸਟ ਹੈ। ਸਮਝ ਗਏ ਮੇਰੀ ਗੱਲ। ਉਸਨੂੰ ਕੋਈ ਵੀ ਟਰਾਂਸਫਰ ਵੀ ਕਰ ਸਕਦਾ ਹੈ, ਵੇਚ ਵੀ ਸਕਦਾ, ਸਭ ਕੁਝ ਕਰ ਸਕਦਾ ਹੈ। ਹੁਣ ਜੋ ਵੀ ਹੋਏਗਾ ਨਾ ਉਸ ਟਰਸਟ ਦੇ ਨਾਂ ਉੱਤੇ ਹੋਏਗਾ। ਅਗਰ ਉਹ ਬੈਂਕਰਪਟ ਹੋਏਗਾ ਤੇ ਉਹ ਟਰਸਟ ਹੋਏਗਾ, ਮੈਂ ਨਹੀਂ ਹੋਵਾਂਗਾ। ਉਹ ਸਾਰਾ ਕੁਝ ਉਸ ਟਰਸਟ ਦੀ ਜ਼ਿੰਮੇਦਾਰੀ ਉੱਤੇ ਜਾਏਗਾ, ਮੇਰੀ ਜ਼ਿੰਮੇਵਾਰੀ ਉੱਤੇ ਨਹੀਂ ਜਾਏਗੀ। ਹੂੰ ਕੋਈ ਨਹੀਂ। ਇਸ ਤੋਂ ਜ਼ਿਆਦਾ ਨਹੀਂ। ਬਿਲਕੁਲ ਉਹ ਵੀ ਬਚਾ ਲਿਆ। ਹੂੰ ਬਿਲਕੁਲ ਇਸ ਤਰ੍ਹਾਂ ਹੀ ਹੈ। ਉਸ ਦਿਨ ਰਾਤ ਦੇ ਟਾਈਮ ਤੇ ਮੈਨੂੰ ਕਾਲ ਆਈ ਕੋਈ 8-8:30 ਵਜੇ ਨਾ, ਤੇ ਇਸ਼ਾ ਦੀ ਨਮਾਜ਼ ਵਗੈਰਾ ਹੋ ਚੁੱਕੀ ਸੀ ਉੱਥੇ, ਕਿਉਂਕਿ ਮੇਰੇ ਘਰ ਤੋਂ 45-46 ਮਿੰਟ ਦੂਰ ਹੈ। ਤੇ ਉੱਥੇ ਇੱਕ ਇੰਡੀਅਨ ਲੜਕੇ ਨੇ ਕੁਛ 10-12 ਆਏ ਨੇ, ਕੁਛ 10-12 ਬੰਗਾਲੀ ਨੇ। ਉਹੀ ਮਦਰਸੇ ਨੂੰ ਸ਼ਾਮ 5 ਟਾਈਮ ਨਮਾਜ਼ ਦੇ ਲਈ ਖੋਲ੍ਹਦੇ ਨੇ, ठीक है, वही बंद कर दे। उन्होंने मैंने कॉल की थी, एक बंदे ने कहना जी वो मेरे पास किसी और का नंबर नहीं था, मैं गया था वहाँ बंद हो गया, असल में मैंने वहाँ पे कुछ सामान रखना है। मैं किड़ा समान है बच्चों लिए, मैं कहा ठीक है। यकीन करो ट्रालियां भरियां पानी, जूस, दुध, दुनिया जान दी ड्राई दुध नहीं होंदा जेह्ड़ा एवरीडे, ਉਹ ਪੱਤੀ ਦੇ ਪੈਕਟ, ਬੱਚਿਆਂ ਲਈ ਢੇਰ ਸਮਾਨ ਜਾ ਕੇ ਬੇਸਮੈਂਟ 'ਚ ਲੱਗ ਗਿਆ। ਪਤਾ ਨਹੀਂ ਕੌਣ ਸੀ ਕੌਣ ਨਹੀਂ, ਮੈਨੂੰ ਤਾਂ ਉਹਦਾ ਨੰਬਰ ਵੀ ਨਹੀਂ ਪਤਾ। ਲੋਕ ਇਸ ਤਰ੍ਹਾਂ ਦੇ ਜਾਂਦੇ ਨੇ। ਇਹ ਸਭ ਗਲਤ ਹੈ, ਇਹ ਸਭ ਝੂਠ ਹੈ कि जी बड़ी मजबूरी है, कोई मजबूरी नहीं है, बिजनेस है। बा खुदा खौफे खुदा ना होए तो इत्थों ही कारोबार स्टार्ट करा ना, ते तुहाडा भरा जनाब अली करोड़पति हो जाए ते अमरीका दे विच। ये ऐसा बिजनेस है, अगर कोई बेईमान बंदा है उस विच बहुत पैसा कमा सकता है। इसदे विच पैसे ही पैसे ने, इसदे विच लोग बहुत ज़्यादा पैसे देंदे ने। और माशाअल्लाह जिहड़ी साडे घर दे कोल जिथे मैं रहना, मेरे इर्द गिर्द 4 बड़ी मसाजिद ने और बहुत बड़ी मस्जिदां ने, छोटी मोटी नहीं, बहुत बड़ियां। जिथे इशा दे टाइम, हालांकि सब तो समझ लो या जोर दा टाइम कह लो, सब तो डेड टाइम होंदा है। जोर दे टाइम भी ना कम अज कम भी 50-40-50 बंदा होंदा है नमाज विच। और पाकिस्तानी फिर थोड़ी बहुत
ਡੰਡੀ ਮਾਰਦੇ ਨੇ, ਕਾਰ ਪੜ ਲੈਂਦੇ ਨੇ। ਲੇਕਿਨ ਜਿਤਨੇ ਯਮਨੀ ਨੇ ਜਾਂ ਜਿਤਨੇ ਅਰਬੀ ਨੇ ਉਹ ਕਦੇ ਵੀ ਨਮਾਜ਼ ਕਾਰ ਨਹੀਂ ਪੜ੍ਹਦੇ। ਉਹ ਪਤਾ ਹੀ ਕਰਦੇ ਨੇ, ਫਟਾਫਟ ਜਾਂਦੇ ਨੇ, ਉੱਥੇ ਹੀ ਵਜ਼ੂ ਕੀਤਾ, ਉੱਥੇ ਹੀ 4 ਫਰਜ਼ ਜਮਾਤ ਦੇ ਨਾਲ ਪੜ੍ਹੇ। ਅਗਰ ਇੱਕ ਜਮਾਤ ਗੁਜ਼ਰ ਗਈ ਤਾਂ ਦੂਸਰੀ ਉਹ ਆਪਣੀ, ਉਹ ਕੱਲਿਆਂ ਵੀ ਨਹੀਂ ਪੜ੍ਹਦੇ, ਉਹ ਪੜ੍ਹਦੇ ਵੀ ਜਮਾਤ ਦੇ ਨਾਲ ਨੇ। ਯਾਨੀ ਕਿ 2 ਬੰਦੇ ਨੇ 2 ਬੰਦੇ ਜਮਾਤ ਕਰਾ ਲੈਣਗੇ, 3 ਕਰਾ ਲੈਣਗੇ। ਜਮਾਤ ਅਗਰ ਗੁਜ਼ਰ ਗਿਆ ਨਾ ਪਿੱਛੇ, ਉਹ ਆਪਣੀ ਜਮਾਤ ਖਿਲਾਰ ਲੈਣਗੇ। ਠੀਕ ਹੈ ਨਾ। ਫਟਾਫਟ ਉਹ ਸਿਰਫ ਪੜ੍ਹਦੇ 4 ਫਰਜ਼ ਨੇ, 4 ਫਰਜ਼ ਪੜ੍ਹੇ ਦੁਬਾਰਾ ਕੰਮ ਤੇ। ਯਾਨੀ ਕਿ ਜੋ ਹੀ ਨਮਾਜ਼ ਦਾ ਟਾਈਮ ਹੁੰਦਾ ਨਾ, ਉਹਨਾਂ ਦੀ ਉਂਗਲੀ ਸਿੱਧੀ ਕੰਪਿਊਟਰ 'ਤੇ ਹੁੰਦੀ ਹੈ ਕਿ ਮਸਜਿਦ ਢੂੰਡੀ ਹੈ। ਅਸੀਂ ਲੋਕ ਕੀ ਕਰਦੇ ਹਾਂ ਕਿ ਘਰਾਂ 'ਚ ਪੜ੍ਹ ਲੈਂਦੇ ਹਾਂ ਜਾਂ ਨਹੀਂ, ਸੁਸਤੀ ਕਰਦੇ ਨਹੀਂ ਜਾਂਦੇ। ਇਹ ਬਗੈਰ ਮਸਜਿਦ ਤੋਂ ਨਮਾਜ਼ ਵੀ ਨਹੀਂ ਪੜ੍ਹਦੇ, ਮਸਜਿਦ ਹੀ ਪੜ੍ਹਦੇ ਨੇ। ਇਹਨਾਂ ਦਾ ਤਾਂ ਖਾਤਾ ਹੀ ਕੋਈ ਨਹੀਂ। ਇਹਨਾਂ ਦਾ ਤਾਂ ਜੁਮੇ ਵਾਲੇ ਦਿਨ ਮਸਜਿਦ ਖੁੱਲਦੀ ਹੈ, ਬਾਕੀ 5 ਟਾਈਮ ਇਹ ਮਸਜਿਦ ਨਹੀਂ ਖੁੱਲਦੀ, 5 ਟਾਈਮ ਬੰਦ ਰਹਿੰਦੀ ਹੈ। ਜੁਮੇ ਵਾਲੇ ਟਾਈਮ ਖੁੱਲਦੀ ਹੈ ਤੇ ਕਿਤਨੇ ਕੋਈ 8 ਜਾਂ 10 ਬੰਦੇ ਹੁੰਦੇ ਨੇ ਜੁਮੇ ਦੇ ਟਾਈਮ। ਤੇ ਖੁਤਬਾ ਕੌਣ ਦੇ ਰਿਹਾ? ਇਹ ਹਜ਼ੂਰ ਦਾ ਖੁਤਬਾ ਉੱਥੇ ਹੀ ਲਾ ਦਿੰਦੇ ਨੇ ਜਨਾਬ, ਉਹ ਮਿਰਜ਼ੇ ਮਸਰੂੜੇ ਦਾ। ਉਹ ਉਸੇ ਵਿੱਚ, ਕਿਉਂਕਿ ਖੁਤਬਾ ਹੁੰਦਾ ਹੈ ਅਰਬੀ ਦੇ ਵਿੱਚ, ਔਰ ਉਸਦੀ ਬੜੀ ਅਹਿਮੀਅਤ ਹੈ। ਮਤਲਬ ਜਿਸ ਤਰ੍ਹਾਂ ਸਾਡੇ ਇਮਾਮ ਸਾਹਿਬ ਨੇ ਨਾ, ਉਹਨਾਂ ਨੂੰ ਪਤਾ ਹੈ ਕਿ ਜੀ ਉਹ ਅਰਬੀ ਨੇ। ਉਹਨਾਂ ਨੂੰ ਪਤਾ ਹੈ ਕਿ ਜਿਤਨੇ ਵੀ ਲੋਕ ਆਉਂਦੇ ਨੇ ਇਹਨਾਂ 'ਚੋਂ ਕਈ ਜਿਹੜੇ ਨੇ ਉਹ ਪਾਕਿਸਤਾਨੀ ਨੇ, ਕਈ ਇੰਡੀਅਨ ਨੇ, ਬੰਗਲਾਦੇਸ਼ੀ ਨੇ, ਨਾਈਜੀਰੀਅਨ ਨੇ, ਮਤਲਬ ਮੁਖਤਲਿਫ ਇਲਾਕਿਆਂ ਦੇ ਨੇ। ਠੀਕ ਹੋ ਗਿਆ। ਅਤੇ ਉਹ ਜਿਸ ਟਾਈਮ ਖੁਤਬਾ ਦਿੰਦੇ ਨੇ, ਪਹਿਲੇ ਉਹ ਦਿੰਦੇ ਨੇ ਸਾਰਾ ਅਰਬੀ ਦੇ ਵਿੱਚ, ਫਿਰ ਉਸ ਖੁਤਬੇ ਦੀ ਟਰਾਂਸਲੇਸ਼ਨ ਕਰਦੇ ਨੇ ਇੰਗਲਿਸ਼ ਦੇ ਵਿੱਚ, ਜੇ ਉਹਨਾਂ ਨੂੰ ਅਰਬੀ ਪੜ੍ਹਨੀ ਆਉਂਦੀ ਹੈ। ਹੁਣ ਮਿਸਾਲ ਦੇ ਤੌਰ 'ਤੇ ਅਗਰ ਇਹਨਾਂ ਦੇ ਵਿੱਚੋਂ ਕੋਈ ਹੋਏਗਾ, ਤੁਸੀਂ ਇੱਥੇ ਦੇਖ ਹੀ ਲਿੱਤਾ ਹੈ ਟੈਕਸੀ ਗਰੁੱਪ, ਇਹ ਇਸੇ ਤਰ੍ਹਾਂ ਹੀ ਖੁਤਬਾ ਦਿੰਦੇ ਨੇ। ਇਹਨਾਂ ਵਿੱਚ ਵੀ ਖੜਾ ਹੋ ਜਾਂਦਾ ਅਤੇ ਕਹਾਣੀ ਕੋਈ ਸੁਣਾ ਦਿੰਦਾ ਅਤੇ ਕਹਿੰਦਾ ਜੀ ਖੁਤਬਾ ਹੋ ਗਿਆ, ਚਲੋ ਜੀ। ਹਾਲਾਂਕਿ ਖੁਤਬਾ ਤਾਂ ਮੇਨ ਰੁਕਨ ਹੈ ਜੁਮੇ ਦਾ। ਇੰਨਾ ਅੰਜ਼ਲਨਾ ਯਾਨੀ ਕਿ ਅੰਜ਼ਲਨਾ। ਇਹਨਾਂ ਨੂੰ ਖਲੀਫੇ ਨੂੰ ਖੁਤਬਾ ਨਹੀਂ ਦੇਣਾ ਆਉਂਦਾ ਤੇ ਬਾਕੀ ਤਾਂ ਦੂਰ ਦੀ। ਅੱਛਾ, ਹਾਂ ਹਾਂ, ਐ ਨਹੀਂ ਲਿਖਿਆ ਹੋਇਆ। ਤੁਸੀਂ ਦੇਖੋ ਕਿ ਇਹ ਗੱਲਾਂ ਕਰਦੇ ਨੇ ਨਾ, ਅਸੀਂ ਬੜੀ ਕੋਈ ਕਰ ਰਹੇ ਹਾਂ। ਮੁਸਲਮਾਨ ਜਿਹੜੇ ਨੇ ਉਹ ਤੜਾ ਤੜ ਬਾਹਰ ਦੇ ਮੁਲਕਾਂ ਦੇ ਵਿੱਚ ਚਰਚਾਂ ਨੂੰ ਖਰੀਦ ਕੇ ਮਸਜਿਦਾਂ ਦੇ ਵਿੱਚ ਕਨਵਰਟ ਕਰੀ ਜਾ ਰਹੇ ਨੇ। ਠੀਕ ਹੋ ਗਿਆ। ਹੁਣ ਕੋਈ ਉਸਦੇ ਵਿੱਚ ਇਤਨਾ ਕੋਈ ਖਾਸ ਕੋਈ ਫਰਕ ਨਹੀਂ ਹੁੰਦਾ। ਠੀਕ ਹੈ ਨਾ। ਜਿਸ ਤਰ੍ਹਾਂ ਇਹ ਕਹਿੰਦੇ ਨੇ ਜੀ ਅਸੀਂ ਇਹ ਤਾਂ ਨਾਂ ਬਹੁਤ ਲੈਂਦੇ ਨੇ ਨਾ ਕਿ ਅਸੀਂ ਬੜਾ ਕੁਝ ਕਰ ਰਹੇ ਹਾਂ। ਮੁਸਲਮਾਨ ਜਿਹੜੇ ਨੇ ਚੁੱਪ ਚੁਪੀਤੇ ਨਾ ਨਾਂ ਲੈਂਦੇ ਨਾ ਜ਼ਿਕਰ ਕਰਦੇ ਨੇ, ਤੁਹਾਨੂੰ ਪਤਾ ਲੱਗਦਾ ਹਾਂਜੀ ਇੱਥੇ ਮਸਜਿਦ ਆਬਾਦ ਹੋ ਗਈ। ਠੀਕ ਹੋ ਗਿਆ। ਹੁਣ ਮਸਜਿਦ ਆਬਾਦ ਹੋਈ ਹੈ, ਹੁਣ ਉਸਦੇ ਲਈ ਅਗਲੇ ਉੱਥੇ ਬਾਕਸ ਬਣਾ ਦੇਣਗੇ, ਲੋਕ ਜੁਮਾ ਪੜ੍ਹਨ ਆਉਣਗੇ। ਕੋਈ 20 ਪਾਏਗਾ, ਕੋਈ 30 ਪਾਏਗਾ, ਕੋਈ 100 ਪਾਏਗਾ, ਕੋਈ 200 ਪਾਏਗਾ। ਕੋਈ ਇੱਕ ਅੱਧਾ ਵਿੱਚ ਐਸਾ ਆਏਗਾ ਜਿਹੜਾ ਢੂੰਡ ਰਿਹਾ ਹੁੰਦਾ ਆਲਰੇਡੀ ਕਿ ਕਿਸੇ ਜਗ੍ਹਾ ਤੇ ਪੈਸੇ ਨਹੀਂ ਜ਼ਰੂਰਤ, ਕੋਈ ਲੱਖ ਰੁਪਇਆ ਪਾ ਜਾਏਗਾ, ਕੋਈ $50,000 ਪਾ ਜਾਏਗਾ। ਬੜੇ ਬੜੇ ਲੋਕ ਨੇ, ਯਕੀਨ ਕਰੋ 10 ਤੋਂ 15 ਮਿੰਟ ਲੱਗਦੇ ਨੇ ਲੱਖ 1.5 ਲੱਖ ਇਕੱਠਾ ਕਰਨੇ। ਯਕੀਨ ਕਰੋ 10-15 ਮਿੰਟ ਟੋਟਲ ਲੋਕ ਇੰਨਾ ਪੈਸਾ ਮਾਸ਼ਾਅੱਲਾ ਦੇ ਦਿੰਦੇ ਨੇ ਮਸਜਿਦ ਦੇ ਨਾਂ 'ਤੇ। ਲੋਕਾਂ ਨੇ ਤਾਂ ਕਦੀ ਵੀ ਨਹੀਂ ਕਿਹਾ ਕਿ ਨਹੀਂ ਜੀ ਇੰਜ ਨਹੀਂ ਉਂਝ ਨਹੀਂ। ਹਾਂ, ਇਹ ਤਾਂ ਗੱਲ ਹੈ। ਕਹਿਣ ਦਾ ਮਕਸਦ ਹੈ, ਕਹਿਣ ਦਾ ਮਕਸਦ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਲੋਕ ਕਰਦੇ ਨੇ ਨਾ, ਜਿਹੜੇ ਸਹੀ ਮੁਸਲਮਾਨ ਨੇ, ਖਾਸ ਤੌਰ 'ਤੇ ਅਰਬ ਮੁਲਕਾਂ ਦੇ ਵਿੱਚੋਂ, ਜਾਂ ਅੱਜ ਕੱਲ੍ਹ ਦੇਖੋ ਅੱਛੀ ਪੋਸਟਾਂ 'ਤੇ ਵੀ ਹੈ ਨੇ। ਇਹ ਵੀ ਨਹੀਂ ਕਿ ਕੋਈ ਸਾਰੇ ਇੰਜ ਹੀ ਨੇ। ਬੜੇ ਬੜੇ ਯਮਨੀ ਜਿਹੜੇ ਨੇ ਖਾਸ ਤੌਰ 'ਤੇ, ਇਹ ਬੜੀ ਬੜੀ ਅੱਛੀ ਪੋਸਟਾਂ 'ਤੇ ਵੀ ਨੇ, ਔਰ ਬਿਜ਼ਨਸਮੈਨ ਬਹੁਤ ਨੇ, ਬੜੇ ਟੌਪ ਦੇ ਬਿਜ਼ਨਸ ਨੇ ਇਹਨਾਂ ਦੇ। ਮਲਕ ਸਾਹਿਬ, ਤੁਸੀਂ ਨਾ ਇੱਕ ਦਰਖਾਸਤ ਹੈ ਤੁਹਾਡੇ ਅੱਗੇ ਕਿ ਜੀ ਤੁਸੀਂ ਨਵੇਂ ਤੋਂ ਨਵੇਂ ਟਾਸਕ ਫੜ ਲੈਂਦੇ ਹੋ। ਇਰਾਬ ਵਾਲਾ ਟਾਸਕ ਤੁਹਾਡਾ ਵਿੱਚੇ ਪਿਆ, ਤੁਸੀਂ ਅੱਗੋਂ ਗਿਣਤੀ ਤੇ ਸ਼ੁਰੂ ਹੋ ਗਏ। ਪਲੀਜ਼ ਯਾਰ ਕੋਈ ਇਰਾਬ ਤੇ ਵੀ ਕੰਮ ਕਰੋ। ਇਰਾਬ 'ਤੇ ਵੀ ਮੈਂ ਕੰਮ ਕਰ ਰਿਹਾ ਵਾਂ। ਔਰ ਇਹ ਜਿਹੜਾ ਹੈ ਨਾ ਨਵਾਂ ਜਿਹੜਾ ਇਲਾਮ ਕੱਲ੍ਹ ਮਿਲਿਆ ਹੈ
محمد حسین ڈپٹی کمشنر بنے گا اور جلال اس کے گھوڑے کو پٹھے ڈالے گا، اس دی تحقیق بھی میں کر رہا ہوں، کیونکہ اس اتنے بہت بڑا جھوٹ بولیا گیا ہے کہ یہ تو جس کل عامر بھائی نے اعلان پڑھ کے جلے سنایا ہے نا، ہاں میں تو سن رہا سا وہ ڈپٹی کمشنر بنے گا تو فلانا بندہ گھوڑے نو پٹھے پائے گا، پتہ نہیں ہوں یہ اعلان اللہ اللہ ہی جاندا ہے یار کس طرح دا اعلان ہے، ماشاء اللہ۔ یہ ہن تے دا مطلب ہے ملک صاحب 3 کام تواڈے ذمہ ہو گئے۔ ہاں یار ایک منٹ خاموش ہو سارے، سنو 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 سارے خاموش ہو سنو۔ آواز نہیں آ رہی، اور بھائی جی آواز نہیں آ رہی۔ یہ ملک صاحب تم ٹاسک بہت مل جانے لگے تو آہستہ آہستہ، لیکن پہلے ٹاسک ترتیب نال رکھو۔ ہاں بس ہوں جڑا نا یار سارے خاموش ہو، ربی صاحب گل کر رہے ہیں پلیز یار، کوئی نہ بولے، اپنے مائک میوٹ رکھو سارے پلیز، اچھا کرو آواز۔ سارے چپ ہو جاؤ نا پلیز۔ اچھا یہ درست لیٹر اس طرح سے، اچھا جی جی آپ تبلیغ کرتے ہیں؟ میں تو کوشش کرتا ہوں کوئی بات جو مجھے پتہ ہو میں سوشل میڈیا پر بیان کرنے کی کوشش کرتا ہوں، لیکن یہ جب سے لیٹر آیا اس وقت سے میں تو اوائڈ کرتا ہوں، تاکہ کیونکہ میں کوئی ایسی وائلیشن نہ کروں جس سے کم از کم جو ہے نا میں کسی بھی زد میں آ جاؤں، تو بس اسی لیے میں کافی کشمکش میں تھا، تو میں نے کہا کہ میں اس کو میک شور کر لوں تاکہ کوئی غلطی نہ میں کر بیٹھوں۔ جی جی لیکن آپ جرمنی میں تو نہیں ہوتے؟ نہیں میں یو ایس میں ہوں، یو ایس میں ہوں۔ آپ یو ایس میں؟ جی 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 ٹھیک ہے، تو یہ جو لیٹر ہے یہ تو جرمنی والوں کے لیے ہے؟ اچھا صرف جرمنی والوں کے لیے ہے؟ نہیں کہنے کا مطلب ہے جو لیٹر جس لیٹر کی آپ بات کر رہے ہیں جی جی وہ سوشل میڈیا کی کمیٹی کی طرف سے جاری ہوا ہے، اچھا اچھا جو اچھا جرمنی کی سوشل میڈیا کمیٹی ہے۔ اوکے 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 اوکے، تو اس پر پورے باقی لوگوں کے لیے تو نہیں ہے پابندی کہ یو ایس میں، کینیڈا میں یا دیگر ہمارے جو بھائی؟ نہیں نہیں اس حوالے سے آپ اپنے جو آپ کے امیر صاحب ہیں نا جی جی یا آپ کے جو مشن انچارج صاحب ہیں ان سے رابطہ کریں۔ اوکے، میں نے ان سے رابطہ کرنے کی کوشش کی تھی، لیکن انفارچونیٹلی میں نے ان کو میسج کیا تھا کہ میں آپ کو کال کرنا چاہ رہا ہوں، وہ شاید بزی ہوں گے یا ان سے رابطہ نہیں ہوا، تو انشاءاللہ خود ہی جاؤں گا۔ اصل میں تھوڑا سا دور ہوں اپنے گھر سے کوئی بزنس کی وجہ سے، تو انشاءاللہ میں کوشش کروں گا سنڈے یا جو سیٹرڈے آپ سنڈے۔ کی مقامی صورتحال ہے نا اس کا تو مجھے نہیں اس طرح سے پتہ، اچھا اچھا آپ اپنے جو نیشنل امیر صاحب ہیں کیونکہ یہ جو لیٹر ہے جی جی یہ تو جماعت جرمنی کے لیے ہے، اور اوکے، یہ جرمنی کی سوشل میڈیا کمیٹی کی طرف سے جاری ہوا ہے۔ اچھا 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 ہاں ٹھیک ہو گیا۔ آپ تو اگر یو ایس میں ہیں تو اس پر جو ہمارے بھائی، کیونکہ کافی سارے دوست ہیں، رشتہ دار بھی ہیں، تو وہ یہ کہہ رہے ہیں کہ نہیں یہ کسی نے اے آئی سے جنریٹ کیا ہے، اس میں کوئی حقیقت نہیں ہے، ایسا ہمارے پاس تو کوئی لیٹر نہیں ہے، یہ کسی نے جھوٹ اور فراڈ کی وجہ سے نا یہ فلوٹ کر دیا مارکیٹ میں، اور اس سے کوئی حقیقت نہیں ہے۔ تو میں نے کہا بھائی یہ مجھے نہیں لگتا، تو یہ ہے تو آئی تھنک یا ان کو خبر نہیں ہوگی اس بات کی۔ نہیں آپ کے رشتہ دار یہاں جرمنی میں ہوتے ہیں جن کی آپ بات کر رہے ہیں؟ جی 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 فرینکفرٹ میں۔ ہاں یعنی یہ لیٹر ٹھیک ہے جس طرح سے ہے۔ اچھا اچھا اچھا، تو اس کی وجہ مطلب مجھے سمجھ نہیں آئی، کیونکہ ہمارے سوشل میڈیا پر تو کچھ دوست ایسے ہیں جو جو تبلیغ و تدریس کا آپ نے کام حضور کرتے ہیں۔ اقدس کا جو 12 دسمبر کا خطبہ تھا اس کو سنا ہے؟ جی میں نے سنا تھا، اس میں تو بڑا انہوں نے کیٹیگوریکلی، میں وہی عرض کر رہا تھا کہ اس میں تو کیٹیگوریکلی انہوں نے کہا تھا کہ اس طرح کی رپورٹس ان کے پاس آ رہی ہیں۔ جی جی بالکل، اور اس لیٹر میں وہی کہنے حضور اقدس کی جو ہدایات ہیں یا ارشادات ہیں جی انہی کو کوٹ کیا گیا ہے۔
और तो उसमें कुछ ज़्यादा है नहीं। जी 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 जी। लेकिन रजिस्ट्रेशन कैसे उसी करवाई जाएगी? जो बंदा तबलीग तदरीस का काम करता है वो कैसे रजिस्टर्ड करवाएगा खुद को आके? मोहतरम जो जो मुझे नहीं पता, आप तो यूएस में रहते हैं ना, जी आप जी यूएस की जो आपकी जो टीम है, सोशल मीडिया की कमेटी है, उनसे रब्ता करें, जी जी। और जो यहाँ पे उनसे कह दें कि वो मुतलका शोबा से रब्ता कर लें। ठीक है। अब मैं आपको बताऊंगा आगे, फिर आप अपने अजीज़ वकार को बताएंगे, इस तरह तो फायदा नहीं। जी जी अगर आप अपने हवाले से पूछ रहे हैं, आप वहाँ की जो सूरत हाल है उसको देखते हुए अपनी जो मुतलका कमेटियाँ बननी है उनसे रब्ता कर लें। ओके। और जो यहाँ दोस्त आप बता रहे हैं फ्रैंकफर्ट में आपके अजीज दोस्त हैं, एमडी जी हैं, जी जी जी। तो आप उनसे फिर उनको कह दें कि वो हमारे शोबे से रब्ता कर लें। मैंने उनसे कहा मैं उन्हीं को मैंने सबसे पहले फ़ोन किया था। मैंने कहा यार ये आया व्हाट्सएप ग्रुप्स में भी है और सोशल मीडिया पे भी है, तो इसमें उसने कहा नहीं इसमें कोई हकीकत नहीं है। मैंने कहा आपने मेक श्योर किया? कहते जब है ही नहीं इसमें, तो ये लेटर की जो तहरीर है इसका मतन ही बता रहा है कि इसमें कोई हकीकत नहीं है, तो फिर इसको तहकीक करने का फ़ायदा। तो इसलिए मैंने ख़ुद से ये सोचा कि चलो मैं ख़ुद ही फ़ोन कर लेता हूँ। मैंने तो उनको फ़ोर्स किया था कि भाई आप फ़ोन कर लो या आप कम से कम जाके पूछ लो, तो उसने कहा नहीं ये लग ही रहा है इसका मतन ही ठीक नहीं है, तो इसलिए इतना बॉदर करने की ज़रूरत नहीं है किसी को। तो मैंने कहा चलो ठीक है। तो फिर मैंने कोशिश की, मैं कहा चले मैं खुद ही अपने तौर पर फ़ोन कर लेता हूँ और मेक श्योर कर लेता हूँ। हाँ, वो जो आपसे वहाँ जो रब्ता करें वो यूएस, तो यहाँ जो फ्रैंकफर्ट, अगर फ्रैंकफर्ट में रहते हैं, जो जमात जर्मनी का जो हेडक्वार्टर फ्रैंकफर्ट में ही है, जी जी तो वो फ्रैंकफर्ट आके रब्ता कर लें, कोई इतना मसला तो नहीं होना चाहिए वैसे। बिल्कुल ठीक। और अच्छा वैसे भी एक अब मुझे नहीं पता एग्जैक्ट आप किस लेटर की किस बात कर रहे हैं, क्योंकि लेटर तो अभी तो आपने मुझे मोटा मोटा बताया ना कि उसमें फलां फलां चीज लिखी है, मुझे ये तो नहीं पता कि एग्जैक्ट किस लेटर की बात हो रही है, या तो लेटर आपके सामने हो। मैं आपको बताता हूँ ना कि एक मिनट मैं पुल करता हूँ लेटर। मेरे पास है व्हाट्सएप में, मुझे भेजा था। अच्छा वो इस तरह था, उसमें ये था कि सोशल मीडिया में जो जमात अहमदिया के मुबल्लिग जो तबलीग का काम कर रहे हैं, वो जमात की तालीम सही तरीके जो सही है वो उस तरह पेश नहीं करते और गलत मौक़िफ़ पेश करते हैं। इस वजह से उनको बाज़ रखा गया है कि वो इस तरह का काम ना करें, और अगर वो कोई साहब करना चाहते हैं तो वो अपने आप को रजिस्टर्ड करवाएं और फिर ये काम करें। ये उसके मतन की मोटी मोटी जो है ना, मैं बल्कि आप कहते हैं तो मैं पढ़ के भी सुना देता हूँ। एक मिनट। जमात अहमदिया के जो मुबल्लिग है, ये तो नहीं हो सकता, ये लेटर गलत है, दुरुस्त नहीं है जिसकी बात कर रहे हैं। नहीं, मुबल्लिग की बात मतलब जो लोग सोशल मीडिया पर तबलीग का काम कर रहे हैं, हाँ, मतलब लेकिन आप रैंडम। जो भी जिक्र कर रहे थे वो आप तो मुबल्लिग कह रहे थे ना कि उसमें मुबल्लिग का जिक्र है। उसमें तबलीग करने वाले जो लोग तबलीग करते हैं जमात की सोशल मीडिया के ऊपर। हाँ। मेरे पास एक मिनट, मैं लेटर पढ़ के आपको सुनाता हूँ। एक मिनट होल्ड रखिएगा प्लीज़ जी। वो लेटर भेजोगे तो कोल मेरे को उधर माइक म्यूट किया है, जल्दी करो। मैं आपको पढ़ के सुना। मुरब्बी साहब जी आपकी आवाज आ जी, रही है। इसमें यह है मुकर्रम मोहतरम। जी। जी मैं ये अर्ज़ कर रहा हूँ, मुकर्रम मोहतरम सदरान जमात लोकल अमीर और मुरब्बियान सिलसिला, अस्सलाम वालेकुम रहमतुल्लाहि व बरकात। उम्मीद है आप अल्लाह ताला के फजल से खैरियत से होंगे। अल्लाह ताला आपको एक लंबी और फ़ाल ज़िंदगी से नवाज़े, आमीन। जैसा कि आप जानते हैं कि हजूर अनवर अय्यदुल्लाह ताला बिन नसर अल अज़ीज़ ने कई बार इस तरफ तवज्जो दिलाई है कि अहमदी मुसलमान सोशल मीडिया पर अपने बाज़ रवैयों की वजह से जमात की गलत तस्वीर पेश कर देते हैं। अफसोस के साथ कहना पड़ता है कि इस तर्ज अमल में इजाफ़ा आ रहा है। इसलिए आपसे दरख्वास्त है कि अपनी अपनी जमातों में इस किस्म की सरगर्मियों पर ख़ास तवज्जो दें। अगर आपको इस तरह का कोई अमल ख़ास तौर पर लाइव मुबाहिसों के हवाले से नज़र आए तो प्रोग्राम तो बराह करम फ़ौरन उसके बाद उन्होंने उसका जमात अहमदिया का एक वो दिया हुआ है
تبلیغی ویب سائٹ کا ایڈریس پر متعلقہ لنکس یا ریکارڈنگ کے ساتھ اطلاع کر دیں۔ علاوہ ازیں اب آن لائن مباحثوں میں حصہ لینے کے لیے پھر اس کے بعد وہی ایڈریس دیا گیا ہے سوشل میڈیا کا، تبلیغی @احمدیہ کا جو ایڈریس ہے، پر پہلے رجسٹریشن لازمی ہے۔ جرمنی سے ہر داعی اللہ جو آن لائن پلیٹ فارمز پر غیر احمدیوں کے ساتھ لائیو مباحثہ کرنا چاہتے ہیں، اس کے لیے ضروری ہے کہ وہ رجسٹریشن کروائے اور اپنی مقامی مربی سلسلہ کے ساتھ مکمل تعاون کرے۔ جو افراد ان ہدایات کے خلاف عمل کریں گے ان سے جماعت لا تعلقی کا اعلان کرتی ہے۔ اللہ تعالی ہمیں ہمارے پیارے امام حضرت امیر المومنین اید اللہ تعالی بنصر العزیز کی توقعات پر پورا اترنے کی توفیق فرمائے، نیز آپ اید اللہ تعالی بنصر العزیز کی ہدایت پر عمل کرنے کی توفیق عطا فرمائے۔ جزاکم اللہ حسن الجزا و السلام و خاصر حضرت حافظ فرید احمد خالد، چیئرمین سوشل میڈیا کمیٹی جرمنی۔ یہ ہے سر لیٹر۔ جی جی ہاں جی، یہ لیٹر یہ درست ہے لیٹر؟ بس جزاک اللہ، بس یہی میں نے کنفرم کرنا تھا۔ میں نے اس سے پہلے وہ حافظ فرید صاحب کو بھی کال ملائی تھی تو ان کی بھی بیچ میں کال آ رہی تھی، تو بہت شکریہ آپ کا، بڑی مہربانی، تھینک یو سو مچ، اور آپ نے جو ٹائم دیا اس کا بھی بہت شکریہ، جزاک اللہ خیر۔ آپ کا اس میں گرامی کیا ہے؟ میرا نام حسین یوسفی میرا نام ہے، میں یو ایس میں رہتا ہوں۔ حسین یوسفی؟ جی جی اس میں رہتے ہیں؟ جی جی ٹھیک ہے۔ جو آپ کے جو عزیز دوست رشتہ دار ہیں نا، جو ان کی آپ بات کریں کہ وہ تبلیغ کرتے ہیں، وہ سوشل میڈیا پہ تبلیغ کرتے ہیں؟ جی، سوشل میڈیا پر، ٹک ٹاک پر اور یوٹیوب پر، خاص طور پر ٹک ٹاک کے اوپر بہت زیادہ ہے۔ جی جی تو انہوں نے کیا اپنے مقامی مربی صاحب سے رابطہ کر کے یہ پتہ کروا لیا؟ میں نے تو ان سے پتہ کیا تھا یہاں پہ سوشل میڈیا پر بھی، اور ان کو فون بھی میں نے کیا تھا، اس نے کہا یہ جھوٹ ہے، ایسا کوئی لیٹر جاری ہوا ہی نہیں۔ انہوں نے مجھے یہ کہا، میں ان کے نام اگر کہتے ہوں تو وہ بھیج سکتا ہوں، لیکن اگر آپ میرا نام نہ بتائیں کسی کو بھی، کسی قسم کی میری نام تشہیر ہو، تو میں ان کی ڈیٹیل ساری آپ کو ان کی جو سوشل میڈیا پر آئی ڈیز ہے وہ بھی بتا سکتا ہوں، کیونکہ میں یہ چاہتا ہوں کہ غلط موقف نہ جائے جماعت کے والے سے۔ یہ خاص طور پر گالیاں اور بہتان درازی، ایک دوسرے کو تھریٹ کرنا، یہ میں اس چیز کو نہیں، تو اگر آپ سمجھتے ہیں تو میں آپ کو ان کے نام، ان کی آئی ڈیز، ان کی ڈیٹیلز میں دے سکتا ہوں، ایون میرے پاس جو فون نمبر ہے وہ بھی دے سکتا ہوں۔ اور آپ ہی کرتے ہیں تبلیغ؟ میں تو سر آپ کو پتا ہے میں سننے والا ہوں، میں کوئی اتنی زیادہ بات نہیں کرتا، لیکن سنتا ہوں، لیکن کبھی کبھی کچھ ہلکی پھلکی گفتگو میں حصہ لے لیتا ہوں، لیکن بس اتنا ہی جتنا مجھے علم ہے، بہت زیادہ میں گفتگو نہیں کرتا۔ آپ کہاں کرتے ہیں تبلیغ یا گفتگو؟ سم ٹائم ٹک ٹاک پر، سم ٹائم میں تبلیغ نہیں اس کو آپ کہہ سکتے، لیکن کبھی کسی گفتگو میں حصہ لے لیا مباحثے میں، بس وہ بھی بہت زیادہ نہیں، بس جتنا مجھے علم ہے ہلکی پھلکی بات کر لی، بس اس سے زیادہ میں نہیں، زیادہ میں سنتا ہوں خاموشی سے۔ جی ٹھیک ہے۔ تو کہاں کرتے ہیں؟ آپ کا اپنا چینل ہے؟ میرا اپنا یہ یوسفی، کیونکہ حسین یوسفی میرا نام ہے، تو یوسفی کے نام سے ہی میرا ہے چینل بھی، چینل تو نہیں ہے لیکن ٹک ٹاک آئی ڈی ہے، اور یوٹیوب کے اوپر میری آئی ڈی ہے۔ ٹھیک ہے جی چلیں، ٹھیک ہو گیا۔ ٹھیک ہے، جزاک اللہ۔ جی بہت شکریہ حبیب الرحمان، بہت جزاک اللہ مربی صاحب، آپ کا بہت بہت شکریہ، آپ نے ٹائم دیا اس کا بھی بہت شکریہ، تھینک یو۔ اوکے جی، جزاک اللہ، شکریہ، اللہ حافظ۔ لو جی بند ہو گئی کال۔ اے ہن اگے حافظ فرید صاحب جڑے سوشل میڈیا ਦੇ ਚੇਅਰਮੈਨ ਹੈ ਨਾ, ਉਹਨਾਂ ਦੀ ਵੀ ਵਿੱਚ ਕਾਲ ਆ ਰਹੀ ਸੀ। ਮੈਂ ਮੈਸੇਜ ਕਰਦਾ ਸੀ ਪਿਆ ਵੀ ਇਹਦਾ ਮੇਰੇ ਨਾਲ ਮਨਾਜ਼ਰਾ ਕਰਾ ਦਿਓ ਕਿਤੇ। ਮੈਂ ਆਖੋ ਵੀ ਇੱਕ ਸਰਕਾਰੀ ਮੁਸਲਮਾਨ ਨੇ ਉਹਦੇ ਨਾਲ ਮਨਾਜ਼ਰਾ ਤੁਹਾਡੀ, ਫਰੀਦ ਸਾਹਿਬ ਨੂੰ ਵੀ ਕਾਲ ਮਿਲਾਵਾਂ, ਉਹਨਾਂ ਦੀ ਵਿੱਚ ਕਾਲ 12 ਵਾਰ ਆ ਸਰਕਾਰੀ ਰਹੀ। ਮੁਸਲਮਾਨ ਹੈ ਤੇ ਉਹਦੇ ਨਾਲ ਮਨਾਜ਼ਰਾ ਕਰਾਣਾ। ਉਹਨੂੰ ਆਖੋ ਤੁਸੀਂ ਤਾਂ ਸੁਣਨ ਵਾਲੇ ਹੋ ਨਾ, ਉਹਨੂੰ ਆਖੋ ਮੈਂ ਕਨਫਿਊਜ਼ ਹਾਂ ਤੇ ਮੈਂ ਸੁਣਨਾ ਚਾਹੁੰਦਾ, ਤੇ ਸਰਕਾਰੀ ਮੁਸਲਮਾਨ ਹੈ ਉਹਦੇ ਨਾਲ ਗੱਲ ਤੁਹਾਡੀ ਕਰਾ ਦੇਵਾਂ, ਤੇ ਜੇ ਤੁਹਾਡੇ ਦਲਾਲ ਜ਼ਿਆਦਾ ਹੋਣਗੇ ਤੇ ਮੈਂ ਕਨਵਿੰਸ ਹੋ ਜਾਵਾਂਗਾ। ਨਹੀਂ Ding dong, giddy up, it's it well, I ਹਾਫਿਜ਼ miss it ਫਰੀਦ up, ਸਾਹਿਬ, ding ਓਏ ਇੱਕ dong. ਮਿੰਟ ਓਏ, ਡਿੰਗ ਡੋਂਗ। ਹਾਫਿਜ਼ ਫਰੀਦ ਇਹਨੂੰ ਸਾਹਿਬ ਤਾਂ ਜਿਹੜੇ ਪਰਾਂ ਕਰੋ ਚੇਅਰਮੈਨ ਯਾਰ। ਨੇ, ਚੇਅਰਮੈਨ ਸਾਹਿਬ ਦੀ ਵੀ ਕਾਲ ਆ ਰਹੀ ਸੀ, ਜਿਹੜੇ ਐਸੇ ਸੋਸ਼ਲ ਮੀਡੀਆ ਦੇ ਜਿਨ੍ਹਾਂ ਨੇ ਲੈਟਰ ਜਾਰੀ ਕੀਤਾ, ਉਹਨਾਂ ਦੀ ਵੀ ਕਾਲ ਮਿਲਾਵਾਂ, ਉਹਨਾਂ ਨੂੰ ਵੀ ਕਾਲ। ਜਿਹਨੂੰ ਮਰਜ਼ੀ ਮਿਲਾਓ, ਪਰ ਉਹਨੂੰ ਆਖੋ ਵੀ ਮੈਂ ਤੇ ਲਿਸਨਰ ਹਾਂ ਤੇ ਮੈਂ ਸੁਣਨਾ ਮੈਂ ਤਬਲੀਗ ਤੁਹਾਡੇ ਬੰਦਿਆਂ ਦੀ, ਤੇ ਮੈਂ ਚਾਹੁੰਦਾ ਕਿ ਇੱਕ ਬੰਦੇ ਨਾਲ ਤੁਹਾਡੀ ਗੱਲ ਕਰਾ ਦੇਵਾਂ, ਕਰ ਲੋਗੇ? ਅਵਲ ਤੇ ਮੇਰਾ ਨਾਂ ਹੀ ਲੋ, ਤੇ ਹੋ ਸਕਦਾ ਹੈ ਨਾ ਪਹੁੰਚਿਆ ਹੋਵੇ ਉੱਥੇ ਤਾਈਂ, ਕਿਉਂਕਿ ਬੱਚਿਆਂ ਤੱਕ ਪਹੁੰਚ ਗਿਆ, ਔਰਤਾਂ ਤੱਕ ਪਹੁੰਚ ਗਿਆ। ਤੇ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਹੈ, ਮੈਂ ਉਹਨਾਂ ਨੂੰ ਕਾਲ ਕੀਤੀ ਸੀ ਨਾ, ਤੇ ਕਹਿੰਦੇ ਥੋੜੀ ਦੇਰ ਬਾਅਦ, ਹੁਣ ਉਹਨਾਂ ਨੇ ਮੈਸੇਜ ਕੀਤਾ ਹੈ ਮੈਂ ਅਵੇਲੇਬਲ ਰਾਈਟ ਨਾਓ, ਸੋ ਯੂ ਕੈਨ ਕਾਲ ਮੀ। ਉਹਨਾਂ ਨੇ ਅੱਗੇ 2-3 ਕਾਲਾਂ ਉਹਨਾਂ ਨੇ ਵਿੱਚ ਕਰ ਲਿੱਤੀਆਂ ਇਹਦੇ ਵਿੱਚ। ਮੇਰਾ ਮਨਾਜ਼ਰਾ ਰਹਾ ਸਕਦੇ ਹੋ ਤੇ ਫੇਰ ਮਿਲਾਇਓ। ਮਨਾਜ਼ਰਾ ਉਹਨੇ ਕਿੱਥੋਂ ਕਰਨਾ ਤੁਹਾਡੇ ਨਾਲ?
ਪੁੱਛਣ 'ਚ ਕੀ ਹਰਜ ਹੈ ਬਈ? ਇੱਕ ਅਮਨ ਨਜ਼ੀਰ ਨਾਂ ਦਾ ਬੰਦਾ ਹੈ ਤੇ ਉਹ ਤੁਹਾਡੇ ਉੱਥੇ ਟਿਕਟਾਕ ਦੇ ਜਿੰਨੇ ਮੁਰੱਬੀ ਨੇ, ਕੋਈ ਗੱਲ ਨਹੀਂ ਉਹਦੇ ਨਾਲ ਕਰਦਾ ਲੋ ਫਿਰ ਖਾਮੋਸ਼ ਤੇ ਹੋ, ਮੈਂ ਉਹਨੂੰ ਬੁਲਾਉਣ ਲੱਗਿਆ ਜੇ ਕਾਲ। ਹਲੇ ਮੇਰੇ ਮੈਸੇਜ ਧਿਆਨ ਰੱਖੇ ਨਾ, ਟੈਕਸਟ ਮੈਸੇਜ। ਸਾਨੂੰ ਆਵਾਜ਼ ਨਹੀਂ ਆ ਰਹੀ ਕਿ ਉਧਰ ਮਲਾਈ ਤੇ ਨਹੀਂ, ਇੱਧਰ ਮਿਊਟ ਕੀਤੀ ਆ ਜੇ। आपकी आवाज कट रही है। नहीं, आप ये सिर्फ पूछ रहे हैं क्योंकि वो लेटर जो है सोशल मीडिया के ऊपर है, लोग उसको फ्लोट कर रहे हैं और ये सोशल मीडिया के ऊपर एक बहस छिड़ी हुई है कि ये जमात अहमदिया की तरफ से ये लेटर जारी किया गया है। कुछ लोग कहते हैं कि नहीं ये फेक है। बस इतना कंफर्म करना, और कोई ज़्यादा इसमें लंबी चौड़ी बात नहीं। बात ये कि अगर आप चीज़ है तो आप बाकायदा हमारे जो सेंटर है उसको ईमेल लिखें, ठीक है, और अपना पूरा नाम लिखें, अपना एड्रेस लिखें कि आप कौन है, ताकि हमें आपका तारुफ हो, ठीक है, और फिर हम आपको उसका जो बाकायदा ऑफिशियल जवाब है इंशाल्लाह दे देंगे। अच्छा चलें, ठीक है, शुक्रिया आपका। हाँ जी, अस्सलाम वालेकुम। ਉਹ ਮੈਂ ਅਸਲ 'ਚ ਉਹਦੇ ਨਾਲ ਗੱਲ ਕਰ ਰਿਹਾ ਸੀ ਪਹਿਲੇ, ਤੇ ਉਹ ਮੇਰਾ ਮਾਈਕ ਇਧਰੋਂ ਮਿਊਟ ਸੀ ਤੇ ਉਹ ਵਿੱਚ ਬੋਲਿਓ ਨਾ। ਲੱਗਿਆ ਮੈਂ ਕਿਹਾ ਦੂਜੇ ਪਾਸੇ ਮੈਂ ਆਪਣੇ ਵੱਲੋਂ ਉਹ ਨਾ ਅਨਮਿਊਟ ਕੀਤਾ ਪਰ ਮਿਊਟ ਸੀ। ਤੇ ਉਹ ਇਹ ਹਾਫਿਜ਼ ਸਾਹਿਬ ਨੇ ਨਾ, ਜਿਹੜੇ ਹਾਫਿਜ਼ ਫਰੀਦ ਸਾਹਿਬ ਨੇ, ਇਹ ਉਹ ਸਨ ਜਿਹੜੇ ਚੇਅਰਮੈਨ ਨੇ ਅਸਲ 'ਚ। ਮੇਰੀ ਆਵਾਜ਼ ਵੀ ਉਧਰ ਚਲੀ ਗਈ, ਤੁਹਾਡੀ ਆਵਾਜ਼ ਵੀ ਗਈ ਨਾ। ਉਹ ਮੈਨੂੰ ਤਾਈਆਂ ਤੇ ਉਹਨਾਂ ਨੇ ਕਿਹਾ ਨਾ ਕਿ ਇਹ ਰਿਕਾਰਡਿੰਗ ਕਰਦੇ ਨੇ ਮੇਰੀਆਂ ਆਵਾਜ਼ਾਂ, ਤੇ ਤੁਸੀਂ ਇੰਝ ਕਰੋ ਆਫੀਸ਼ੀਅਲੀ ਮੈਨੂੰ ਲਿਖ ਕੇ ਘੱਲੋ, ਮੈਂ ਉਹਦਾ ਜਵਾਬ ਉੱਥੇ ਦਿਆਂਗਾ। ਤੇ ਅੱਜ ਕੱਲ੍ਹ ਬਹੁਤ ਸਾਰੀਆਂ ਕਾਲਾਂ ਮੈਨੂੰ ਆ ਰਹੀਆਂ ਨੇ ਤੇ ਮੇਰੀ ਆਵਾਜ਼ ਵੀ ਰਿਕਾਰਡ ਕਰਕੇ ਤੇ ਉਹ ਸੋਸ਼ਲ ਮੀਡੀਆ ਤੇ ਲੋਕੀ ਸੁਣਾ ਰਹੇ ਨੇ। ਅਸਲ 'ਚ ਨਾ ਇਹ ਜਿਹੜੇ ਮੁਰੱਬੀ ਸਾਹਿਬ ਨੇ ਨਾ, ਇਹ ਇਹਨਾਂ ਦੇ ਅੰਡਰ ਹੀ ਕੰਮ ਕਰ, ਜਿਨ੍ਹਾਂ ਨਾਲ ਪਹਿਲੇ ਗੱਲ ਹੋਈ ਸੀ ਨਾ, ਹਬੀਬੁਰ ਰਹਿਮਾਨ ਉਹਨਾਂ ਦਾ ਨਾਮ ਹੈ, ਉਹ ਜਿਨ੍ਹਾਂ ਨਾਲ ਪਹਿਲੇ ਗੱਲ ਹੋ ਰਹੀ ਸੀ, ਤੇ ਉਹਨਾਂ ਨੇ ਇਹਨੂੰ ਮੇਕ ਸ਼ੋਰ ਕੀਤਾ ਹੈ ਕਿ ਉਹ ਅਸਲ ਹੈ, ਉਹ ਲੈਟਰ ਉਹੀ ਇਹਨਾਂ ਨੇ ਜਾਰੀ ਕੀਤਾ। ਹੁਣ ਤੇ ਜ਼ਾਹਿਰੀ ਗੱਲ ਹੈ ਨਾ, ਮੈਨੂੰ ਉਹਨਾਂ ਨੇ ਪੁੱਛਿਆ ਤੂੰ ਅਹਿਮਦੀ ਹੈ, ਮੈਂ ਕਿਹਾ ਨਹੀਂ ਮੈਂ ਅਹਿਮਦੀ ਨਹੀਂ ਹਾਂ, ਤੇ ਮੈਂ US 'ਚ ਹਾਂ, ਤੇ ਇਸ ਵਾਸਤੇ ਹੁਣ ਉਹ ਕਤਰਾ ਗਏ ਨੇ ਮੈਨੂੰ ਜਵਾਬ ਦੇਣ ਦਾ। ਲੇਕਿਨ ਇਸ ਤੋਂ ਪਹਿਲੇ ਉਹ ਕਹਿ ਚੁੱਕੇ ਨੇ ਕਿ ਆਹੋ ਇਹ ਓਰੀਜਨਲ ਹੈ। ਤੇ ਉਹ ਉਹਨਾਂ ਦਾ ਜਿਹੜਾ ਮੁਰੱਬੀ ਸਾਹਿਬ ਨੇ ਉੱਥੇ ਇਹਨਾਂ ਦੇ ਦਫ਼ਤਰ ਹੀ ਇਹਨਾਂ ਦੇ ਅੰਡਰ ਜਿਹੜੇ ਹੁੰਦੇ ਨੇ, ਹਬੀਬੁਰ ਰਹਿਮਾਨ ਸਾਹਿਬ, ਉਹਨਾਂ ਨੇ ਵੀ ਤੁਹਾਡੇ ਸਾਹਮਣੇ ਤੁਸੀਂ ਉਹਦੀ ਰਿਕਾਰਡਿੰਗ ਸੁਣੀ ਲਈ ਹੈ, ਉਹਨਾਂ ਦੀ ਗੁਫ਼ਤਗੂ ਸਾਰੀ, ਕਿ ਇਹ ਓਰੀਜਨਲ ਲੈਟਰ ਹੈ। ਨਹੀਂ, ਉਹਨਾਂ ਨੂੰ ਅਸਲ ਦੇ ਵਿੱਚ ਨਾ ਲੈਟਰ ਦਾ ਤੇ ਪਤਾ ਨਹੀਂ, ਮੈਂ ਤਾਂ ਅਵੇਅਰ ਸਾਂ ਤੇ ਮੈਂ ਆਇਆ, ਤੁਸੀਂ ਕਾਲ ਪਹਿਲੇ ਕਰਦੇ ਸੋ ਗੱਲ। ਲੈਟਰ ਤੋਂ ਜ਼ਿਆਦਾ ਇੰਪੋਰਟੈਂਟ ਇਹ ਵੇ ਕਿ ਉਹਨਾਂ ਨੂੰ ਮੈਸੇਜ ਕਨਵੇ ਕਰਨਾ ਕਿ ਟਿਕਟਾਕ ਦੇ ਉੱਤੇ ਜਮਾਤ ਦੇ ਹਾਲਾਤ ਦਗਰਗੂ ਹੋ ਗਏ ਨੇ, ਕੋਈ ਬੰਦਾ ਸਾਹਮਣਾ ਨਹੀਂ ਕਰ ਪਾ ਰਿਹਾ ਤੇ ਗੱਲ ਨਹੀਂ ਕਰ ਪਾ ਰਿਹਾ, ਤੇ ਤੁਸੀਂ ਕੋਈ ਮਦਦ ਕਰੋ ਜਮਾਤ ਦੀ। ਅਗਰ ਤਬਲੀਗ ਕਰਨਾ ਚਾਹੁੰਦੇ ਹੋ, ਇਹਨੂੰ ਫੈਲਾਉਣਾ ਚਾਹੁੰਦੇ ਹੋ ਆਪਣੇ ਇਸ ਮਜ਼ਹਬ ਨੂੰ, ਤੇ ਇਹਨੂੰ ਥੋੜਾ ਜਿਹਾ ਮੈਦਾਨ 'ਚ ਬਾਹਰ ਆ ਕੇ ਗੱਲ ਕਰੋ ਲੋਕਾਂ ਨਾਲ, ਕਿਉਂਕਿ ਤੁਹਾਡੇ ਮੁਰੱਬੀ ਜਿਹੜੇ ਨੇ ਇੱਥੇ ਪਹਿਲੇ ਤੇ ਹੈ ਨਹੀਂ, ਕੋਈ ਨਹੀਂ, 1 2 3 ਮੁਰੱਬੀ ਹੈ ਨੇ, ਉਹ ਗੱਲ ਨਹੀਂ ਕਿਸੇ ਨਾਲ ਕਰਦੇ, ਤੇ ਬਸ ਗਾਲੀਆਂ 'ਚ ਅਲਬત્ਤਾ ਕਾਫੀ ਤਰੱਕੀ ਕਰ ਲਈ ਜਮਾਤ ਨੇ। ਤੁਹਾਡੇ ਖਲੀਫਾ ਸਾਹਿਬ ਜਿਹੜੇ ਨੇ ਉਹ ਵੀ ਕਹਿ ਰਹੇ ਨੇ ਬਈ ਇਹ ਗੈਰ ਅਹਿਮਦੀਆਂ ਦੀ ਜ਼ੁਬਾਨ ਤੇ ਅਹਿਮਦੀਆਂ ਨਾਲ ਵੀ ਅੱਛੀ, ਤੇ ਇੰਨੀਆਂ ਗੰਦੀਆਂ ਗਾਲੀਆਂ ਅਹਿਮਦੀ ਦੇ ਰਹੇ ਨੇ। ਬਾਰ-ਬਾਰ ਤੰਬੀਹ ਦੇ ਬਾਵਜੂਦ ਇਜ਼ਾਫਾ ਹੋ ਰਿਹਾ ਗਾਲੀਬਾਜ਼ ਗਰੁੱਪ ਵਿੱਚ, ਲਾਰਜ ਹੁੰਦਾ ਜਾ ਰਿਹਾ। ਇਹ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਹੈ ਕਿ ਬਈ ਇਹ ਇੱਥੇ ਸ਼ਿਕਸਤ ਖਾ ਚੁੱਕੇ ਨੇ,
ਤੁਸੀਂ ਇਸ ਤਰ੍ਹਾਂ ਕਰੋ ਕਿ ਕੋਈ ਜ਼ਿੰਮੇਦਾਰ ਬੰਦਾ ਦਿਓ, ਤੁਹਾਡੀ ਗੱਲ ਕਰਵਾਉਂਦੇ ਆਫੀਸ਼ੀਅਲੀ ਇੱਥੇ, ਆਨਲਾਈਨ ਕਰਵਾ ਦਿੰਦੇ ਆ, ਟਿਕਟੌਕ ਤੇ ਕਰਵਾ ਦਿੰਦੇ ਆ, ਫੋਨ ਤੇ ਕਰਵਾ ਦਿੰਦੇ ਆ, WhatsApp ਤੇ ਕਰਵਾ ਦਿੰਦੇ ਆ। ਲੇਕਿਨ ਅਸਲ ਗੱਲ ਇਹ ਹੈ ਕਿ ਉਹ ਅਬਦਰ ਰਊਫ ਸਾਹਿਬ ਨੇ ਨਾ, ਜਿਹੜੇ ਦਾਈ ਅੱਲਾ ਖਸੂਸੀ ਜਰਮਨੀ ਵਾਲੇ, ਉਹਨਾਂ ਦੀ ਸੁਬਾਹ ਵੀਡੀਓ ਮੈਂ ਦੇਖੀ, ਰਾਜ ਸਾਹਿਬ ਨੇ ਕੱਲੀ ਸੀ ਮੈਨੂੰ, ਉਹਦੇ 'ਚ ਨਾ ਉਹ ਪੇ ਕਹਿੰਦੇ ਸੀ ਕਿ ਜਿਹੜੇ ਸਾਡੇ ਮੁਰੱਬੀਆਨ ਨੇ ਉਹ ਵੈਸੇ ਵੀ ਸਾਨੂੰ ਹੈਲਪ ਕਰਦੇ ਨੇ, ਜਦੋਂ ਸਾਨੂੰ ਕੋਈ ਜ਼ਰੂਰਤ ਪੈਂਦੀ, ਅਸੀਂ ਕਿਸੇ ਨਾਲ ਬਹਿਸ ਮੁਬਾਸਾ ਕਰਨੇ ਆ ਨਾ, ਤੇ ਅਸੀਂ ਉਹਨਾਂ ਨੂੰ ਮੈਸੇਜ ਕਰਨੇ ਆ ਵੀ ਇਸ ਸਵਾਲ ਦਾ ਕੀ ਜਵਾਬ ਹੈ ਜਾਂ ਕੋਈ, ਤੇ ਉਹ ਸਾਨੂੰ ਹੈਲਪ ਪਿੱਛੋਂ ਦਿੰਦੇ ਰਹਿੰਦੇ ਨੇ। ਸੋ ਜਿਹੜੇ ਮੁਰੱਬੀ ਨੇ ਉਹਨਾਂ ਕੋਲ ਵੀ ਦਲੀਲ ਇਹੋ ਹੀ ਹੈ, ਜਿਹੜੀਆਂ ਦਲੀਲਾਂ ਇੱਥੇ ਇਹਨਾਂ ਕੋਲ ਨੇ ਨਾ, ਜਿਹੜੇ ਇੱਥੇ ਵਿਚਾਰੇ ਕੰਧਾਂ ਨੂੰ ਵੱਜਦੇ ਨੇ ਪਏ ਤੇ ਇਹਨਾਂ ਨੂੰ ਸਮਝ ਨਹੀਂ ਪਈ ਆਉਂਦੀ ਵੀ ਹੁਣ ਜਾਣਾ ਕਿੱਧਰ ਹੈ, ਇਹੋ ਹੀ ਦਲੀਲਾਂ ਮੁਰੱਬੀਆਂ ਕੋਲ ਨੇ, ਪਿੱਛੋਂ ਉਹ ਇਹ ਦਲੀਲਾਂ ਵੀ ਦੇ ਕੇ ਟੋਰਦੇ ਨੇ ਕਿ ਫਲਾਣਾ ਵਾਲਾ ਦੇ ਦਿਓ, ਫਲਾਣਾ ਵਾਲਾ ਦੇ ਦਿਓ। ਜੇ ਉਹ ਵੀ ਆ ਜਾਣਗੇ ਬਾਹਰ ਤੇ ਉਹਨਾਂ ਨੇ ਵੀ ਇਹੀ ਦਲੀਲਾਂ ਦੇਣੀਆਂ ਨੇ, ਉਲਟਾ ਉਹ ਸਾਡੇ ਮਜ਼ਾਜ ਸ਼ਨਾਸ ਨਹੀਂ ਹੈ ਨਾ, ਉਹਨਾਂ ਵਾਸਤੇ ਜ਼ਿਆਦਾ ਮਸਲੇ ਮਸਾਇਲ ਪੈਦਾ ਹੋ ਜਾਣਗੇ। ਇਹ ਜਿਹੜਾ ਨਾਸਰ ਭੱਟ ਹੈ ਉਹ ਤਾਂ ਸਾਡਾ ਮਜ਼ਾਜ ਸ਼ਨਾਸ ਹੈ ਨਾ, ਉਹਦਾ ਸਾਲਾ ਸਲੀਮ ਮੀਰ ਹੈ ਸਾਡਾ ਮਜ਼ਾਜ ਸ਼ਨਾਸ, ਉਹਨੂੰ ਪਤਾ ਹੈ ਸਹੀ ਕਿ ਮਜ਼ਾਜ ਰੱਖਣੇ। ਨਵਾਂ ਬੰਦਾ ਆਵੇਗਾ ਤੇ ਉਹਨੂੰ ਤਾਂ ਨਹੀਂ ਪਤਾ ਹੋਏਗਾ ਨਾ। ਹੁਣ ਇਮਰਾਨ ਕੱਲ ਨੂੰ ਉਸ ਦਿਨ ਤਲਤ ਮਲਕ ਦੀ ਬਰਾਤ ਤੇ ਜਿਹੜੇ ਹੱਥ ਲੱਗੇ ਨੇ, ਓਏ ਚੁੱਪ ਕਰ ਓਏ ਜਾਹਿਲ ਆਦਮੀ, ਚੁੱਪ ਗੱਲ ਕਰ ਤੇ ਕਮੈਂਟ ਕਰ ਲੈਂਦੇ ਨਾ। ਮੈਂ ਪੈ ਕਹਿਣਾ ਕਿ ਤਲਤ ਮਲਕ ਸਾਹਿਬ ਦੀ ਬਰਾਤ ਤੇ ਜਿਹੜੇ ਹੱਥ ਇਮਰਾਨ ਕੱਲ ਨੂੰ ਲੱਗੇ ਨੇ, ਕਿਆ ਉਹ ਮਜ਼ਾਜ ਸ਼ਨਾਸ ਨਹੀਂ ਹੋ ਗਿਆ? ਤੇਰਾ ਦਿਲ तो है सनम आशना, तुझे क्या मिलेगा नमाज में। ਉਹ ਤੇ ਆਸ਼ਨਾ ਹੋ ਗਿਆ ਨਾ, ਹੁਣ ਤਾਂ ਪਤਾ ਲੱਗ ਗਿਆ ਕਿ ਇੰਝ ਹੁੰਦਾ ਹੈ। ਉਹ ਤੇ ਹੁਣ ਅੱਗੋਂ ਵੱਡਿਆਂ ਨੂੰ ਵੀ ਦੱਸ ਜਾਏਗਾ ਨਾ ਕਿ ਵੀ ਫਤਾਵਾ ਰਿਜ਼ਵੀਆ ਨਹੀਂ ਪੜ੍ਹਨਾ ਇਹਨਾਂ ਦੇ ਸਾਹਮਣੇ, ਇਹ ਨਤੀਜੇ ਆਉਂਦੇ ਜੇ। ਇਸ ਗੱਲ ਕਰਕੇ ਜਿਹੜੇ ਨਵੇਂ ਨੇ ਉਹਨਾਂ ਵਾਸਤੇ ਸਗੋਂ ਟਾਈਮ ਲੱਗਦਾ ਹੈ ਨਵੇਂ ਬੰਦੇ ਨੂੰ ਸਮਝਣ ਵਾਸਤੇ, ਉਹਦੇ ਮਜ਼ਾਜ ਨੂੰ ਸਮਝਣ ਵਾਸਤੇ। ਜਿਹੜੇ ਇੱਥੇ ਨੇ ਆਲਰੇਡੀ ਫੀਲਡ ਵਿੱਚ ਜਿਹੜੇ ਗੰਦੀਆਂ ਗਾਲੀਆਂ ਦੇ ਰਹੇ ਨੇ, ਤੰਗ ਆ ਕੇ, ਮਜਬੂਰ ਹੋ ਕੇ, ਬੇਬਸ ਹੋ ਕੇ, ਬੇਬਸੀ ਦੀ ਤਸਵੀਰ ਬਣ ਕੇ, ਉਹ ਜਿਹੜੇ ਨੇ ਉਹ ਸਗੋਂ ਜ਼ਿਆਦਾ ਬਿਹਤਰ ਨੇ ਉਹਨਾਂ ਦੀ ਨਿਸਬਤ। ਇਹ ਜਿਨ੍ਹਾਂ ਨਾਲ ਤੁਸੀਂ ਪੇ ਗੱਲ ਕਰਦੇ ਸੋ, ਇਹਨਾਂ ਦੀ ਤੇ ਆਵਾਜ਼ ਵੀ ਪਤਾ ਪੇ ਲੱਗਦਾ, ਇਹਨਾਂ ਦੀ ਟੋਨ ਹੀ ਵੀ ਦੱਸਦੀ ਹੈ ਕਿ ਇਹਨਾਂ ਤੇ ਝੱਟ ਵੀ ਨਹੀਂ ਕੱਢਣਾ, 5 ਮਿੰਟ ਵੀ ਨਹੀਂ, ਇਹਨਾਂ 5 ਮਿੰਟ ਵੀ ਨਹੀਂ ਕੱਢਣੇ ਹਨ। ਇਹਨਾਂ ਨੇ ਗੱਲ ਤੇ ਕਿਸੇ ਮੁਰੱਬੀ ਨੇ ਅੱਜ ਤੱਕ ਨਾ ਕੀਤੀ ਹੈ। ਜਿਹੜੇ ਮੁਰੱਬੀ ਉਹ ਗੱਲ ਕਰਦੇ ਨੇ, ਉਹਨਾਂ ਨੇ ਤੇ ਲਿਖ ਕੇ ਲਾਇਆ ਸਾਡੇ ਨਾਲ ਮਿਰਜ਼ਾ ਸਾਹਿਬ ਦੇ ਹਵਾਲੇ ਨਾਲ ਕੋਈ ਗੱਲ ਹੀ ਨਾ ਕਰਨਾ। ਲੇਕਿਨ ਇਹ ਜਰਮਨ ਖਾਸ ਤੌਰ ਦੇ ਉੱਤੇ ਜਿਹੜੇ ਜਰਮਨ ਗਰੁੱਪ ਹੈ, ਜਰਮਨ ਇਹਨਾਂ ਦੇ ਦਾਈ ਅੱਲਾ ਖਸੂਸੀ ਤੇ ਮੁਬਲਿਗ ਨੇ, ਤਬਲੀਗ ਦੇ ਜਿਹੜੇ ਕਰਦੇ ਨੇ ਪਏ, ਉਹਨਾਂ ਨੂੰ ਤੇ ਉਹਨਾਂ ਨੇ ਬੜਾ ਕੈਟਾਗੋਰੀਕਲੀ ਉਹਨਾਂ ਨੇ ਕਿਹਾ, ਲੈਟਰ ਜਾਰੀ ਕੀਤਾ ਹੈ। ਚੇਅਰਮੈਨ ਸਾਹਿਬ ਨੇ ਕਿਹਾ ਕਿ ਉੱਥੇ ਪਹਿਲਾਂ ਰਜਿਸਟ੍ਰੇਸ਼ਨ ਕਰਵਾਓ। ਤੇ ਅਗਰ ਹੁਣ ਜਿਹੜਾ ਇਹਨਾਂ ਦਾ ਜਰਮਨੀ ਦਾ ਬੰਦਾ, ਇਹ ਗਾਲੀਬਾਜ਼ ਗਰੁੱਪ ਤੇ ਇਹ ਟੈਕਸੀ ਗਰੁੱਪ ਤੇ ਇਹ ਜਿੰਨੇ ਵੀ ਗਰੁੱਪਸ ਨੇ ਜਰਮਨੀ ਦੇ, ਅਗਰ ਕੋਈ ਇਹਨਾਂ ਦੇ ਵਿੱਚੋਂ ਬੰਦਾ ਕੋਈ ਆ ਕੇ ਇੱਥੇ ਗੱਲ ਕਰਦਾ ਤੇ ਫਿਰ ਉਹ ਸਾਡਾ ਤੇ ਹੱਕ ਬਣਦਾ ਨਾ ਉਹਨਾਂ ਦੀ ਰਿਕਾਰਡਿੰਗ ਕਰਕੇ ਇਹਨਾਂ ਨੂੰ ਪਹੁੰਚਾਈ ਜਾਵੇ। ਇਹਨਾਂ ਦਾ ਤੇ ਹੁਣ ਨੰਬਰ ਵੀ ਨੇ, WhatsApp ਨੰਬਰ, ਇਹਨਾਂ ਨੂੰ ਬੰਦਾ ਡਾਇਰੈਕਟ ਉੱਥੇ ਪਹੁੰਚਾਵੇ ਕਿ ਲੋ ਜੀ ਇਹ ਜਿਹੜੇ ਜਰਮਨੀ ਦੇ ਨੇ ਨਾ ਖਾਸ ਤੌਰ ਤੇ, ਇਹਨਾਂ ਦੀ ਜਿੰਨੀ ਰਿਕਾਰਡਿੰਗ ਨੇ, ਜਿੰਨੇ ਵੀ ਬੰਦੇ ਟੈਕਸੀ ਗਰੁੱਪ ਨਾ, ਇੱਕ ਮਿੰਟ ਲਾਮਾ ਸਾਹਿਬ ਵੀ ਤੇ ਟਰੱਕ ਚਲਾਉਂਦੇ ਨਾ, ਲਾਮਾ ਸਾਹਿਬ ਥੱਲੇ ਲਾ ਦਿਓ ਯਾਰ, ਇਹ ਨਾ ਬੋਰ ਕਰਦਾ ਪਿਆ, ਗੱਲ ਅਸੀਂ ਆਪਣੀ ਕਰਨੀ ਹੈ। ਫਿਲਹਾਲ ਬੇਟੇ ਥੱਲੇ, ਤੂੰ ਜੇ ਜਰਮਨੀ ਦਾ ਹੈ ਤੇ ਮੇਰਾ ਪੁੱਤਰ ਥੱਲੇ ਟੁਰ ਜਾ, ਤੇਰੇ ਵਾਸਤੇ ਭਲਾ ਹੀ, ਤੇਰਾ ਚੰਗਾ। ਅੱਗੇ ਉਹ ਦੇਖ ਨਾ ਲੀਲਾ ਲੈਂਦਾ ਪਿਆ ਉਹ ਤਲਤ ਮਲਕ। ਇਹ ਜਰਮਨੀ ਗਰੁੱਪ ਦੀ ਜਿੰਨੀਆਂ ਗਾਲੀਆਂ, ਜਿੰਨੀਆਂ ਇਹਨਾਂ ਦੀਆਂ ਗੱਲਾਂ ਪਹਿਲੀਆਂ ਤੇ ਅੱਜ ਤੋਂ ਬਾਅਦ, ਜਿੰਨੇ ਵੀ ਮੁਸਲਮਾਨ ਨੇ ਨਾ, ਮੇਰੇ ਨਾਲ ਬੇਸ਼ੱਕ ਪਰਸਨਲ ਰਾਬਤਾ ਕਰ ਲਓ। ਇਹਨਾਂ ਦੇ ਮੁਰੱਬੀਆਂ ਦੇ ਸਾਰਿਆਂ ਦੇ, ਚੇਅਰਮੈਨ ਸਾਹਿਬ ਦਾ ਨੰਬਰ ਮੈਂ ਤੁਹਾਨੂੰ ਘੱਲਾਂਗਾ WhatsApp ਦੇ ਉੱਤੇ, ਡਾਇਰੈਕਟ ਉਹਨਾਂ ਦਾ ਨੰਬਰ ਵੇ, ਉਹਨਾਂ ਨੂੰ ਤੁਸੀਂ ਇਹ ਰਿਕਾਰਡਿੰਗ ਕਰ ਲਓ। ਜਿਹੜਾ ਬੰਦਾ ਆ ਕੇ ਜਰਮਨ ਗਰੁੱਪ ਦਾ ਬੰਦਾ ਇੱਥੇ ਗੱਲ ਕਰਦਾ, ਤਬਲੀਗ ਕਰਦਾ, ਗਾਲ ਕੱਢਦਾ, ਕੋਈ ਵੀ ਮੌਕਫ ਬਿਆਨ ਕਰਦਾ ਮਿਰਜ਼ਾ ਸਾਹਿਬ ਦੇ ਹਵਾਲੇ ਨਾਲ ਜਾਂ ਕੁਰਾਨ ਪਾਕ ਦੀ ਤਾਲੀਮ ਦੇ ਹਵਾਲੇ ਨਾਲ, ਕੋਈ ਬੰਦਾ ਮੌਕਫ ਬਿਆਨ ਕਰਨ ਦੀ ਕੋਸ਼ਿਸ਼ ਕਰਦਾ, ਉਹਦੀ ਰਿਕਾਰਡਿੰਗ ਲੈ ਕੇ ਇਸ ਗਰੁੱਪ ਦੇ ਵਿੱਚ, ਇਹ ਸਾਰੇ ਮੁਰੱਬੀਆਂ ਦੇ ਨੰਬਰ ਮੈਂ ਤੁਹਾਨੂੰ ਸੈਂਡ ਕਰ ਦੇਣਾ ਵਾ, ਉਹਨਾਂ ਨੂੰ ਸੈਂਡ ਕਰੋ। ਇੱਕ ਬੰਦੇ ਦੀ ਰਿਪੋਰਟ ਦਿਓ, ਉਹਨਾਂ ਦੇ ਨਾਮ, ਅਗਰ ਕਿਸੇ ਨੂੰ ਪਤਾ ਹੈ, ਖਾਸ ਤੌਰ ਤੇ ਜਮਾਤ ਅਹਿਮਦੀਆ ਦੇ ਵਿੱਚ ਤੇ ਇੱਕ ਦੂਸਰੇ ਨੂੰ ਜਾਣਦੇ ਆ, ਅਗਰ ਉਹਨਾਂ ਦੇ ਨਾਮ ਪਤਾ, ਉਹਨਾਂ ਦੇ ਓਰੀਜਨਲ ਨਾਮ ਦਿਓ। ਅਗਰ ਉਹਨਾਂ ਦਾ ਤੁਹਾਨੂੰ ਜੋ ਵੀ ਡਾਟਾ ਉਹਨਾਂ ਦਾ ਮਾਲੂਮ ਹੈ, ਉਹਦੇ ਵਿੱਚ ਲਿਖ ਕੇ ਉਹਨੂੰ ਸੁਣੋਗੇ ਇਹ ਬੰਦਾ ਇੱਥੇ ਬੈਠਾ ਹੈ, ਮਾਮਾ ਭੈਣਾਂ ਦੀਆਂ ਗਾਲਾਂ ਕੱਢਦਾ, ਜਮਾਤ ਅਹਿਮਦੀਆ ਦਾ ਮੌਕਫ ਪੇਸ਼ ਕਰਦਾ ਪਿਆ ਆਪਣੇ ਵੱਲੋਂ। ਇਹ ਜਿਹੜਾ ਜਰਮਨ ਗਰੁੱਪ ਹੈ, ਇੱਥੋਂ ਇਹਦਾ ਸਫਾਇਆ ਹੋ ਜਾਵੇ ਤੇ ਇਹ ਤੁਹਾਨੂੰ ਕੋਈ ਹੋਰ ਬੰਦਾ ਲੱਭਣਾ ਹੀ ਨਹੀਂ ਗੱਲ ਕਰਨ ਵਾਸਤੇ। ਆਮਰ ਭਾਈ ਨੇ ਕਹਿਣਾ ਸਾਡਾ ਅੱਗਾ ਹੀ ਮਾਰਨਾ ਪਿਆ ਤੂੰ, ਲੇਕਿਨ ਹੈ ਕਿ ਇਹਨਾਂ ਦੇ ਰਿਪੋਰਟ ਜ਼ਰੂਰ। ਯੂਸੀ ਸਾਹਿਬ ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਉਹ ਤੁਸੀਂ ਕਿਹੜੀ ਸਾਈਡ ਤੇ ਹੋ? ਤੁਸੀਂ ਜਮਾਤ ਦੀ ਸਾਈਡ ਜਾਂ ਸਾਡੀ ਸਾਈਡ ਤੇ ਹੋ? ਉਹਨਾਂ ਦਾ ਸਫਾਇਆ ਹੋ ਗਿਆ ਤੇ ਜਮਾਤ ਨੂੰ ਡੈਮੇਜ ਕਿਉਂ ਕਰਨਾ?
ਮੈਂ ਕਹਿੰਦਾ ਇਹਨਾਂ ਦੀ ਆਡੀਅנס ਵੱਧ ਜਾਏ। ਹਾਂ ਨਹੀਂ, ਉਹ ਜਮਾਤ ਵਾਲੇ ਹਰ ਪਾਸੋਂ ਹਾਰ ਗਏ ਨੇ। ਪਤਾ ਕੀ ਹੈ, ਮੇਰਾ ਜਿਹੜਾ ਹੁਣ ਤਜਜ਼ੀਆ ਆਬਜ਼ਰਵੇਸ਼ਨ ਮੈਂ ਕਾਫੀ ਅਬਜ਼ਰਵ ਕਰਦਾ ਰਹਿਣਾ। ਜਮਾਤ ਦੀ ਛੁੱਟੀ ਹੋ ਗਈ ਹੈ ਹਰ ਪਾਸੋਂ। ਦੇਖੋ ਤਲਤ ਮਲਕ ਹੁਣ ਕੀ ਕਰ ਰਿਹਾ ਇਤਨਾ ਦਿਨਾਂ ਤੋਂ। ਸੁਬਹ ਸੁਬਹ ਕੀ ਹੁੰਦਾ ਹੈ, ਸਾਰੇ ਮੁਸਲਮਾਨ ਜਨਾਬ ਤਲਤ ਮਲਕ ਦੇ ਕੋਲ ਇਸ ਤਰ੍ਹਾਂ ਪਹੁੰਚਦੇ ਨੇ ਜਿਸ ਤਰ੍ਹਾਂ ਤਲਤ ਮਲਕ ਸਾਡਾ ਸਕਾ ਹੈ। ਚਲੋ ਨਾ ਮੇਰਾ ਦੋਸਤ ਮੇਰੇ ਨਾਲ ਹੀ ਬੈਠਾ ਹੈ ਤੇ ਕੱਲ ਲੈਟਰ ਦੀ ਗੱਲ ਹੋ ਰਹੀ ਸੀ ਨਾ ਤੇ ਅਸਾਂ ਗੱਡੀ ਵਿੱਚ ਸਾਂ ਤੇ ਮੈਂ ਬਿਜ਼ੀ ਸੀ ਬਹੁਤ। ਮੈਂ ਉਹਨੂੰ ਕਿਹਾ, ਕਹਿੰਦਾ ਯਾਰ ਇਹ ਲੈਟਰ ਕੋਈ ਕਹਿੰਦਾ ਅਸਲੀ ਹੈ, ਕੋਈ ਕਹਿੰਦਾ ਨਕਲੀ ਹੈ, ਤੇ ਤੂੰ ਕਹਿੰਦਾ ਉਹਨਾਂ ਦੇ ਦਫ਼ਤਰ ਕਾਲ ਕਰ ਲੈ। ਉਹ ਨਹੀਂ, ਕਾਲ ਦੀ ਜ਼ਰੂਰਤ ਹੀ ਨਹੀਂ। ਲੈਟਰ ਉਹੀ ਲੈਟਰ ਹੈ ਜਿਹੜਾ ਉਹ ਰਾਤੀ ਲਤੀਫ ਮੀਰ ਨੇ ਕਨਫਰਮ ਕੀਤਾ ਕਿ ਅਸਲੀ ਹੈ। ਹਾਂ ਤਾਂ ਫਿਰ ਸਾਨੂੰ ਹੋਰ ਕਿੱਥੋਂ ਕਨਫਰਮ ਕਰਨ ਦੀ ਜ਼ਰੂਰਤ ਹੈ? ਜਿਨ੍ਹਾਂ ਨੇ ਲਿਖਿਆ ਉਹਨਾਂ ਨੇ ਹੁਣ ਕਨਫਰਮ ਕੀਤਾ, ਅਸਾਂ ਉਹਨਾਂ ਨੂੰ ਕਾਲ ਮਿਲਾਈ ਹੋਣਾ। ਜੀ ਜੀ ਕਰੋ ਤੇ ਜੀ ਅੱਛਾ ਵਾਹ ਅਬੂ ਬਕਰ ਮੀਰ, ਇਹ ਪੂਰਾ ਕਲਿੱਪ ਮੇਰੇ ਦਾ WhatsApp ਕਰਨਾ ਹੈ ਪਲੀਜ਼। ਉਧਰ ਕੰਮ ਵੀ ਚੱਲ ਗਿਆ ਜੇ ਸਾਰੇ ਨੂੰ ਵੱਜ ਗਿਆ ਉੱਤੇ। ਨਹੀਂ ਮੈਂ ਆਪ ਨਹੀਂ, ਉਹ ਵੀ ਮੈਂ ਕਰ ਦੱਸਾਂ, ਪਰ ਮੈਂ ਆਪਣੀ ਆਈਡੀ ਤੇ ਆਪਣਾ ਲਾਉਣਾ ਚਾਹੁੰਦਾ ਹਾਂ ਜ਼ਾਤੀ। ਹਾਂ ਆਖੋ ਤੈਨੂੰ ਜ਼ਿਆਦਾ ਲਾਈਕ ਪਸੰਦ ਆ ਨਾ ਯਾਰ। ਸ਼ਾਹਰੁਖ ਸਾਹਿਬ ਨੂੰ ਤੇ ਚੁੱਕ ਲੋ 1 ਮਿੰਟ ਲਈ ਯਾਰ ਚਲੋ, ਉਹਨਾਂ ਨੂੰ ਚੁੱਕ ਲੋ, ਲੇਕਿਨ ਜੇ ਜਰਮਨੀ ਦੇ ਨੇ ਤੇ ਪਹਿਲੇ ਆਪਣੇ ਦੂਸਰੀ ਗੱਲ ਮੈਂ ਕਰਨ ਲੱਗਾ ਸੀ ਜੇ ਕਲਿੱਪ ਪਲੇ ਹੋਣ ਤੋਂ ਪਹਿਲੇ ਕਿ ਦੇਖੋ ਤਲਤ ਮਲਕ ਐਪੀਸੋਡ ਤੋਂ ਪਿੱਛੇ 2 ਦਿਨ ਤੋਂ ਹੈ ਨਾ। ਤਲਤ ਮਲਕ ਐਪੀਸੋਡ ਸ਼ੁਰੂ ਹੋਣ ਤੋਂ ਪਹਿਲੇ ਇੱਕ ਹੋਈ ਹੈ ਸੀਕਰ ਦੀ ਬਰੋਡ, ਉਸੇ ਤਾਂ ਆਏ ਨੇ ਇੱਕ ਕੌਸਰ ਸਿਸਟਰ ਨੇ ਜਿਹੜੇ ਕਿ ਜਮਾਤ ਦੇ ਨੇ, ਠੀਕ ਹੈ। ਉਹਨਾਂ ਤੁਸੀਂ ਸਮਝ ਲਓ ਕਿ ਤਲਤ ਮਲਕ ਤੋਂ ਜ਼ਿਆਦਾ ਨਾ ਤਹਫਜ਼ਾਤ ਡਾਇਰੈਕਟ ਮਿਰਜ਼ਾ ਕਾਦੀਆਨੀ ਤੇ ਕੀਤੇ ਨੇ, ਠੀਕ ਹੈ। ਕਿ ਇਹ ਗੱਲ ਹੋ ਹੀ ਨਹੀਂ ਸਕਦੀ, ਕੋਈ ਨਬੀ ਹੋ ਹੀ ਨਹੀਂ ਸਕਦਾ ਭਾਈ। ਹਰ ਇੱਕ ਉਹਨਾਂ ਕਲਮਾ ਨਹੀਂ ਪੜਿਆ ਬਰੋਡ ਤੇ, ਬਾਕੀ ਉਹਨਾਂ ਕਿਹਾ ਜੀ ਉਹ ਸਾਰਾ ਸਮਝੋ ਕਿ ਮੇਰਾ ਖਿਆਲ ਹੈ ਬਹੁਤ ਜਲਦੀ ਉਹਨਾਂ 4 ਹਰਫਨ ਜਿਹੜੇ ਜਮਾਤ ਹੈ ਉਹ ਵੀ ਕਰ ਦੇਣੇ ਨੇ। ਤੇ ਜਮਾਤ ਹੈ ਜਿਹੜੀ ਉਹ ਬਹੁਤ ਅੰਡਰ ਪ੍ਰੈਸ਼ਰ ਹੈ। ਕਿਸੇ ਮੌਜੂ ਤੇ ਜਮਾਤ ਨੂੰ ਕੋਈ ਨਹੀਂ ਮਤਲਬ ਹੈ ਕਿ ਬਰਤਰੀ ਹਾਸਲ ਹੋ ਰਹੀ। ਇਹ ਕੋਈ ਵੀ ਮੌਜੂ ਚੱਕ ਲਵੋ, ਕੋਈ ਵੀ, ਚਾਹੇ ਉਹ ਜ਼ਿੱਲੀ ਬਰੂਜ਼ੀ ਵਾਲਾ, ਚਾਹੇ ਉਹ ਕੋਈ ਮਿਰਜ਼ਾ ਸਾਹਿਬ ਦੇ ਕੋਈ ਵੀ ਗੱਲ ਹੈ, ਤੇ ਜਮਾਤ ਨੂੰ ਮਾਸਵਾ ਇਸ ਗੱਲ ਤੋਂ ਕਿ ਉਹਨਾਂ ਨੂੰ ਸ਼ਿਕਸਤ ਹੋਈ ਹੋਵੇ ਔਰ ਇਹ ਕੰਮ ਕਰਨ ਤੋਂ ਇਲਾਵਾ ਉਹਨਾਂ ਕੋਲ ਕੁਛ ਵੀ ਨਹੀਂ ਆਪਸ਼ਨ
ਕਿ ਇਹਨਾਂ ਨੂੰ ਬਲੈਕਲਿਸਟ ਕਰ ਦਿਓ, ਉਸ ਨੂੰ ਬਲੈਕਲਿਸਟ, ਉਸ ਨੂੰ ਬਲੈਕਲਿਸਟ, ਉਸ ਨੂੰ ਬਲੈਕਲਿਸਟ। ਯਾਰ ਜਿਹਨਾਂ ਲੋਕਾਂ ਨੂੰ ਤਬਲੀਗ ਕਰਨੀ ਹੋਣੀ ਆ ਉਹ ਬਲੈਕਲਿਸਟ ਕਰ ਦੇਣ, ਉਹ ਤਾਂ ਐਕਸਪੋਜ਼ ਕਰ ਦੇਣ ਬੰਦਿਆਂ ਨੂੰ। ਤੇ ਮੈਂ ਸਮਝਣਾ ਕਿ ਜਮਾਤ ਹਾਰ ਚੁੱਕੀ ਹੈ ਔਰ ਜਮਾਤ ਐਕਸਪੋਜ਼ ਹੋ ਚੁੱਕੀ ਹੈ। ਜਮਾਤ ਦਾ ਜਿਹੜਾ ਹੈ ਵੇ ਵਕਤ ਖਤਮ ਹੋਣ ਦਾ, ਉਸ ਦਾ ਆਗਾਜ਼ ਹੋ ਚੁੱਕਿਆ। ਮੇਰਾ ਜ਼ਾਤੀ ਅਬਜ਼ਰਵੇਸ਼ਨ। ਜੀ ਜੀ ਨਹੀਂ, ਉਹ ਸ਼ਾਹਰੁਖ ਮੈਂ ਅਸੀਂ ਗੱਲ ਨਹੀਂ ਕਰਦੇ ਨਹੀਂ, ਉਹ ਸੁਣ ਰਹੇ ਨੇ ਨਾ, ਫਿਰ ਉਹਨਾਂ ਆਪਣਾ ਤਜਜ਼ੀਆ ਦੇਣਾ ਨਾ। ਜੀ ਅਮਰ ਭਾਈ। ਅੱਛਾ ਅੱਛਾ, ਨਹੀਂ ਮੈਂ ਕਿਹਾ ਅਸੀਂ ਗੱਲ ਨਹੀਂ ਕਰਨ ਦੇ। ਅੱਜ ਉਹ ਸਵੇਰ ਦੇ ਵੈਸੇ ਹੀ ਜਿਹੜਾ ਨਾ ਮੁਸਲਮਾਨਾਂ ਤੋਂ ਆਜ਼ਾਰ ਨੇ। ਆਪ ਹੀ ਕਰ ਲਓ, ਇਹਦਾ ਫੈਸਲਾ ਵੀ ਤੁਹਾਡੇ ਤੇ ਹੀ ਛੱਡਿਆ। ਜੇ ਬਾਕੀ ਫੈਸਲੇ ਤੁਸੀਂ ਸਾਰੇ ਆਪ ਕੀਤੇ ਨੇ ਤੇ ਇਹ ਵੀ ਆਪ ਹੀ ਕਰ ਲਓ ਫੈਸਲਾ। ਨਹੀਂ ਨਹੀਂ, ਅਸੀਂ ਫੈਸਲਾ ਕੋਈ ਨਹੀਂ ਕੀਤਾ, ਅਸੀਂ ਤਾਂ ਆਬਜ਼ਰਵੇਸ਼ਨ ਦਿੱਤੀ ਹੈ ਕਿ ਟਿਕਟਾਕ ਤੇ ਕਿ ਚੱਲ ਰਿਹਾ, ਕਿ ਹੋ ਰਿਹਾ, ਜਮਾਤ ਦੀ ਕੀ ਪੋਜੀਸ਼ਨ ਹੈ। ਫੈਸਲਾ ਕੋਈ ਨਹੀਂ ਕੀਤਾ। ਤੁਹਾਡੇ ਵਾਲੀ ਗੱਲ ਦੀ ਤਾਂ ਗੱਲ ਹੀ ਨਹੀਂ ਪੇ ਕਰਦੇ ਨਾ। ਗੱਲਾਂ ਤੇ ਸੁਬਹ ਦੀਆਂ ਚਲਦੀਆਂ ਨੇ ਪਈਆਂ, ਉਹਨਾਂ ਗੱਲਾਂ ਦੀ ਗੱਲ ਪੇ ਕਰਨੀ। ਅੱਛਾ ਅੱਛਾ, ਕਿਉਂਕਿ ਦੇਖੋ ਮਰਜ਼ਈਆਂ ਨੇ ਬਹੁਤ ਤਰਬੇ ਸ਼ੁਰੂ ਕਰ ਦਿੱਤੇ ਨੇ। ਮਤਲਬ ਜਿਹੜਾ ਨਹੀਂ ਹੁੰਦਾ ਡਿਸਪਰੇਸ਼ਨ ਜਿਸ ਨੂੰ ਕਹਿੰਦੇ ਨੇ, ਡਿਸਪਰੇਸ਼ਨ ਦੀ ਹੱਦ ਤੱਕ ਚਲੇ ਗਏ ਨੇ। ਔਰ ਹੁਣ ਇਹ ਲੱਭਦੇ ਫਿਰਦੇ ਨੇ ਸਾਨੂੰ ਕੋਈ ਗੱਲ ਲੱਭੇ ਮੁਸਲਮਾਨਾਂ ਦੀ ਤਾਂ ਅਸੀਂ ਕੋਈ ਕਿਸੇ ਤਰੀਕੇ ਨਾਲ ਗੱਲ ਨੂੰ ਡਿਸਟਰੈਕਟ ਕਰੀਏ। ਜਾਂ ਉਧਰ ਫਸਿਆ ਗੁਲਫ 'ਚ ਟਰੰਪ ਤੇ ਮਰਜ਼ਈ ਫਸੇ ਨੇ ਇੱਥੇ ਟਿਕਟਾਕ। ਉਹ ਮੀਰ ਸਾਹਿਬ ਪਿਛਲੇ 6 ਮਹੀਨਿਆਂ ਦਾ ਰਿਕਾਰਡ ਤੁਸੀਂ ਚੁੱਕ ਕੇ ਦੇਖੋ ਨਾ, ਤਾਂ ਮੁਸਲਮਾਨਾਂ ਵਿੱਚ ਇੰਪਰੂਵਮੈਂਟ ਆਈ ਹੈ ਹਰ ਲਿਹਾਜ਼ ਨਾਲ। ਤੇ ਮਰਜ਼ਈ ਨੇ ਜਿਹੜੇ ਇੱਥੇ ਡਿਟੀਰੀਏਸ਼ਨ ਆਈ ਹੈ। ਬਿਲਕੁਲ ਮਰਜ਼ਈ ਤੇ ਛੁਪਦੇ ਫਿਰਦੇ ਨੇ ਪਏ। ਹੋ ਗਿਆ ਅਨਮਿਊਟ ਇਸ ਤੋਂ ਪਹਿਲੇ ਕਿ ਮੈਂ ਆਪਣੀ ਫਟਾਫਟ ਗੱਲ ਕਰ ਲਵਾਂ। ਤੇ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਸੋਸ਼ਲ ਮੀਡੀਆ ਤੇ ਜਿਹੜਾ ਜਰਮਨ ਗਰੁੱਪ ਹੈ, ਖਾਸ ਤੌਰ ਤੇ ਮੀਰ ਸਲੀਮ, ਮੀਰ ਲਤੀਫ, ਇਮਰਾਨ ਕਾਲੂ, ਛੋਟੀ ਸਰਕਾਰ, ਇਹ ਜਿਤਨੇ ਬੰਦੇ ਨੇ, ਇਹਨਾਂ ਨੂੰ ਮੇਰਾ ਚੈਲੰਜ ਹੈ, ਆਓ ਆ ਕੇ ਆਲਾ ਹਜ਼ਰਤ ਦੇ ਫਤਵੇ ਆ ਕੇ ਪੜ੍ਹੋ, ਆਲਾ ਹਜ਼ਰਤ ਦੇ ਫਤਵੇ ਆ ਕੇ ਸੁਣਾਓ, ਸਾਨੂੰ ਆਲਾ ਹਜ਼ਰਤ ਦੀ ਤਬਲੀਗ ਕਰੋ, ਤੁਹਾਨੂੰ ਤਾਲੀਮ ਦਿਓ, ਸਾਨੂੰ ਦੱਸੋ ਆਲਾ ਹਜ਼ਰਤ ਨੇ ਕੀ ਕਿਹਾ। ਹੁਣ ਜਿਹੜਾ ਆਉਣਾ ਚਾਹੁੰਦਾ ਹੈ ਸੋਸ਼ਲ ਮੀਡੀਆ ਦੇ ਉੱਤੇ, ਖਾਸ ਤੌਰ ਤੇ ਟਿਕਟੋਕ ਦੇ ਉੱਤੇ, ਉਹ ਸਾਡੇ ਕੋਲ ਆ ਕੇ ਇੱਥੇ ਸਾਨੂੰ ਆ ਕੇ ਦੱਸੇ ਕਿ ਉਹਦੇ ਕੋਲ ਜਮਾਤ ਦੀ ਰਜਿਸਟ੍ਰੇਸ਼ਨ ਹੈ ਵੇ ਜਾਂ ਵਿਦਆਊਟ ਰਜਿਸਟ੍ਰੇਸ਼ਨ ਇੱਥੇ ਤਬਲੀਗ ਕਰਨਾ ਚਾਹੁੰਦਾ। ਮੈਨੂੰ ਪਤਾ ਅਮਰ ਭਾਈ ਨੇ ਹੁਣ ਜਿਹੜਾ ਨਾ ਉਹ ਅਮਰ ਭਾਈ ਤੇ ਨਹੀਂ ਸਮਝਦੇ ਕਿ ਇਹ ਤਾਂ ਭੱਜਣ, ਲੇਕਿਨ ਅਸਾਂ ਜਰਮਨ ਗਰੁੱਪ ਜਿਹੜਾ ਇੱਥੇ ਟਿਕਟੋਕ ਦੇ ਉੱਤੇ ਨਹੀਂ ਰਹਿਣ ਦੇਣਾ। ਜਿਹੜਾ ਵੀ ਜਰਮਨ ਗਰੁੱਪ ਦਾ ਬੰਦਾ ਇੱਥੇ ਆ ਕੇ ਸੋਸ਼ਲ ਮੀਡੀਆ ਦੇ ਉੱਤੇ ਤਬਲੀਗ ਕਰੇਗਾ ਜਾਂ ਕੋਈ ਗੱਲ ਕਰੇਗਾ, ਮੁਬਾਸਾ ਕਰੇਗਾ, ਬਹਿਸ ਕਰੇਗਾ, ਗਾਲ ਕੱਢੇਗਾ, ਕਿਸੇ ਕਿਸਮ ਦਾ ਵੀ ਕੋਈ ਐਕਟੀਵਿਟੀ ਉਹਦੀ ਸੋਸ਼ਲ ਮੀਡੀਆ ਦੇ ਉੱਤੇ ਨਜ਼ਰ ਆਏਗੀ, ਉਹਦੀ ਰਿਕਾਰਡਿੰਗ ਲੈ ਕੇ ਇਹ ਪੂਰੇ ਗਰੁੱਪ ਦੇ ਵਿੱਚ, ਇਹ ਸੋਸ਼ਲ ਮੀਡੀਆ ਦਾ ਜਿਹੜਾ ਇਹਨਾਂ ਦਾ ਗਰੁੱਪ ਹੈ, ਹਾਫਿਜ਼ ਅਖਤਰ ਸਾਹਿਬ ਨੇ, ਹਬੀਬੁਰ ਰਹਿਮਾਨ ਸਾਹਿਬ ਨੇ, ਤੇ ਉਹ ਦੂਸਰੇ ਮੁਰੱਬੀ ਸਾਹਿਬ ਨੇ ਜਿਹੜੇ ਖਾਲਦ ਸਾਹਿਬ, ਉਹਨਾਂ ਦੇ ਕੋਲ ਹੈ ਜਿਨ੍ਹਾਂ ਦਾ ਗਰੁੱਪ ਹੈ, ਸਾਰੇ ਗਰੁੱਪ ਦੇ ਵਿੱਚ ਇੱਕੋ ਵਾਰੀ ਸਾਰਿਆਂ ਨੂੰ ਮੈਂ ਸੈਂਡ ਕਰ ਦੇਣੀ। ਜੀ ਅਮਰ ਭਾਈ ਕਰੋ।